Yes, Mike. How are you? Is everything is okay? ਦੋਸਤੋ ਤੁਹਾਡੀ ਖਿਦਮਤ ਦੇ ਵਿੱਚ ਪ੍ਰੋਗਰਾਮ ਮੁੱਦਾ ਲੈ ਕੇ ਹਾਜ਼ਰ ਹੋਏ ਹਾਂ ਔਰ ਹਮੇਸ਼ਾ ਹੀ ਨਵੇਂ ਵਿਸ਼ਿਆਂ ਨੂੰ ਅਸੀਂ ਪਹਿਲ ਦਿੱਤੀ ਹੈ। ਵਿਸ਼ੇ ਚਾਹੇ ਅਮਰੀਕਾ ਕੈਨੇਡਾ ਦੀ ਧਰਤੀ ਦੇ ਨਾਲ ਜਾਂ ਪ੍ਰਵਾਸ ਦੀ ਹੋਰ ਧਰਤੀ ਦੇ ਨਾਲ ਸੰਬੰਧ ਰੱਖਦੇ ਹੋਣ ਜਾਂ ਫਿਰ ਪੰਜਾਬ ਦੀ ਧਰਤੀ ਦੇ ਨਾਲ ਸੰਬੰਧ ਰੱਖਦੇ ਹੋਣ, ਉਹਨਾਂ ਵਿਸ਼ਿਆਂ ਦੇ ਉੱਤੇ ਪੜਚੋਲ ਦੀ ਨਜ਼ਰ ਤੇ ਘੋਖਵੀਂ ਨਜ਼ਰ ਮਾਰੀ ਹੈ ਔਰ ਜਿਸ ਦੇ ਵਿੱਚ ਸਾਥ ਦਿੱਤਾ ਹਮੇਸ਼ਾ ਤੁਸੀਂ ਤੇ ਹਮੇਸ਼ਾ ਆਉਣ ਵਾਲੇ ਭਵਿੱਖ ਦੇ ਵਿੱਚ ਵੀ ਇੱਕ ਨਰੋਏ ਤੇ ਨਿੱਘਰ ਸਾਥ ਦੀ ਰਹੇਗੀ ਉਮੀਦ। ਔਰ ਅੱਜ ਦਾ ਪ੍ਰੋਗਰਾਮ, ਅੱਜ ਦਾ ਮੁੱਦਾ ਜਿਹੜਾ ਹੈ ਉਸ ਨੂੰ ਡਿਸਕਸ ਕਰਨ ਤੋਂ ਪਹਿਲਾਂ ਦੱਸ ਦੇਵਾਂ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਜਿਹੜੇ ਪ੍ਰਤਾਪ ਸਿੰਘ ਬਾਜਵਾ, ਉਹਨਾਂ ਦੇ ਬਣਨ ਦੇ ਉੱਤੇ ਪਹਿਲਾ ਝਟਕਾ ਲੱਗਿਆ ਕਿ ਜਿਹੜਾ ਕੱਲ੍ਹ ਉਹਨਾਂ ਨੇ ਜਨਰਲ ਸਕੱਤਰ ਦੇ ਅਹੁਦੇ ਦੇ ਉੱਤੇ ਆਪਣੇ ਹੀ ਭਰਾ ਫਤਿਹ ਜੰਗ ਸਿੰਘ ਬਾਜਵਾ ਦੀ ਪਾਰਟੀ ਦੇ ਮੁੱਖ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੂੰ ਥਾਪਿਆ ਸੀ। ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਪ੍ਰਧਾਨ ਵੱਲੋਂ ਕੀਤੀਆਂ ਨਿਯੁਕਤੀਆਂ ਰੱਦ ਕਰ ਦਿੱਤੀਆਂ ਤੇ ਕਾਂਗਰਸ ਨੂੰ ਇੱਕ ਵਾਰ ਫੇਰ ਮੈਂ ਸਮਝਾਂਗਾ ਕਿ ਪੂਰੇ ਪੰਜਾਬ ਦੇ ਵਿੱਚ ਇਸ ਨਮੋਸ਼ੀਜਨਕ ਗੱਲ ਦਾ ਸਾਹਮਣਾ ਕਰਨਾ ਪਿਆ। ਔਰ ਨਾਲ ਦੀ ਨਾਲ ਜਿੱਥੇ ਇਹ ਗੱਲ ਵੀ ਦੱਸਣੀ ਬਣਦੀ ਹੈ ਕਿ ਰਾਜਨਵੀਰ ਸਿੰਘ, ਰਜਿੰਦਰ ਦੀਪਾ ਤੇ ਅਸ਼ੋਕ ਚੌਧਰੀ ਜਨਰਲ ਸਕੱਤਰਾਂ ਦੇ ਅਹੁਦਿਆਂ ਦੇ ਉੱਤੇ ਤਾਇਨਾਤ ਕੀਤੇ ਸਨ, ਉਹਨਾਂ ਦੀਆਂ ਨਿਯੁਕਤੀਆਂ ਵੀ ਨਾਲ ਹੀ ਰੱਦ ਕਰ ਦਿੱਤੀਆਂ ਗਈਆਂ। ਔਰ ਪਾਰਟੀ ਹਾਈ ਕਮਾਂਡ ਵੱਲੋਂ ਤਰਲੋਚਨ ਸਿੰਘ ਸੂੰਡ, ਗੁਰਪ੍ਰੀਤ ਸਿੰਘ ਕਾਗੜ, OP ਸੋਨੀ ਤੇ ਚਰਨਜੀਤ ਚੰਨੀ ਨੂੰ ਚਾਰਾਂ ਨੂੰ ਹੀ ਵੱਖ-ਵੱਖ ਖਿੱਤਿਆਂ ਦੇ ਉਪ ਪ੍ਰਧਾਨ ਜਿਹੜੇ ਨੇ ਉਹ ਕੰਮਾਂ ਦੇ ਉੱਤੇ ਲਗਾਇਆ ਕਿ ਉਹ ਉਪ ਪ੍ਰਧਾਨ ਹੋਣਗੇ ਪੰਜਾਬ ਕਾਂਗਰਸ ਦੇ। ਇਹਨਾਂ ਨਿਯੁਕਤੀਆਂ ਦੇ ਨਾਲ ਜਿੱਥੇ ਪਾਰਟੀ ਪ੍ਰਧਾਨ ਬਣਨ ਤੋਂ ਕੁਝ ਦਿਨਾਂ ਬਾਅਦ ਹੀ 24 ਘੰਟਿਆਂ ਦੇ ਵਿੱਚ ਕੀਤੀਆਂ ਨਿਯੁਕਤੀਆਂ ਨੂੰ ਰੱਦ ਕਰਕੇ ਇੱਕ ਵੱਡਾ ਝਟਕਾ ਦਿੱਤਾ। ਮੈਂ ਸਮਝਾਂਗਾ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਕਾਂਗਰਸ ਇੱਕ ਵਾਰ ਫੇਰ ਜਿਹੜਾ ਹੈ ਉਸ ਦਾ ਗ੍ਰਾਫ ਹੇਠਾਂ ਆਉਣ ਦੇ ਅਸਾਰ ਨਜ਼ਰ ਆ ਰਹੇ ਨੇ। ਪਾਕਿਸਤਾਨੀ ਚੋਣਾਂ ਜਿੱਥੇ ਸਿਰ ਦੇ ਉੱਤੇ ਨੇ, ਉੱਥੇ ਪਾਕਿਸਤਾਨ ਦੇ ਖਬਰਾਂ ਦੇ ਵਿੱਚ ਇੱਕ ਲਹਿਜ਼ਾ ਕਿ ਪੀਪਲਸ ਪਾਰਟੀ ਜੋ ਪਾਕਿਸਤਾਨ ਪੀਪਲਸ ਪਾਰਟੀ ਦੇ ਪ੍ਰਧਾਨ ਜਿਹੜੇ ਬਿਲਾਵਲ ਭੁੱਟੋ ਹੈ, ਉਹ ਆਪਣੇ ਬਾਪ ਨਾਲ ਲੜ ਕੇ ਇਲੈਕਸ਼ਨ ਨੂੰ ਵਿੱਚੇ ਛੱਡ ਕੇ ਦੁਬਈ ਚਲੇ ਗਏ ਨੇ। ਔਰ ਜਦ ਕਿ ਬਿਲਾਵਲ ਭੁੱਟੋ ਨੂੰ ਇੱਕ ਸਟਾਰ ਪ੍ਰਚਾਰਕ ਵਜੋਂ ਪ੍ਰਚਾਰਿਆ ਜਾ ਰਿਹਾ ਸੀ ਪਾਕਿਸਤਾਨ ਦੇ ਵਿੱਚ ਪੀਪਲਸ ਪਾਰਟੀ ਵੱਲੋਂ। ਔਰ ਇਸੇ ਤਰ੍ਹਾਂ ਹੀ ਦਿੱਲੀ ਦੀ ਤਰਜ਼ ਦੇ ਉੱਤੇ ਸਮੂਹਕ ਰੂਪ ਦੇ ਵਿੱਚ ਇੱਕ ਚਲਦੀ ਗੱਡੀ ਦੇ ਵਿੱਚ ਇੱਕ ਲੜਕੀ ਦੇ ਨਾਲ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੋਇਆ ਬਲਾਤਕਾਰ। ਔਰ ਜਦੋਂ ਕਿ 22 ਸਾਲਾ ਲੜਕੀ 45 ਮਿੰਟ ਚਲਦੀ ਗੱਡੀ 'ਚ ਬਲਾਤਕਾਰ ਕਰਨ ਤੋਂ ਬਾਅਦ ਲੜਕੀ ਨੂੰ ਕਾਰ ਦੇ ਵਿੱਚੋਂ ਬਾਹਰ ਸਿੱਟ ਦਿੱਤਾ ਗਿਆ, ਜਿਸ ਨੂੰ ਕਿ ਹਸਪੀਟਲ ਪਹੁੰਚਾਇਆ ਗਿਆ ਔਰ ਇਸ ਵੇਲੇ ਹਸਪੀਟਲ ਦੇ ਵਿੱਚ ਦੇਖ ਰੇਖ ਦੇ ਵਿੱਚ ਆ। ਅਜਿਹੀਆਂ ਘਟਨਾਵਾਂ ਪੰਜਾਬ ਦੇ ਵਿੱਚ ਜਿੱਥੇ ਰੁਕਣ ਦਾ ਨਾਂ ਨਹੀਂ ਲੈ ਰਹੀਆਂ, ਉੱਥੇ ਪ੍ਰਸ਼ਾਸਨ ਦੀ ਕਮਜ਼ੋਰੀ ਜਿਹੜੀ ਆ ਉਸ ਨੂੰ ਮੱਦੇਨਜ਼ਰ ਕਰ ਰਹੀਆਂ। ਸਮਾਂ ਬੜਾ ਘੱਟ ਹੈ। ਆਈਏ ਅੱਜ ਦੇ ਮੁੱਦੇ ਦੇ ਉੱਤੇ ਲੰਬੇ ਸਮੇਂ ਤੋਂ ਲੋਕਾਂ ਦੇ ਪ੍ਰਕਾਸ਼ ਦੇ ਵਿੱਚ ਹੈ ਗੁਰਦੁਆਰਾ ਆਫ ਰਾਚੈਸਟਰ ਦਾ ਮਸਲਾ ਭਾਵੇਂ ਸਿਰਫ ਤੇ ਸਿਰਫ ਕਿਰਪਾਨ ਕਰਕੇ ਜਾਂ ਕਿਰਪਾਨ ਪਹਿਨਣ ਕਰਕੇ ਹੋਂਦ ਵਿੱਚ ਆਇਆ, ਅਸਲ ਹਕੀਕਤ ਕਿ 1974 ਤੋਂ ਚੱਲਦੇ ਇਸ ਗੁਰੂ ਘਰ ਜਿਸ ਨੇ ਸੰਗਤ ਨੇ ਵਿਧਾਨ ਬਣਾਇਆ, ਸੰਗਤ ਨੇ ਬਕਾਇਦਾ ਤੌਰ ਦੇ ਉੱਤੇ ਜੋ ਗੁਰੂ ਘਰ ਦਾ ਹਰ ਹੀਲਾ ਜਿਹੜਾ ਹੈ ਵਰਤ ਕੇ ਇਸ ਗੁਰੂ ਘਰ ਨੂੰ ਖੜਾ ਕੀਤਾ। 1974 ਤੋਂ ਬਾਅਦ ਪਿਛਲੇ ਸਾਲਾਂ ਦੇ ਵਿੱਚ ਕੁਝ ਟਰਸਟੀ ਜਿਹੜੇ ਨੇ
ਉਹਨਾਂ ਨੇ ਗੁਰੂ ਘਰ ਨੂੰ ਆਰਟੀਕਲ 9 ਦੇ ਤਹਿਤ ਆਪਣੀ ਨਿੱਜੀ ਸੰਪਤੀ ਜਿਹੜਾ ਹੈ ਉਸ ਦੇ ਵਿੱਚ ਬਦਲਣ ਦੀ ਕੀਤੀ ਹਰਕਤ ਨੂੰ ਲੈ ਕੇ ਸਮੁੱਚੇ ਰੂਪ ਦੇ ਵਿੱਚ, ਜਿੱਥੇ ਅਤੀਤ ਦੇ ਵਿੱਚ ਰੋਚੈਸਟਰ ਦੀ ਸਾਧ ਸੰਗਤ ਦੇ ਵਿੱਚ ਇੱਕ ਰੋਸ ਵਜੋਂ ਲਹਿਰ ਫੈਲੀ ਔਰ ਉਸ ਲਹਿਰ ਦੇ ਤਹਿਤ ਜਿੱਥੇ ਵੱਖ-ਵੱਖ ਗੁਰੂ ਘਰਾਂ ਤੋਂ ਜਥੇ ਵੀ ਜਾਂਦੇ ਰਹੇ, ਲੰਬੇ ਸਮੇਂ ਦੀ ਉਡੀਕ, ਕਮੇਟੀਆਂ ਵੀ ਬਣੀਆਂ, ਪਰ ਬੀਤੇ ਸਮੇਂ ਵਿੱਚ ਅਕਾਲ ਤਖਤ ਸਾਹਿਬ ਵੱਲੋਂ ਇੱਕ 7 ਮੈਂਬਰੀ ਜਿਹੜੀ ਜਾਂਚ ਕਮੇਟੀ ਬਣਾਈ ਗਈ, ਜਿਸ ਨੇ ਪ੍ਰਬੰਧਕਾਂ ਨੂੰ ਵੀ ਔਰ ਜੋ ਗੁਰੂ ਘਰ ਦੀ ਸੰਗਤ ਹੈ ਉਸ ਨੂੰ ਵੀ ਭਰੋਸੇ ਵਿੱਚ ਲੈ ਕੇ ਇੱਕ ਰਿਪੋਰਟ ਪੇਸ਼ ਕਰਨੀ ਸੀ। ਰਿਪੋਰਟ ਨੇ ਕਾਫੀ ਸਮਾਂ ਲਿਆ ਔਰ ਜਿਸ ਕਮੇਟੀ ਦੇ ਕਨਵੀਨਰ ਸਨ ਸਿੰਘ ਸਾਹਿਬ ਭਾਈ ਸਤਪਾਲ ਸਿੰਘ, ਜਿਹੜੇ ਕਿ ਅਕਾਲ ਤਖਤ ਸਾਹਿਬ ਵੱਲੋਂ ਸਿੱਖ ਧਰਮ ਦੇ ਅੰਬੈਸਡਰ ਵਿਦੇਸ਼ਾਂ ਦੇ ਵਿੱਚ ਥਾਪੇ ਹੋਏ ਨੇ, ਉਹਨਾਂ ਨੇ ਕਮੇਟੀ ਦੀ ਜਾਂਚ ਰਿਪੋਰਟ ਤੋਂ ਬਾਅਦ ਕੁਝ ਮੀਟਿੰਗਾਂ ਕਰਨ ਤੋਂ ਬਾਅਦ ਕਾਫੀ ਕੁਛ ਜਿਹੜਾ ਉੱਭਰ ਕੇ ਸਾਹਮਣੇ ਆਇਆ। ਸਭ ਤੋਂ ਵੱਡੀਆਂ ਹਕੀਕਤਾਂ ਸਿੱਖ ਧਰਮ ਨੂੰ ਸ਼ਰਮਸਾਰ ਕਰਨ ਵਾਲੀਆਂ ਸਨ, ਜਦੋਂ ਕਿ ਟਰਸਟ ਦੇ ਮੁੱਖ ਮੈਂਬਰ ਸਰਦਾਰ ਸੰਤੋਖ ਸਿੰਘ ਵਿਦੇਸ਼ਾ ਨੇ ਅਦਾਲਤ ਦੇ ਵਿੱਚ ਹਲਫਨਾਮਾ ਦਾਇਰ ਕਰ ਦਿੱਤਾ ਕਿ ਉਹ ਅੰਮ੍ਰਿਤਧਾਰੀ ਸਿੱਖ ਹੈ, ਜਦਕਿ ਉਹ ਸਿਰ ਤੋਂ ਮੋਨਾ ਅਤੇ ਦਾੜੀ ਵੀ ਬਿਲਕੁਲ ਕੱਟੀ ਹੋਈ ਹੈ। ਔਰ ਉਸ ਹਲਫਨਾਮੇ ਦੇ ਵਿੱਚ ਕਾਫੀ ਕੁਛ ਇਹੋ ਜਿਹਾ ਸੀ ਕਿ ਜਿਸ ਨੂੰ ਸੁਣ ਕੇ ਆਮ ਸਿੱਖ ਜਿਹੜਾ ਉਹ ਪਾਣੀ ਤੇ ਸ਼ਰਮਸਾਰ ਹੋ ਜਾਂਦਾ, ਜਿਸ ਵਿੱਚ ਇਹ ਵੀ ਦਰਜ ਕੀਤਾ ਹੋਇਆ ਸੀ ਕਿ ਸਿੱਖ ਨੂੰ ਕਿਰਪਾਨ ਪਹਿਨਣਾ ਜ਼ਰੂਰੀ ਨਹੀਂ। ਔਰ ਇਸ ਦੇ ਵਿੱਚ ਸਿੱਖ ਧਰਮ ਦੇ ਵਿੱਚ ਦਸਤਾਰ ਦੀ ਮਹੱਤਤਾ ਨੂੰ ਵੀ ਬਿਲਕੁਲ ਜ਼ੀਰੋ ਦਰਸਾ ਦਿੱਤਾ ਗਿਆ ਔਰ ਦਸਤਾਰ ਦਿਵਸ ਨੂੰ ਮਾਹਿਜ਼ ਇੱਕ ਸ਼ੋਸ਼ਾ ਤੇ ਇੱਕ ਫਾਰਮੈਲਟਡ ਦਿਵਸ ਜਿਹੜਾ ਹੈ ਉਸ ਨੂੰ ਬਣਾ ਕੇ ਰੱਖ ਦਿੱਤਾ ਗਿਆ। ਸਮੁੱਚੀ ਕਾਰਵਾਈ ਕਰਨ ਤੋਂ ਬਾਅਦ ਮੈਂ ਦੱਸਾਂਗਾ ਸਭ ਤੋਂ ਪਹਿਲਾਂ ਕਿ ਸਮੁੱਚੀ ਕਾਰਵਾਈ ਕਰਨ ਤੋਂ ਬਾਅਦ ਜੋ ਰਿਪੋਰਟ ਅਕਾਲ ਤਖਤ ਸਾਹਿਬ ਉੱਤੇ ਪੇਸ਼ ਕੀਤੀ ਗਈ ਔਰ ਉਸ ਰਿਪੋਰਟ ਦੇ ਆਧਾਰ ਦੇ ਉੱਤੇ ਬੀਤੇ ਕੱਲ੍ਹ ਅਕਾਲ ਤਖਤ ਸਾਹਿਬ ਦੇ 5 ਸਿੰਘ ਸਾਹਿਬਾਨ ਦੀ ਇਕੱਤਰਤਾ ਦੇ ਵਿੱਚ ਗੁਰਦੁਆਰਾ ਆਫ ਰਾਚੈਸਟਰ ਦੇ ਮੁੱਖ ਟਰਸਟੀ ਸੰਤੋਖ ਸਿੰਘ ਵਿਦੇਸ਼ਾ ਨੂੰ ਇਹਨਾਂ ਹਲਫੀਆ ਬਿਆਨਾਂ ਤੇ ਇਤਰਾਜ਼ਯੋਗ ਸਿੱਖ ਧਰਮ ਦੇ ਉੱਤੇ ਟਿੱਪਣੀਆਂ ਕਰਨ ਭਾਵ ਕਿ ਸਿੱਖ ਧਰਮ ਇੱਕ ਡੈਮੋਕ੍ਰੇਸੀ ਦਾ ਧਰਮ ਨਹੀਂ ਹੈ ਔਰ ਵੋਟਾਂ ਦੀ ਰਾਜਨੀਤੀ ਇੱਥੇ ਬਿਲਕੁਲ ਨਹੀਂ ਹੁੰਦੀ ਔਰ ਡੈਮੋਕ੍ਰੇਸੀ ਨਾਂ ਦੀ ਕੋਈ ਵੀ ਸਿੱਖ ਧਰਮ ਦੇ ਵਿੱਚ ਚੀਜ਼ ਨਹੀਂ ਹੈ। ਔਰ ਜੇਕਰ ਕਿਸੇ ਬੰਦੇ ਨੇ ਸ਼ੌਕ ਦੇ ਤੌਰ ਦੇ ਉੱਤੇ ਕਿਰਪਾਨ ਪਾਉਣੀ ਵੀ ਹੈ ਤੇ ਉਹ ਆਪਣੇ ਕੰਘੇ ਦੇ ਵਿੱਚ, ਜਿਸ ਦੇ ਵਿੱਚ ਛੋਟੀ ਕਿਰਪਾਨ ਹੁੰਦੀ ਹੈ, ਉਹ ਪਾ ਸਕਦਾ ਹੈ। ਔਰ ਖਾਸ ਤੌਰ ਦੇ ਉੱਤੇ ਇਸ ਤਰ੍ਹਾਂ ਦੀਆਂ ਵੀ ਟਿੱਪਣੀਆਂ ਅਦਾਲਤ ਦੇ ਵਿੱਚ ਕੀਤੀਆਂ ਗਈਆਂ ਸਨ ਕਿ ਕਿਰਪਾਨ ਪਹਿਨ ਕੇ ਗੁਰਦੁਆਰਾ ਦੇ ਅੰਦਰ ਆਉਣ ਦੀ ਮਨਾਹੀ ਜਿਹੜੀ ਸੀ ਉਹ ਟਰਸਟੀਆਂ ਵੱਲੋਂ ਲਗਾ ਦਿੱਤੀ ਗਈ ਸੀ ਕਿ ਕੋਈ ਵੀ ਅੰਮ੍ਰਿਤਧਾਰੀ ਸਿੰਘ ਕਿਰਪਾਨ ਪਹਿਨ ਕੇ ਗੁਰੂ ਘਰ ਦੇ ਵਿੱਚ ਨਹੀਂ ਆ ਸਕਦਾ। ਔਰ ਖਾਸ ਤੌਰ ਦੇ ਉੱਤੇ ਕੁਝ ਲੋਕ ਜਿਹੜੇ ਅੰਮ੍ਰਿਤਧਾਰੀ ਨੇ ਉਹਨਾਂ ਦੇ ਘਰਾਂ ਦੇ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਹੈ, ਉਹ ਘਰ ਹੀ ਮੱਥਾ ਟੇਕ ਸਕਦੇ ਨੇ, ਉਹਨਾਂ ਨੂੰ ਗੁਰੂ ਘਰ ਆਉਣ ਦੀ ਇਜਾਜ਼ਤ ਨਹੀਂ ਹੈ। ਜਿਸ ਢੰਗ ਦੇ ਨਾਲ ਸਿੱਖ ਧਰਮ ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੰਕਲਪ ਦੀਆਂ ਧੱਜੀਆਂ ਗੁਰਦੁਆਰਾ ਰਾਚੈਸਟਰ ਦੇ ਪ੍ਰਬੰਧਕਾਂ ਵੱਲੋਂ ਉਡਾਈਆਂ ਗਈਆਂ ਔਰ ਅਖੀਰ ਹਾਰ ਕੇ ਭਾਈ ਸਤਪਾਲ ਸਿੰਘ ਜੀ, ਜਿਹੜੇ ਕਿ ਅੰਬੈਸਡਰ ਨੇ ਸਿੱਖ ਧਰਮ ਦੇ ਵਿਦੇਸ਼ਾਂ ਦੇ ਵਿੱਚ, ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਗਠਿਤ ਕੀਤੀ ਗਈ 7 ਮੈਂਬਰੀ ਕਮੇਟੀ ਨੇ ਜਿਸ ਢੰਗ ਦੇ ਨਾਲ ਅਕਾਲ ਤਖਤ ਸਾਹਿਬ ਨੂੰ ਰਿਪੋਰਟ ਪੇਸ਼ ਕੀਤੀ, ਉਸ ਰਿਪੋਰਟ ਦੇ ਆਧਾਰ ਦੇ ਉੱਤੇ 1 ਮਹੀਨੇ ਦੇ ਅੰਦਰ ਨਿੱਜੀ ਤੌਰ ਦੇ ਉੱਤੇ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋ ਕੇ ਅਦਾਲਤ ਦੇ ਵਿੱਚ ਦਿੱਤੀਆਂ ਟਿੱਪਣੀਆਂ ਅਤੇ ਸਿੱਖ ਧਰਮ ਪ੍ਰਤੀ ਵਰਤੀ ਗਈ ਇਤਰਾਜ਼ਯੋਗ ਸ਼ਬਦਾਵਲੀ ਨੇ ਸੰਤੋਖ ਸਿੰਘ ਵਿਦੇਸ਼ਾ ਨੂੰ ਅਕਾਲ ਤਖਤ ਸਾਹਿਬ ਉੱਤੇ ਤਲਬ ਕਰ ਲਿਆ। ਜਿਸ ਤਰ੍ਹਾਂ ਮਰਜ਼ੀ ਹਾਲਾਤ ਹੋਣ, ਪਰ ਸਿੱਖਾਂ ਦੀ ਸਿਰਮੌਰ ਤੇ ਸਰਬ ਉੱਚ ਸੰਸਥਾ ਅਕਾਲ ਤਖਤ ਸਾਹਿਬ ਅੱਗੇ ਹਰ ਇੱਕ ਦਾ ਸਿਰ ਝੁਕਿਆ ਹੀ ਝੁਕਿਆ। ਔਰ ਜਿੱਥੇ ਇਸ ਰਿਪੋਰਟ ਦੇ ਵਿੱਚ ਜੋ ਸਰਦਾਰ ਸੰਤੋਖ ਸਿੰਘ ਵਿਦੇਸ਼ਾ ਦੇ ਬਿਆਨਾਂ ਨੂੰ ਭਾਈ ਸਤਪਾਲ ਸਿੰਘ ਨੇ ਅਕਾਲ ਤਖਤ ਸਾਹਿਬ ਦੇ ਅੱਗੇ ਰੂਬਰੂ ਕੀਤਾ, ਜਿਨ੍ਹਾਂ ਦੇ ਵਿੱਚ ਕਿਰਪਾਨ ਇੱਕ ਖਤਰਨਾਕ ਹਥਿਆਰ ਹੈ। ਉਸਨੇ ਕਿਹਾ, ਮੈਨੂੰ ਇੱਕ ਅੰਮ੍ਰਿਤਧਾਰੀ ਹੋਣ ਅਤੇ ਜੀਵਨ ਭਰ ਸਿੱਖੀ ਪ੍ਰੈਕਟਿਸ ਕਰਨ ਦੇ ਨਾਤੇ ਭਲੀ ਭਾਂਤ ਪਤਾ ਹੈ ਕਿ ਸਿੱਖ ਧਰਮ ਵਿੱਚ ਮੂਲ ਲੋਕ ਰਾਜੀ ਸਿਧਾਂਤਾਂ ਦਾ ਕੋਈ ਵਰਣਨ ਨਹੀਂ। ਭਾਰਤ ਵਿੱਚ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਆਪਣੇ ਮੈਂਬਰ ਆਪ ਚੁਣਦੀ ਹੈ, ਪਰ ਜਨਰਲ ਬਾਡੀ ਨਾ ਵੋਟ ਪਾਉਂਦੀ ਹੈ ਤੇ ਨਾ ਵੋਟ ਪਾ ਸਕਦੀ ਹੈ। ਉਸਨੇ ਅਦਾਲਤ ਵਿੱਚ ਇਹ ਵੀ ਕਿਹਾ ਕਿ ਇੱਥੋਂ ਤੱਕ ਕਿ ਬਹੁਤੇ ਅੰਮ੍ਰਿਤਧਾਰੀ ਸਿੱਖ ਪ੍ਰੈਕਟੀਕਲ ਕਾਰਨਾਂ ਕਰਕੇ ਰਸਮੀ ਕਿਰਪਾਨ ਹੀ ਪਹਿਨਦੇ ਹਨ। ਅੰਮ੍ਰਿਤਧਾਰੀ ਸਿੱਖਾਂ ਲਈ ਇੱਕ ਤਰੀਕਾ ਇਹ ਵੀ ਹੈ
ਜਿਹੜਾ ਮਰਿਆਦਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਵਰਤਿਆ ਜਾਂਦਾ ਹੈ। ਸਿਰਫ ਉਸਨੇ ਇਸ ਨੂੰ ਮਰਿਆਦਾ ਦੀਆਂ ਲੋੜਾਂ ਤੱਕ ਹੀ ਸੀਮਿਤ ਰੱਖਿਆ। ਉਹ ਇੱਕ ਆਪਣੀਆਂ ਪੱਗਾਂ ਹੇਠ ਕੰਘੇ ਵਿੱਚ ਰੱਖ ਲੈਣ। ਇਸ ਕੰਘੇ ਵਿੱਚ ਨਮੂਨੇ ਵਜੋਂ ਇੱਕ ਕਿਰਪਾਨ ਮੜੀ ਵੀ ਹੁੰਦੀ ਹੈ। ਗੁਰਦੁਆਰੇ ਦੀ ਸੰਗਤ ਵਿੱਚ ਅੰਮ੍ਰਿਤਧਾਰੀ ਸਿੱਖ ਬਹੁਤ ਘੱਟ ਹਨ, ਇੱਥੋਂ ਤੱਕ ਕਿ ਉਹਨਾਂ ਵਿੱਚੋਂ ਬਹੁਤੇ ਰਸਮੀ ਕਿਰਪਾਨ ਹੀ ਪਹਿਨਦੇ ਹਨ। ਉਸ ਨੇ ਅੱਗੇ ਕਿਹਾ ਕਿ ਸਿੱਖ ਦਸਤਾਰ ਦੀ ਇਹ ਕਹਿ ਕੇ ਹੱਦ ਤੱਕ ਕੀਤੀ ਹੈ ਕਿ ਦਸਤਾਰ ਦਿਵਸ ਇੱਕ ਅਖੌਤੀ ਦਿਹਾੜਾ ਹੈ। ਦਸਤਾਰ ਦਿਵਸ ਦੀ ਸਿੱਖ ਧਰਮ ਦੇ ਵਿੱਚ ਕੋਈ ਵੀ ਮਹੱਤਤਾ ਨਹੀਂ ਹੈ। ਔਰ ਇਸ ਤਰ੍ਹਾਂ ਦੇ ਜੋ ਅਪਮਾਨਜਨਕ ਸ਼ਬਦ ਅਦਾਲਤ ਦੇ ਵਿੱਚ ਵੀ ਵਰਤੇ ਗਏ ਔਰ ਇਹਨਾਂ ਦੇ ਲਿਖਤੀ ਸਬੂਤਾਂ ਦੇ ਤਹਿਤ ਸਮੁੱਚੇ ਰੂਪ ਦੇ ਵਿੱਚ ਕਾਰਵਾਈ ਕਰਨ ਤੋਂ ਬਾਅਦ ਜਿੱਥੇ ਸੰਤੋਖ ਸਿੰਘ ਵਿਦੇਸ਼ਾ ਉਹਨਾਂ ਨੇ ਕਿਹਾ ਕਿ ਮੈਨੂੰ ਇੱਕ ਅੰਮ੍ਰਿਤਧਾਰੀ ਹੋਣ ਅਤੇ ਜੀਵਨ ਭਰ ਸਿੱਖੀ ਪ੍ਰੈਕਟਿਸ ਕਰਨ ਦੇ ਨਾਤੇ ਭਲੀ ਭਾਂਤ ਪਤਾ ਹੈ। ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ ਕਿ ਉਹਨਾਂ ਨੇ ਕਿਹਾ ਕਿ ਮੈਨੂੰ ਇੱਕ ਅੰਮ੍ਰਿਤਧਾਰੀ ਹੋਣ ਅਤੇ ਜੀਵਨ ਭਰ ਸਿੱਖੀ ਪ੍ਰੈਕਟਿਸ। ਮਾਈਕ ਕੈਨ ਯੂ ਸ਼ੋ ਦ ਪਿਕਚਰ। ਸੋ ਇਹ ਤਸਵੀਰ ਹੈ ਇੱਕ ਅੰਮ੍ਰਿਤਧਾਰੀ ਸਿੱਖ ਦੀ, ਜਿਸ ਦੀ ਪਰਿਭਾਸ਼ਾ ਉਸ ਨੇ ਨਵੇਂ ਰੂਪ ਦੇ ਵਿੱਚ ਅਦਾਲਤ ਦੇ ਵਿੱਚ ਪੇਸ਼ ਕੀਤੀ। ਔਰ ਇਸ ਪਰਿਭਾਸ਼ਾ ਦੇ ਤਹਿਤ ਜਿੱਥੇ ਅਕਾਲ ਤਖਤ ਸਾਹਿਬ ਨੇ ਤਲਬ ਕੀਤਾ ਸੰਤੋਖ ਸਿੰਘ ਵਿਦੇਸ਼ਾ ਨੂੰ, ਉੱਥੇ ਮੈਂ ਸਮਝਾਂਗਾ ਕਿ ਸਮੁੱਚੇ ਰੂਪ ਦੇ ਵਿੱਚ ਅਮਰੀਕਾ ਅਤੇ ਕੈਨੇਡਾ ਭਰ ਦੀਆਂ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਇਸ ਤਰ੍ਹਾਂ ਦੇ ਅੰਮ੍ਰਿਤਧਾਰੀ ਵਿਅਕਤੀ ਹੋਣ ਦੇ, ਮੈਂ ਸਮਝਾਂਗਾ ਇਨਸਾਨ ਸਾਰੇ ਬਰਾਬਰ ਨੇ, ਪਰ ਇੱਕ ਧਰਮ ਦਾ ਨਿਰਾਦਰ ਕਰਨਾ ਔਰ ਗੁਰਦੁਆਰੇ ਦੇ ਟਰਸਟੀ ਹੋ ਕੇ ਤੁਸੀਂ ਆਪਣੇ ਆਪ ਨੂੰ ਇਸ ਰੂਪ ਦੇ ਵਿੱਚ ਤੁਸੀਂ ਇਹ ਗੱਲ ਕਹਿਣੀ, ਤੇ ਉਸ ਦੇ ਉੱਤੇ ਅਕਾਲ ਤਖਤ ਸਾਹਿਬ ਨੇ ਐਕਸ਼ਨ ਲੈਂਦਿਆਂ ਇਹ ਹੁਕਮਨਾਮਾ ਜਿਹੜਾ ਹੈ ਉਹ ਬਕਾਇਦਾ ਤੌਰ ਦੇ ਉੱਤੇ ਜਾਰੀ ਕੀਤਾ। ਮਾਈ ਕੈਨ ਯੂ ਸ਼ੋ ਦਾ ਵੀਡੀਓ ਪਲੀਜ਼। ਸੋ ਇਸ ਵੀਡੀਓ ਦਾ ਮਸਲਾ ਵਿਚਾਰਨ ਵਿੱਚ ਆਇਆ, ਫੈਸਲਾ ਕੀਤਾ ਗਿਆ ਸੰਬੋਧਨ ਕਰ ਰਹੇ ਨੇ ਕਿ ਕੋਰਟ ਵੱਲੋਂ ਸ੍ਰੀ ਸਾਹਿਬ ਪਹਿਨ ਸੰਬੰਧੀ ਜੋ ਫੈਸਲਾ ਹੈ ਉਸ ਨੂੰ ਸੰਤੋਖ ਸਿੰਘ ਵਿਦੇਸ਼ਾ ਨਿੱਜੀ ਰੂਪ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਲੈ ਕੇ ਹਾਜ਼ਰ ਹੋਵੇ ਅਤੇ ਸਪਸ਼ਟੀਕਰਨ ਦੇਵੇ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਸ ਦੇ ਖਿਲਾਫ ਗੁਰਮਰਜ਼ਾਦਾ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਰਜਿਸਟਰਡ ਗੁਰਦੁਆਰਾ ਸਾਹਿਬ ਦਾ ਮਸਲਾ ਵਿਚਾਰਨ ਵਿੱਚ ਆਇਆ, ਫੈਸਲਾ ਕੀਤਾ ਗਿਆ ਹੈ ਕਿ ਕੋਰਟ ਵੱਲੋਂ ਸ੍ਰੀ ਸਾਹਿਬ ਪਹਿਨ ਸੰਬੰਧੀ ਜੋ ਫੈਸਲਾ ਹੈ ਉਸ ਨੂੰ ਸੰਤੋਖ ਸਿੰਘ ਵਿਦੇਸ਼ਾ ਨਿੱਜੀ ਰੂਪ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਲੈ ਕੇ ਹਾਜ਼ਰ ਹੋਵੇ ਅਤੇ ਸਪਸ਼ਟੀਕਰਨ ਦੇਵੇ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਉਸ ਦੇ ਖਿਲਾਫ ਗੁਰਮਰਜ਼ਾਦਾ ਅਨੁਸਾਰ ਇਸ ਅਪਮਾਨਜਨਕ ਕਾਰਵਾਈ ਨੇ ਜਿੱਥੇ ਮੈਂ ਇਹ ਕਹਾਂਗਾ ਕਿ ਸੰਤੋਖ ਸਿੰਘ ਵਿਦੇਸ਼ਾ ਤੇ ਉਹਨਾਂ ਦੇ ਸਾਥੀਆਂ ਨੂੰ ਧਾਰਮਿਕ ਮਰਿਆਦਾ ਨੂੰ ਲੀਰੋ ਲੀਰ ਕਰਨ ਦੇ ਮਸਲੇ ਦੇ ਵਿੱਚ ਅਕਾਲ ਤਖਤ ਸਾਹਿਬ ਉੱਤੇ ਤਲਬ ਹੋਣ ਤੱਕ ਪਹੁੰਚਾ ਦਿੱਤਾ ਹੈ। ਉੱਥੇ ਮੈਂ ਸਮਝਾਂਗਾ ਕਮਿਊਨਿਟੀ ਔਰ ਖਾਸ ਤੌਰ ਦੇ ਉੱਤੇ ਸਿੱਖ ਭਾਵਨਾਵਾਂ ਨਾਲ ਆਪਣੇ ਹੀ ਲੋਕਾਂ ਵੱਲੋਂ ਖਿਲਵਾੜ ਕਰਨ ਦਾ ਇਹ ਸਿਲਸਿਲਾ ਕਦੋਂ ਤੱਕ ਚੱਲਦਾ ਰਹੇਗਾ। ਲੋਕ ਗੁਰੂ ਘਰ ਦੇ ਵਿੱਚ ਸਕੂਨ ਪ੍ਰਾਪਤ ਕਰਨ ਜਾਂਦੇ ਨੇ, ਲੋਕ ਗੁਰੂ ਘਰ ਦੇ ਵਿੱਚ ਸ਼ਰਧਾ ਦੇ ਨਾਲ ਜਾਂਦੇ ਨੇ, ਸੇਵਾ ਦੇ ਨਾਲ ਜਾਂਦੇ ਨੇ, ਪਰ ਇੱਕ ਲੰਬੇ ਸਮੇਂ ਤੋਂ ਉਸ ਇਲਾਕੇ ਦੀ ਸਾਧ ਸੰਗਤ ਨੇ ਇੱਕ ਕਿਰਾਏ ਦੇ ਉੱਤੇ ਲੈ ਕੇ ਜਗ੍ਹਾ ਗੁਰੂ ਘਰ ਜਿਹੜਾ ਹੈ ਉਹ ਨਿਰੰਤਰ ਚਲਾਇਆ ਹੋਇਆ ਹੈ, ਕਿਉਂਕਿ ਉਸ ਗੁਰੂ ਘਰ ਦੇ ਵਿੱਚ ਅਦਾਲਤੀ ਹੁਕਮਾਂ ਤੱਕ ਕਿਸੇ ਵੀ ਅੰਮ੍ਰਿਤਧਾਰੀ ਜਾਂ ਸਿੱਖ ਵਿਅਕਤੀ ਨੂੰ ਉੱਥੇ ਜਾਣ ਦੀ ਇਜਾਜ਼ਤ ਦੇ ਉੱਤੇ ਰੋਕਾਂ ਨੇ। ਆਉਣ ਵਾਲਾ ਭਵਿੱਖ ਕੀ ਦੱਸੇਗਾ, ਕਿਸ ਤਰ੍ਹਾਂ ਦੀਆਂ ਰਿਪੋਰਟਾਂ ਪੇਸ਼ ਕੀਤੀਆਂ ਗਈਆਂ, ਚੰਦ ਪਲਾਂ ਤੱਕ ਅਸੀਂ ਕੋਸ਼ਿਸ਼ ਕਰਾਂਗੇ। ਭਾਈ ਸਤਪਾਲ ਸਿੰਘ ਜਿਹੜੇ ਕਿ ਅੰਬੈਸਡਰ ਨੇ ਸਿੱਖ ਧਰਮ ਦੇ, ਅਕਾਲ ਤਖਤ ਸਾਹਿਬ ਵੱਲੋਂ ਪ੍ਰਵਾਨਿਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਵਾਨਿਤ ਸਿੱਖ ਧਰਮ ਦੇ ਪ੍ਰਚਾਰ ਵਾਸਤੇ ਉਹਨਾਂ ਨੂੰ ਅੰਬੈਸਡਰ ਨਿਯੁਕਤ ਕੀਤਾ ਗਿਆ। ਭਾਈ ਸਤਪਾਲ ਸਿੰਘ ਜੀ ਖਾਲਸਾ, ਉਹਨਾਂ ਨੂੰ ਚੰਦ ਪਲਾਂ ਤੱਕ ਕੋਸ਼ਿਸ਼ ਕਰਾਂਗੇ ਲਾਈਨ ਦੇ ਉੱਤੇ ਲਿਆਉਣ ਦੀ ਕਿ ਕਿਸ ਤਰ੍ਹਾਂ ਉਹਨਾਂ ਨੇ ਰਿਪੋਰਟ ਪੇਸ਼ ਕੀਤੀ ਔਰ ਕਿਸ ਤਰ੍ਹਾਂ ਉਹਨਾਂ ਨੂੰ ਇਸ ਜਾਂਚ ਦੇ ਵਿੱਚੋਂ ਲੰਘਣਾ ਪਿਆ। ਸੋ ਪ੍ਰੋਗਰਾਮ ਇਸੇ ਰਫ਼ਤਾਰ ਇਸੇ ਬਹਾ ਦੇ ਵਿੱਚ ਰਹੇਗਾ ਜਾਰੀ। ਮਿਲਦੇ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਦੋਸਤੋ ਮੁੜ ਹਾਜ਼ਰ ਹੋਏ ਹਾਂ ਤੁਹਾਡੀ ਖਿਦਮਤ ਦੇ ਵਿੱਚ ਪ੍ਰੋਗਰਾਮ ਮੁੱਦਾ ਲੈ ਕੇ। ਜਿਵੇਂ ਮੈਂ ਤੁਹਾਡੇ ਨਾਲ ਜ਼ਿਕਰ ਸਾਂਝਾ ਕੀਤਾ ਸੀ ਕਿ ਵਿਦੇਸ਼ਾਂ ਦੇ ਵਿੱਚ ਭਾਈ ਸਾਹਿਬ ਸਤਪਾਲ ਸਿੰਘ ਜੀ ਖਾਲਸਾ ਜਿਹੜੇ ਕਿ ਅੰਬੈਸਡਰ ਆਫ ਸਿੱਖ ਧਰਮ, ਵਿਦੇਸ਼ਾਂ ਦੇ ਵਿੱਚ ਉਸ ਨੂੰ ਉਤਸ਼ਾਹਿਤ ਕਰਨ ਵਾਸਤੇ ਅੰਬੈਸਡਰ ਆਫ ਸਿੱਖ ਧਰਮ ਨੇ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੇਠ, ਉਹ ਮੇਰੇ ਨਾਲ ਇਸ ਵੇਲੇ ਲਾਈਨ ਦੇ ਉੱਤੇ ਨੇ, ਜਿਨ੍ਹਾਂ ਨੇ ਇੱਕ ਬਹੁਤ ਲੰਬੀ ਜਾਂਚ ਤੋਂ ਬਾਅਦ, ਜਿੱਥੇ ਸੰਤੋਖ ਸਿੰਘ ਵਿਦੇਸ਼ਾ ਤੇ ਉਹਨਾਂ ਦੇ ਸਾਥੀਆਂ ਨੂੰ ਸਮੇਂ-ਸਮੇਂ ਦੇ ਉੱਤੇ ਉਹਨਾਂ ਨੇ ਚਿੱਠੀਆਂ ਪਾ ਕੇ, ਟੈਲੀਫੋਨ ਕਰਕੇ ਮਿਲਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਹਨਾਂ ਨੇ ਮਿਲਣ ਤੋਂ ਵੀ ਇਨਕਾਰ ਕਰ ਦਿੱਤਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਉਹਨਾਂ ਦਾ ਵਰਸ਼ਨ ਲੈਣ ਵਾਸਤੇ, ਉਹਨਾਂ ਦਾ ਪੱਖ ਜਾਣਨ ਵਾਸਤੇ ਉਹਨਾਂ ਨੂੰ ਕਈ ਵਾਰੀ ਫੋਨ ਵੀ ਕੀਤਾ, ਮੈਸੇਜ ਵੀ ਛੱਡਿਆ, ਪਰ ਸਰਦਾਰ ਸੰਤੋਖ ਸਿੰਘ ਵਿਦੇਸ਼ਾ ਹੋਰਾਂ ਨੇ ਆਪਣਾ ਜਿਹੜਾ ਸੀ ਉਹ ਜਿਹੜਾ ਉਹਨਾਂ ਨਾਲ ਕੋਈ ਵੀ ਸੰਪਰਕ ਨਹੀਂ ਹੋ ਸਕਿਆ ਜਾਂ ਉਹਨਾਂ ਦਾ ਫੋਨ ਵਾਪਸ ਨਹੀਂ ਆਇਆ। ਉਹਨਾਂ ਦੇ ਬਾਹਰ ਗਏ ਹੋਣ ਦੀ ਪੁਸ਼ਟੀ ਗਈ ਹੈ ਕਿ ਆਊਟ ਆਫ ਸਟੇਟ ਗਏ ਹੋਏ ਨੇ। ਪਰ ਇਸ ਵੇਲੇ ਮੇਰੇ ਨਾਲ ਸਿੱਖ ਧਰਮ ਦੇ ਅੰਬੈਸਡਰ ਭਾਈ ਸਾਹਿਬ ਸਤਪਾਲ ਸਿੰਘ ਜੀ ਖਾਲਸਾ ਮੌਜੂਦ ਨੇ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਰਜ਼ਾਲ ਸਾਹਿਬ, ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਤੇ ਚਾਨਣਾ ਪਾਓ ਕਿ ਕਿਸ ਤਰ੍ਹਾਂ ਦੇ ਇਸ ਜਾਂਚ ਦੇ, ਕਿਉਂਕਿ ਇੱਕ ਆਪਣੇ ਆਪ ਦੇ ਵਿੱਚ ਵੱਖਰੇ ਕਿਸਮ ਦਾ ਵਿਦੇਸ਼ਾਂ ਦੇ ਵਿੱਚ ਕੇਸ ਸੀ, ਜਿੱਥੇ ਕਿਰਪਾਨ ਨੂੰ ਜਾਂ 5 ਕਕਾਰਾਂ ਨੂੰ ਸਿੱਖ ਧਰਮ ਤੋਂ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਗਈ। ਸੰਤੋਖ ਵਿਦੇਸ਼ਾ, ਜਿਨ੍ਹਾਂ ਦੀ ਤਸਵੀਰ ਵੀ ਦਿਖਾਈ ਹੈ ਅਦਾਲਤ ਦੇ ਵਿੱਚ, ਉਹਨਾਂ ਨੇ ਇਹ ਦੱਸਿਆ ਗਿਆ ਕਿ ਲੰਬੇ ਸਮੇਂ ਤੋਂ ਮੈਂ ਇੱਕ ਅੰਮ੍ਰਿਤਧਾਰੀ ਸਿੱਖ ਹੋਣ ਦੇ ਨਾਤੇ ਇਸ ਪ੍ਰੈਕਟਿਸ ਵਿੱਚੋਂ ਗੁਜ਼ਰਦਾ ਰਿਹਾ ਅਤੇ ਸਿੱਖ ਹੋਣ ਦੀ ਪਰਿਭਾਸ਼ਾ ਹੀ ਬਦਲ ਦੇਣ ਦੀ ਗੱਲ ਜਿਹੜੀ ਕਰਨੀ ਬੜੀ, ਮੈਂ ਸਮਝਾਂਗਾ, ਨਾਮਾਤਰ ਹੈ। ਉੱਥੇ ਦੀ ਸੰਗਤ ਵੀ ਕਾਫੀ ਲੰਬੇ ਸਮੇਂ ਤੋਂ ਸ਼ਰਾਬ ਚੱਲ ਰਹੀ ਹੈ। ਕੀ ਕਹਿਣਾ ਚਾਹੋਗੇ ਇਸ ਜਾਂਚ ਦੇ ਦੌਰਾਨ? ਤੁਹਾਨੂੰ ਜੋ ਵੀ ਤੁਹਾਡੇ ਅਨੁਭਵ ਨੇ ਉਹ ਸੰਗਤ ਨਾਲ ਕੀ ਕਹਿਣਾ ਚਾਹੋਗੇ? ਹਾਂਜੀ ਰਜ਼ਾਲ ਸਾਹਿਬ, ਇਹ ਤੇ ਦੇਖੋ ਜੀ, ਜਿਹੜਾ ਕਿਰਪਾਨ ਦਾ ਮਸਲਾ ਹੈ ਜੀ, ਇੱਕ ਬੜਾ ਹੀ ਦੁਖਦਾਇਕ ਗੱਲ ਹੈ ਕਿ ਇੱਕ ਗੁਰੂ ਘਰ ਦੇ ਵਿੱਚ ਕਿਰਪਾਨ ਪਾ ਕੇ ਤੁਸੀਂ ਜਾ ਨਹੀਂ ਸਕਦੇ ਜੀ। ਜੀ, ਇਹ ਕਿਰਪਾਨ ਦਾ ਜਿਹੜਾ ਮਸਲਾ ਬਹੁਤ ਹੀ ਗੰਭੀਰ ਮਸਲਾ ਹੈ ਜੀ। ਇਹ ਕਿਰਪਾਨ, ਜਿਵੇਂ ਸਾਰਿਆਂ ਨੂੰ ਪਤਾ ਹੀ ਹੈ, ਇੱਕ ਬਹੁਤ ਅਹਿਮ ਕਕਾਰ ਹੈ ਤੇ ਇਹਨੂੰ ਬੈਨ ਕਰਨਾ ਇਹ ਕਿਸੇ ਵੀ ਕਮੇਟੀ ਦੇ ਹੱਥ 'ਚ ਨਹੀਂ ਹੈ ਜੀ। ਇਹ ਬੜੀ ਹੀ ਦੁਖਦਾਇਕ ਗੱਲ ਹੈ। ਇਹ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦੀ ਦਿੱਤੀ ਹੋਈ ਦਾਤ ਇਹ ਕੋਈ ਹਥਿਆਰ ਨਹੀਂ ਹੈ, ਇਹ ਕੋਈ ਡੇਂਜਰਸ ਵੈਪਨ ਨਹੀਂ ਹੈ ਜਿਹੜਾ ਇਹਨਾਂ ਨੇ ਕਮੇਟੀ ਮੈਂਬਰਾਂ ਨੇ ਕੋਰਟਾਂ 'ਚ ਐਫੀਡੇਵਿਟ ਦੇ ਕੇ ਇਹਨੂੰ ਇੱਕ ਡੇਂਜਰਸ ਵੈਪਨ ਕਹਿਲਾ ਦਿੱਤਾ ਹੈ ਜੀ। ਇਹ ਤੇ ਸਾਡੇ ਗੁਰੂਆਂ ਦੀ ਦਿੱਤੀ ਹੋਈ ਨਿਸ਼ਾਨੀ ਹੈ, ਚਿੰਨ੍ਹ ਹੈ, ਤੇ ਇਹਨੂੰ ਕਿਸ ਤਰ੍ਹਾਂ ਬੈਨ ਕਰ ਸਕਦੇ ਨੇ? ਤੋ ਇਹ ਸਾਡਾ ਮਸਲਾ ਜਿਹੜਾ ਹੈ, ਇਹ ਸਾਰੇ ਹੀ ਸਿੱਖ ਜਗਤ ਨੂੰ ਜਾਗਰਤ ਹੋਣਾ ਪਏਗਾ ਇਹਦੇ ਬਾਰੇ। ਜੀ 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 ਜਿਵੇਂ ਸਿੰਘ ਸਾਹਿਬ, ਦਸਤਾਰ ਦੇ ਉੱਤੇ ਵੀ ਉਹਨਾਂ ਨੇ ਟਿੱਪਣੀ ਕੀਤੀ ਹੈ ਜੀ। ਉਹ ਇੱਕ ਕੰਘੇ ਦੇ ਵਿੱਚ, ਜੋ ਅਦਾਲਤ ਦੇ ਵਿੱਚ ਦਿੱਤਾ ਗਿਆ ਕਿ ਕੰਘੇ ਦੇ ਉੱਤੇ ਇੱਕ ਸਿੰਬਲ ਬਣਿਆ ਹੋਇਆ, ਉਹ ਹੀ ਆਪਣੀ ਪੱਗ ਦੇ ਵਿੱਚ ਰੱਖ ਲੈਣਾ ਚਾਹੀਦਾ। ਉਹਦੇ ਉੱਤੇ ਤੁਹਾਡੇ ਕੀ ਵਿਚਾਰ ਨੇ ਜੀ? ਇਹ ਵੀ ਜੀ ਬੜਾ ਗਲਤ ਇਹਨਾਂ ਨੇ ਐਫੀਡੇਵਿਟ ਦਿੱਤਾ ਹੈ। ਇਹ ਹੀ ਨਹੀਂ ਦਿੱਤਾ, ਇਹਨਾਂ ਨੇ ਇਹ ਵੀ ਕਿਹਾ ਜੀ ਜਿਹੜੇ ਸਿੱਖ, ਗੁਰਸਿੱਖ, ਅੰਮ੍ਰਿਤਧਾਰੀ ਸਿੱਖ ਜਿਹੜੇ ਕਿਰਪਾਨ, ਕੰਘਾ ਦੇ 5 ਕਕਾਰ ਜਿਹੜੇ ਰੱਖਣਾ ਚਾਹੁੰਦੇ ਨੇ, ਉਹ ਆਪਣੇ ਘਰ ਹੀ, ਪ੍ਰਕਾਸ਼ ਜਿੱਥੇ ਹੈ ਉਹਨਾਂ ਦਾ, ਉੱਥੇ ਘਰ 'ਚ ਹੀ, ਆਪਣੇ ਗੁਰਦੁਆਰੇ ਉੱਥੇ ਹੀ ਆਪਣਾ ਹੁਕਮ ਲੈ ਲਿਆ ਕਰਨ। ਉੱਥੇ ਉਹਨਾਂ ਨੂੰ ਗੁਰਦੁਆਰੇ ਆਉਣ ਦੀ ਲੋੜ ਨਹੀਂ। ਇਹ ਵੀ ਬੜੀ ਗਲਤ ਗੱਲ ਜਿਹੜੀ ਇਹਨਾਂ ਨੇ ਕਮੇਟੀ ਵਾਲਿਆਂ ਨੇ ਕਹੀ ਹੈ ਜੀ। ਉੱਤੇ ਸਾਰੀ ਸਿੱਖੀ ਨੂੰ ਇਹ ਧੱਕਾ ਲੱਗਦਾ ਹੈ, ਸਿੱਖੀ ਨਾਲ ਧੋਖਾ ਹੈ। ਇਹ ਜਿਹੜੀ ਸਿੱਖੀ ਨੂੰ ਢਾਣ ਦੀ ਗੱਲ ਕਰਦੇ ਨੇ, ਇਹ ਕੋਈ ਵੀ ਸਿੱਖ ਜਿਹੜਾ ਹੈ ਇਹਨੂੰ ਮਨਜ਼ੂਰ ਨਹੀਂ ਕਰ ਸਕਦਾ ਜੀ। ਜੀ 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 ਸਿੰਘ ਸਾਹਿਬ, ਤੁਹਾਡੇ ਹਿਸਾਬ ਦੇ ਨਾਲ ਇਸ ਜਾਂਚ ਦੇ ਕਾਫੀ ਲੰਬੀ ਚੱਲੀ ਆ, ਕਾਫੀ ਲੰਬਾ ਸਮਾਂ ਹੋ ਗਿਆ ਇਹ ਮਸਲਾ ਲਟਕਦਾ ਆ ਰਿਹਾ ਸੀ। ਵੱਖ-ਵੱਖ ਜਥੇਬੰਦੀਆਂ ਔਰ ਤੁਸੀਂ ਬਹੁਤ ਵੱਡੇ ਪੱਧਰ ਦੇ ਉੱਤੇ ਇਨੀਸ਼ੀਏਟਿਵ ਲਿਆ ਕਿ ਤੁਸੀਂ ਉੱਥੋਂ ਕੈਲੀਫੋਰਨੀਆ ਤੋਂ ਵੀ ਆਉਂਦੇ ਰਹੇ ਹੋ ਔਰ ਸਾਰਾ ਕੁਝ ਕਰਦੇ ਰਹੇ ਹੋ। ਇਹਦਾ ਇੰਨਾ ਲੰਬਾ ਜਾਣ ਦੇ ਕੀ ਕਾਰਨ ਸਨ? ਇਹ ਦੇਖੋ ਜੀ, ਕਮੇਟੀ ਜਿਹੜੀ ਮਈ 2011 ਚ ਅਕਾਲ ਤਖਤ ਸਾਹਿਬ ਨੇ ਅਪੁਆਇੰਟ ਕੀਤੀ ਜੀ, ਤੇ ਇਹ ਸਾਨੂੰ ਕਾਫੀ ਟਾਈਮ ਵੀ ਲੱਗਿਆ ਜਿਹੜੇ ਸਾਰੇ ਕੋਰਟ ਡਾਕੂਮੈਂਟ ਕਢਾਉਣ 'ਚ, ਕਿਉਂਕਿ ਅਸੀਂ ਸਾਰੇ ਜਿਹੜੇ ਮੇਰੇ ਸਾਥੀ ਨੇ ਕਮੇਟੀ ਮੈਂਬਰ, ਅਸੀਂ ਸਾਰੇ ਨਿਊਯਾਰਕ ਮਿਲੇ ਵੀ ਸੀ। ਉਦੋਂ ਉਸ ਮੀਟਿੰਗ 'ਚ ਅਸੀਂ ਇਹ ਡਿਸਕਸ ਕੀਤਾ ਸੀ ਵੀ ਪਹਿਲੇ ਦੀ ਪੂਰੀ ਜਾਂਚ ਕੀਤੀ ਜਾਏ ਕੀ ਐਫੀਡੇਵਿਟ ਨੇ, ਸਾਰੇ ਜਿਹੜੇ ਓਰੀਜਨਲ ਡਾਕੂਮੈਂਟ ਨੇ, ਉਹ ਫਿਰ ਅਸੀਂ ਇੱਥੇ ਵਕੀਲ ਕਰਕੇ ਉਹ ਸਾਰੇ ਡਾਕੂਮੈਂਟ ਇਕੱਠੇ ਕੀਤੇ। ਉਹਦੇ ਅੰਦਰ ਸਾਨੂੰ ਟਾਈਮ ਲੱਗਿਆ। ਉਹਦੇ ਬਾਅਦ ਪੂਰੀ ਦੀ ਜਾਂਚ ਪੜਤਾਲ ਕਰਨ ਤੋਂ ਬਾਅਦ ਜਿਹੜੇ ਬੋਰਡ ਆਫ ਟਰਸਟੀਜ਼ ਨੇ ਗੁਰਦੁਆਰਾ ਆਫ ਰੋਚੈਸਟਰ ਜੀ, ਉਹਨਾਂ ਨੂੰ ਅਸੀਂ ਕਾਫੀ ਵਾਰੀ ਸੰਦੇਸ਼ਾ ਵੀ ਭੇਜਿਆ, ਹੱਥ ਜੋੜ ਕੇ ਬੇਨਤੀ ਵੀ ਕੀਤੀ, ਉਹਨਾਂ ਨੂੰ ਈਮੇਲਾਂ ਵੀ ਭੇਜੀਆਂ, ਚਿੱਠੀਆਂ ਵੀ ਲਿਖੀਆਂ, ਟੈਲੀਫੋਨ ਵੀ ਕੀਤੇ, ਪਰ ਉਹ ਸਾਡੇ ਨਾਲ ਮਿਲਣ ਨੂੰ ਮਨਜ਼ੂਰ ਨਹੀਂ ਹੋਏ
ਜੀ ਜੀ ਇਸ 'ਚ ਵੀ ਕਾਫੀ ਸਮਾਂ ਨਿਕਲ ਗਿਆ। ਕਈ ਵਾਰ ਉਹਨਾਂ ਨੂੰ ਪਿਛਲੇ 1.5-2 ਸਾਲਾਂ 'ਚ ਕਈ ਵਾਰ ਉਹਨਾਂ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ। ਜੀ ਉਹਨਾਂ ਨੇ ਹਰ ਸਮੇਂ ਸਾਨੂੰ ਮਿਲਣ ਤੋਂ ਇਨਕਾਰ ਕੀਤਾ। ਜੀ 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 ਅੱਜ ਮੈਨੂੰ ਆਪ ਸਾਰਿਆਂ ਦੇ ਦਰਸ਼ਕਾਂ ਵਾਸਤੇ ਇੱਕ ਹੋਰ ਵੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਹੁਣੇ ਹੀ ਮੈਨੂੰ ਅੱਧੇ ਘੰਟੇ ਪਹਿਲੇ ਉਹਨਾਂ ਦੇ ਜਨਰਲ ਸਕੱਤਰ ਸਰਦਾਰ ਮੱਘਰ ਸਿੰਘ ਚੰਨਾ ਦੀ ਈਮੇਲ ਆਈ ਹੈ ਜੀ ਉਹ ਕਹਿੰਦੇ ਨੇ ਜੀ ਅਸੀਂ ਉਹਨਾਂ ਦੀ ਈਮੇਲ 'ਚ ਲਿਖਿਆ ਕਿ ਅਸੀਂ ਆਪਣਾ ਡਿਸੀਜਨ ਤੁਹਾਨੂੰ ਮਿਲਣ ਬਾਰੇ ਦੱਸਾਂਗੇ। ਅਸੀਂ ਆਪਣੀ ਬੋਰਡ ਆਫ ਟਰਸਟੀ ਦੀ ਮੀਟਿੰਗ ਕਰ ਰਹੇ ਹਾਂ। ਤੇ ਮੈਨੂੰ ਉਮੀਦ ਹੈ ਜੇ ਅਗਰ ਇਹ ਬੋਰਡ ਆਫ ਟਰਸਟੀ ਇਹ ਆਪਣਾ ਫੈਸਲਾ ਕਰਨ ਬਈ ਸਾਡੇ ਨਾਲ ਮਿਲ ਕੇ, ਸਾਡੀ ਕਮੇਟੀ ਇੱਕ ਨਿਊਟਰਲ ਕਮੇਟੀ ਹੈ। ਇਹ ਅਕਾਲ ਤਖਤ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਨੇ ਇੱਕ ਨਿਊਟਰਲ ਬਾਡੀ, ਨਿਊਟਰਲ ਕਮੇਟੀ ਬਣਾਈ ਹੈ। ਇਹ ਨਾ ਡਿਫੈਂਡੈਂਟ ਨਾ ਪਲੇਂਟਿਫ ਦੇ, ਅਸੀਂ ਇੱਕ ਨਿਊਟਰਲ ਬਾਡੀ ਹਾਂ। ਅਸੀਂ ਦੋਨੋਂ ਧੜਿਆਂ ਦੀ ਗੱਲ ਸੁਣ ਕੇ ਤਾਂ ਹੀ ਕੋਈ ਅਸੀਂ ਰਿਪੋਰਟ ਆਪਣੀ ਅਕਾਲ ਤਖਤ ਸਾਹਿਬ ਨੂੰ ਭੇਜਾਂਗੇ। ਸੋ ਮੈਨੂੰ ਉਮੀਦ ਹੈ ਹੁਣੇ ਦੀ ਈਮੇਲ ਮਿਲਣ ਤੋਂ ਬਾਅਦ ਭਾਈ ਸਾਹਿਬ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਕੋਈ ਤਕਰੀਬਨ 2 ਘੰਟੇ ਪਹਿਲਾਂ ਤੋਂ ਕਿ 3 ਘੰਟੇ ਪਹਿਲਾਂ ਤੋਂ ਮੈਂ ਸਾਹਿਬ ਮੱਘਰ ਸਿੰਘ ਚੰਨਾ ਹੋਣਾ ਦੀ ਗ੍ਰਹਿ ਵਿਖੇ ਵੀ ਆਫਿਸ ਤੋਂ ਫੋਨ ਕੀਤਾ ਕਿ ਅਸੀਂ ਵਰਸ਼ਨ ਲੈਣਾ ਚਾਹੁੰਦੇ ਹਾਂ। ਮੈਂ ਸਰਦਾਰ ਸੰਤੋਖ ਸਿੰਘ ਵਿਦੇਸ਼ਾ ਹੋਰਾਂ ਦੇ ਘਰੇ ਵੀ ਫੋਨ ਕੀਤਾ। ਉਹਨਾਂ ਨੇ ਕਿਹਾ ਜੀ ਉਹ ਬਾਹਰ ਗਏ ਹੋਏ ਨੇ। ਮੈਂ ਉਹਨਾਂ ਦੇ ਸੈੱਲ ਨੰਬਰ ਦੇ ਉੱਤੇ ਵੀ ਫੋਨ ਕੀਤਾ। ਜਦੋਂ ਇਸ ਹਕੀਕਤ ਨੂੰ ਜਗ ਜ਼ਾਹਰ ਹੁੰਦੀ ਵੇਖਿਆ ਤੇ ਫਿਰ ਲੱਗਿਆ ਕਿ ਤੁਹਾਨੂੰ ਉਹ ਅੱਧਾ ਘੰਟਾ ਪਹਿਲਾਂ ਤੁਹਾਨੂੰ ਉਹਨਾਂ ਨੇ ਈਮੇਲ ਭੇਜੀ ਹੋਏਗੀ ਜ਼ਰੂਰ, ਕਿਉਂਕਿ ਮੈਂ 3 ਘੰਟਿਆਂ ਤੋਂ ਲੱਗਾ ਹੋਇਆ ਕਿ ਤੁਸੀਂ ਵੀ ਆਪਣਾ ਪੱਖ ਜਿਹੜਾ ਉਹ ਪੇਸ਼ ਕਰੋ, ਕਿਉਂਕਿ ਅਸੀਂ ਬੜੇ ਨਿਰਪੱਖਤਾ ਦੇ ਨਾਲ ਇਸ ਅਦਾਰੇ ਦੇ ਵਿੱਚ ਮਤਲਬ ਨਿਭਦੇ ਆ ਔਰ ਇਹ ਲੋਕ ਪੱਖੀ ਹਕੀਕਤ ਹੈ। ਪਰ ਉਹਨਾਂ ਨੇ ਕੋਈ ਰਿਸਪੌਂਡ ਨਹੀਂ ਕੀਤਾ। ਪਰ ਮੈਂ ਸਮਝਦਾ ਸਾਨੂੰ ਰਿਸਪੌਂਡ ਕੀ ਕਰਨਾ, ਅਕਾਲ ਤਖਤ ਸਾਹਿਬ ਦੀ ਪ੍ਰਵਾਨਿਤ ਕਮੇਟੀ ਨੂੰ ਉਹਨਾਂ ਨੇ ਪਹਿਲਾਂ ਕਦੇ ਰਿਸਪੌਂਡ ਨਹੀਂ ਕੀਤਾ। ਪਰ ਮੈਂ ਇੱਕ ਗੱਲ ਤੁਹਾਡੇ ਕੋਲੋਂ ਜ਼ਰੂਰ ਪੁੱਛਣੀ ਚਾਹਾਂਗਾ ਕਿ ਜਿਹੜੀ ਪਰਿਭਾਸ਼ਾ ਉਹਨੇ ਖੁਦ ਨੀਅਤ ਕੀਤੀ ਹੈ ਕਿ ਮੈਂ ਇੰਨੇ ਲੰਬੇ ਸਮੇਂ ਤੋਂ ਇੱਕ ਅੰਮ੍ਰਿਤਧਾਰੀ ਸਿੱਖ ਹੋਣ ਦੇ ਨਾਤੇ ਪ੍ਰੈਕਟਿਸ ਕਰਦਾ ਰਿਹਾ ਤੇ ਲੋਕਾਂ ਨੇ ਸਰਦਾਰ ਵਿਦੇਸ਼ਾ ਹੋਰਾਂ ਦੀ ਫੋਟੋ ਜਿਹੜੀ ਹੈ ਉਹ ਦੇਖੀ ਹੈ, ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਹਾਂਜੀ, ਇਹ ਵਿਦੇਸ਼ਾ ਸਾਹਿਬ ਨੇ, ਇਹਨਾਂ ਨੇ ਵੀ ਇਹ ਗਲਤ ਐਫੀਡੇਵਿਟ, ਗਲਤ ਸਟੇਟਮੈਂਟ ਦਿੱਤੀ ਹਨ। ਉਹਨਾਂ ਨੇ ਕੋਰਟ ਦੇ ਅੰਦਰ ਜਿਹੜੇ ਅਮਰੀਕਨ ਜੱਜ ਨੇ ਉੱਥੇ ਐਫੀਡੇਵਿਟ ਦਿੱਤਾ ਹੈ ਕਿ ਮੈਂ ਬੜੇ ਲੰਬੇ ਅਰਸੇ ਤੋਂ ਅੰਮ੍ਰਿਤਧਾਰੀ ਸਿੱਖਾਂ ਤੇ ਇਸ ਗੁਰਦੁਆਰੇ ਦਾ ਸੇਵਾਦਾਰ ਹਾਂ। ਅੰਮ੍ਰਿਤਧਾਰੀ ਸਿੱਖ ਜਿਹੜੀ ਹੈ ਉਹਦੀ ਡੈਫੀਨੇਸ਼ਨ ਹੀ ਇਹਨੇ ਬਦਲ ਦਿੱਤੀ ਹੈ। ਇਹ ਜਿੱਥੇ ਅਸੀਂ ਸਾਰੇ ਕੋਈ ਵੀ ਕਿਰਪਾਨ ਦਾ, ਦਸਤਾਰ ਦਾ ਜਾਂ ਹੋਰ ਕਿਸੇ ਕੇਸ਼ ਦਾ ਕੋਈ ਵੀ ਸਾਡਾ ਸਿੱਖੀ ਮਸਲਾ ਆਉਂਦਾ ਹੈ ਤੇ ਜਿੰਨੇ ਵੀ ਸਿੱਖ ਸੰਸਥਾਵਾਂ ਨੇ, ਜਥੇਬੰਦੀਆਂ ਨੇ, ਉਹ ਹਰ ਜਗ੍ਹਾ ਜਾ ਕੇ ਉਹਨੂੰ ਕਾਊਂਟਰ ਕਰਦੀਆਂ, ਲੜਦੀਆਂ ਨੇ। ਇਹਨੇ ਜੱਜ ਜਿਹੜਾ ਹੈ ਅਮਰੀਕਨ ਜੱਜ ਹੈ, ਉਹਨੂੰ ਤੇ ਕੁਝ ਪਤਾ ਨਹੀਂ ਸਿੱਖੀ ਦੇ ਬਾਰੇ। ਜਿੱਥੇ ਅਸੀਂ ਸਾਰਾ ਜਿੱਥੇ ਪੂਰਾ ਸਾਡਾ ਐਫਰਟ ਲੱਗ ਜਾਂਦਾ ਵੀ ਸਿੱਖਾਂ ਦੇ ਬਾਰੇ, ਸਿੱਖੀ ਦੇ ਬਾਰੇ ਅਮਰੀਕਨਾਂ ਨੂੰ ਦੱਸਿਆ ਜਾਏ। ਸਾਰੇ ਜਿੱਥੇ ਵੀ ਸਿੱਖ ਵਸੇ ਨੇ, ਹਰ ਸ਼ਹਿਰ 'ਚ ਅਮਰੀਕਾ ਦੇ ਸਿੱਖ ਵਸੇ ਨੇ, ਜਿੱਥੇ ਸਾਡਾ ਇਹ ਪ੍ਰਯਤਨ ਹੁੰਦਾ ਕਿ ਬਈ ਸਿੱਖੀ ਦੇ ਬਾਰੇ ਅਸੀਂ ਦੱਸੀਏ, ਉੱਥੇ ਆਪਣੇ ਹੀ ਸਿੱਖ ਜਿਹੜੇ ਨੇ ਇੱਕ ਤੇ ਇਹ ਗਲਤ ਡਾਕੂਮੈਂਟ, ਝੂਠੇ ਡਾਕੂਮੈਂਟ ਦੇ ਕੇ ਆਪਣੇ ਆਪ ਨੂੰ ਅੰਮ੍ਰਿਤਧਾਰੀ ਕਹਿ ਕੇ ਤੇ ਕੋਰਟ ਨੂੰ ਇੱਕ ਗਲਤ ਸਾਰੀਆਂ ਸਟੇਟਮੈਂਟਾਂ ਦੇ ਕੇ ਉਹਨਾਂ ਕੋਲੋਂ ਇਹ ਜਿਹੜੇ ਸਾਰੇ ਬੈਨ ਤੇ ਉਹਨਾਂ ਕੋਲੋਂ ਇਹ ਸਾਰੇ ਫੈਸਲੇ ਕਰਾ ਰਹੇ ਨੇ। ਇਹ ਬਹੁਤ ਹੀ ਇੱਕ ਦੁੱਖ ਭਰੀ ਗੱਲ ਹੈ ਕਿ ਇੱਕ ਜਿਹੜਾ ਅੰਮ੍ਰਿਤਧਾਰੀ ਹੋਣ ਦੇ ਨਾਤੇ ਇੱਕ ਸਹਿਜਧਾਰੀ ਸਿੱਖ ਜਿਹੜਾ ਹੈ ਉਹ ਜਾ ਕੇ ਗਲਤ ਸਟੇਟਮੈਂਟਾਂ ਦੇ ਇਹ ਸਾਰੇ ਜਿੰਨੇ ਸਾਡੇ ਅੰਮ੍ਰਿਤਧਾਰੀ ਸਿੱਖ ਨੇ ਉਹਨਾਂ ਨਾਲ ਇਹ ਧੋਖਾ ਹੈ, ਉਹਨਾਂ ਨੂੰ ਇਹ ਢਾਣਾ ਚਾਹੁੰਦੇ ਨੇ। ਇਹ ਗਲਤ ਜਿਹੜਾ ਐਫੀਡੇਵਿਟ ਇਹਨਾਂ ਦਾ। ਔਰ ਜਿਹੜਾ ਮਤਲਬ ਇੱਕ ਸਪਸ਼ਟ ਰੂਪ ਦੇ ਵਿੱਚ ਲਿਖਿਆ ਜੀ 4 ਤੋਂ 6 ਇੰਚ ਤੋਂ ਲੰਬੀ ਰਹਿਤ ਵਾਲੀ ਕਿਰਪਾਨ ਪਹਿਨਦੇ ਹੋਣ ਜਾਂ ਹੋਰ ਹਥਿਆਰ ਪਹਿਨਦੇ ਹੋਣ, ਮਤਲਬ 4 ਇੰਚ ਦੀ ਕਿਰਪਾਨ ਨੂੰ ਇੱਕ ਹਥਿਆਰ ਦੇ ਨਾਲ ਤੁਲਨਾ ਕੀਤੀ ਵੀ ਜਾਂ ਉਹ 4 ਇੰਚ ਵਾਲੀ ਕਿਰਪਾਨ ਪਹਿਨਦੇ ਹੋਣ ਜਾਂ ਫਿਰ ਹੋਰ ਹਥਿਆਰ ਪਹਿਨਦੇ ਹੋਣ। ਇਹਦੇ ਉੱਤੇ ਕੀ ਪ੍ਰਤੀਕਿਰਿਆ? ਜੀ ਇਹਨਾਂ ਨੇ ਪਹਿਲੇ ਤੇ ਪੂਰੇ ਸਾਰੇ ਜਿੰਨੇ ਵੀ ਕੋਈ ਵੀ ਸਾਈਜ਼ ਦੀ ਕਿਰਪਾਨ ਹੋਏ ਸਾਰਿਆਂ ਤੇ ਇਹਨਾਂ ਨੇ ਬੈਨ ਲਾਗੂ ਕਰਵਾ ਦਿੱਤਾ ਸੀ ਜੀ। ਉਹਦੇ ਅੰਦਰ ਬਾਅਦ 'ਚ ਮੋਡੀਫਿਕੇਸ਼ਨ ਹੋਈ ਹੈ ਜਦੋਂ ਅਕਾਲ ਤਖਤ ਸਾਹਿਬ ਦੀ ਇਹ ਨੋਟਿਸ 'ਚ ਆਇਆ, ਸਾਡੀ ਸਾਰੀ ਸਿੱਖ ਜਥੇਬੰਦੀਆਂ ਦੀ ਨੋਟਿਸ 'ਚ ਆਇਆ। ਜਦ ਅਸੀਂ ਉਹਨਾਂ ਨਾਲ ਕਿਹਾ ਵੀ ਤੁਸੀਂ ਇਹ ਕਿਵੇਂ ਕਰ ਸਕਦੇ ਹੋ, ਇਹਨਾਂ ਨੇ ਫਿਰ ਜਾ ਕੇ 2011 'ਚ ਇਹਨਾਂ ਨੇ ਜੱਜ ਕੋਲੋਂ ਇਹਦੀ ਮੋਡੀਫਿਕੇਸ਼ਨ ਕਰਾ ਲਈ ਬਈ 4 ਔਰ 6 ਇੰਚ ਤੱਕ ਕਿਰਪਾਨ ਅਲਾਉਡ ਹੈ ਤੇ ਉਸ ਤੋਂ ਵੱਡੀ ਕਿਰਪਾਨ ਜਿਹੜੀ ਹੈ ਉਹ ਵੀ ਅਲਾਉਡ ਹੈ। ਪਰ ਉਹ ਇਹਨਾਂ ਦਾ ਕਮੇਟੀ ਫੈਸਲਾ ਕਰੇਗੀ ਬਈ ਉਹ ਅਲਾਉ ਕਰਨਗੇ ਕਿ ਨਹੀਂ, ਉਹ ਸਾਰੀ ਬੋਰਡ ਆਫ ਟਰਸਟੀ ਜਿਹੜੇ ਨੇ ਉਹ ਡਿਸਾਈਡ ਕਰਨਗੇ। ਸੋ ਇਹ ਮੇਰੇ ਖਿਆਲ ਨਾਲ ਇਹ ਜਿਹੜਾ ਇਹਨਾਂ ਨੇ ਐਫੀਡੇਵਿਟ ਜਿਹੜਾ ਦੇ ਕੇ ਇਹ ਚੇਂਜ ਦਾ ਵੀ ਕਰਵਾਇਆ, ਇਹ ਵੀ ਠੀਕ ਨਹੀਂ ਹੈ। ਸਾਡੀ ਜਿਹੜੀ ਮੰਗ ਹੈ ਕਿ ਇਹ ਸਾਰੇ ਐਫੀਡੇਵਿਟ ਆਪਣੇ ਵਿਡਰਾ ਕਰਨ
ਜਿਹੜਾ ਆਰਟੀਕਲ 9 ਹੈ, ਇੱਕ ਹੋਰ ਜਿਹੜੀ ਇਹਨਾਂ ਨੇ ਬੜੀ ਜੋ ਗਲਤ ਗੱਲ ਕੀਤੀ ਹੈ, ਅਸੀਂ ਉਹਦੀ ਇਨਵੈਸਟੀਗੇਸ਼ਨ ਕੀਤੀ ਹੈ। ਆਰਟੀਕਲ 9 ਜਿਹੜਾ ਹੈ ਇਹਨਾਂ ਨੇ ਪਰਸਨਲ ਪ੍ਰਾਪਰਟੀ ਬਣਾ ਲਈ ਹੈ ਗੁਰਦੁਆਰਾ ਸਾਹਿਬ। ਗੁਰਦੁਆਰਾ ਜਿਹੜਾ ਉਹ ਸੰਗਤ ਦੇ ਨਾਲ ਚੱਲਦਾ, ਇਹਨਾਂ ਦੇ ਬੋਰਡ ਆਫ ਟਰਸਟੀਆਂ ਨਾਲ ਨਹੀਂ ਚੱਲਣਾ ਜੀ। ਇਹ ਵੀ ਜਿਹੜੀ ਇਹ ਮੰਗ ਹੈ ਕਿ ਆਰਟੀਕਲ 9 ਨੂੰ ਉਹ ਚੇਂਜ ਕਰਕੇ ਆਰਟੀਕਲ 10 ਜਿਹੜਾ ਡੈਮੋਕ੍ਰੇਸੀ ਦਾ ਸੀ ਉਹ ਕੀਤਾ ਜਾਏ। ਤੇ ਦੂਜਾ ਇਹਨਾਂ ਨੇ ਤੀਜੀ ਜਿਹੜੀ ਗੱਲ ਕੀਤੀ ਹੈ, ਉਹ ਇਹਨਾਂ ਨੇ ਕਈ ਸੰਗਤ ਮੈਂਬਰ ਜਿਹੜੇ 30-35 ਸਾਲਾਂ ਤੋਂ ਗੁਰੂ ਘਰ ਆ ਰਹੇ ਨੇ ਉਹਨਾਂ ਦੇ ਵੀ ਬੈਨ ਲਾ ਦਿੱਤਾ ਹੈ, ਕਿਉਂਕਿ ਉਹ ਅੰਮ੍ਰਿਤਧਾਰੀ ਸਿੱਖ ਨੇ, ਕਿਰਪਾਨ ਪਾਉਂਦੇ ਨੇ, ਪੂਰੀ ਕਿਰਪਾਨ। ਉਹ ਕੋਈ ਚੰਦ ਮੈਂਬਰ ਨੇ, ਮੇਰਾ ਖਿਆਲ 4 ਜਾਂ 5 ਮੈਂਬਰ ਨੇ, ਤੇ ਉਹਨਾਂ ਦੇ ਸਾਰੇ ਪਰਿਵਾਰ, ਉਹਨਾਂ ਸਾਰਿਆਂ ਤੇ ਬੈਨ ਲਗਾ ਦਿੱਤਾ ਇਹਨਾਂ ਨੇ, ਬਈ ਉਹ ਗੁਰੂ ਘਰ ਮੱਥਾ ਟੇਕਣ ਨਹੀਂ ਆ ਸਕਦੇ ਜੀ। ਜਿਹੜੀਆਂ 3-4 ਗੱਲਾਂ ਨੇ ਇਹ ਮੇਰਾ ਖਿਆਲ ਬਹੁਤ ਹੀ ਜਿਹੜੀਆਂ ਸੀਰੀਅਸ ਮੈਟਰ ਹੈ, ਇਹਨੂੰ ਬਹੁਤ ਹੀ ਗੰਭੀਰ ਮੈਟਰ ਹੈ। ਇਹ ਪੂਰੇ ਵਿਸ਼ਵ 'ਚ ਸਾਨੂੰ, ਪੂਰੇ ਸਿੱਖੀ ਨੂੰ ਇਹ ਧੱਕਾ ਲੱਗੇਗਾ। ਤੇ ਇਹਦਾ ਜਿਹੜਾ ਅਕਾਲ ਤਖਤ ਸਾਹਿਬ ਨੇ ਫੈਸਲਾ ਲਿਆ ਹੈ ਉਹ ਬਿਲਕੁਲ ਠੀਕ ਫੈਸਲਾ ਲਿਆ ਹੈ। ਤੇ ਹੁਣ ਅਸੀਂ ਵੇਟ ਕਰਾਂਗੇ ਕਿ ਸਰਦਾਰ ਸੰਤੋਖ ਸਿੰਘ ਬਦੇਸ਼ਾ ਅੱਗੇ ਕੀ ਆਪਣਾ ਐਕਟ ਕਰਦੇ ਨੇ। ਭਾਈ ਸਾਹਿਬ ਜੀ, ਇੱਕ ਬੜਾ ਸੰਜੀਦਾ ਮੇਰਾ ਸਵਾਲ ਹੈ ਤੁਹਾਡੇ ਨਾਲ ਕਿ ਜਿਸ ਢੰਗ ਦੇ ਨਾਲ ਹਰ ਗੁਰੂ ਘਰ ਦੇ ਵਿੱਚ ਮਰਿਆਦਾ ਹੁੰਦੀ ਹੈ, ਔਰ ਜੋ ਜਿੱਥੇ ਤੱਕ ਪ੍ਰਤੱਖ ਰੂਪ ਦੇ ਵਿੱਚ ਮੈਨੂੰ ਜਾਣਨ ਦਾ ਮੌਕਾ ਮਿਲਿਆ, ਮੈਨੂੰ ਉੱਥੇ ਇਸ ਗੱਲ ਦੀ ਘੋਖ ਕਰਨ ਦਾ ਮੌਕਾ ਮਿਲਿਆ ਕਿ ਕੋਈ ਵੀ ਮਰਿਆਦਾ ਅਨੁਸਾਰ ਉੱਥੇ ਅਰਦਾਸ ਜਿਹੜੀ ਹੈ ਉਹ ਨਹੀਂ ਸੀ ਹੁੰਦੀ, ਕੋਈ ਵੀ ਮਰਿਆਦਾ ਅਨੁਸਾਰ ਹੁਕਮਨਾਮਾ ਨਹੀਂ ਲਿਆ ਜਾਂਦਾ ਸੀ, ਔਰ ਜਾ ਕੇ ਇੱਕ ਹਫ਼ਤੇ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਉੱਥੇ ਮਤਲਬ ਸਿੰਪਲ ਤੌਰ 'ਤੇ ਰੱਖ ਲਿਆ ਜਾਂਦਾ ਸੀ, ਔਰ ਜਿਹੜਾ ਵੀ ਕੋਈ ਬੰਦਾ ਜਿਹੜਾ ਸੀ ਉਹ ਗੈਰ ਅੰਮ੍ਰਿਤਧਾਰੀ ਵੀ ਉਹ ਵੀ ਅਰਦਾਸ ਕਰ ਦਿੰਦਾ ਸੀ, ਔਰ ਕੋਈ ਵੀ ਮਰਿਆਦਾ ਅਨੁਸਾਰ ਉੱਥੇ ਕਾਰਜ ਨਹੀਂ ਸੀ ਚੱਲਦਾ। ਇਸ ਦੇ ਉੱਤੇ ਵੀ ਕਮੇਟੀ ਨੇ ਕੋਈ ਘੋਖ ਕੀਤੀ ਹੈ? ਇਹ ਦੇਖੋ, ਪਹਿਲੇ ਸਾਨੂੰ ਇਹ ਇਨਫੋਰਮੇਸ਼ਨ ਆਈ ਸੀ ਜਾਂਚ, ਜਦੋਂ ਅਸੀਂ ਇਹਦੀ ਇਨਕੁਆਇਰੀ ਕੀਤੀ ਸੀ, ਇਹ ਵੀ ਸਾਨੂੰ ਆਈ ਸੀ। ਕਈ ਉੱਥੇ ਦੇ ਗੁਰੂ ਘਰ ਦੇ ਗ੍ਰੰਥੀਆਂ ਨੇ ਸਾਨੂੰ ਕਿਹਾ ਸੀ ਕਿ 1 ਜਾਂ 2 ਨੂੰ ਕੱਢ ਵੀ ਦਿੱਤਾ ਗਿਆ ਸੀ। ਉਹਨਾਂ ਨੇ ਸਾਡੇ ਨੋਟਿਸ 'ਚ ਲਿਆਏ ਸੀ ਬਈ ਉੱਥੇ ਪੂਰੀ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਅਰਦਾਸ, ਕੀਰਤਨ, ਗੁਰਬਾਣੀ ਵਿਚਾਰ, ਇਹਨਾਂ ਸਾਰਿਆਂ ਤੇ ਰੋਕ ਲੱਗੀ ਸੀ, ਉਹ ਠੀਕ ਨਹੀਂ ਹੁੰਦੇ ਸੀ। ਪਰ ਹੁਣ ਹਾਲ ਹੀ 'ਚ ਮੈਨੂੰ ਪਤਾ ਲੱਗਿਆ ਵੀ ਉੱਥੇ ਕੋਈ ਨਵੇਂ ਗ੍ਰੰਥੀ ਆਏ ਨੇ। ਅਸੀਂ ਸਾਡੇ ਕਮੇਟੀ ਵਾਲੇ ਤੇ ਗਏ ਨਹੀਂ, ਸਾਨੂੰ ਤੇ ਇਹਨਾਂ ਨੇ ਉੱਥੇ ਅਜੇ ਸੱਦਿਆ ਨਹੀਂ, ਪਰ ਅਸੀਂ ਉਹ ਵੀ ਆਪਣੇ ਕਮੇਟੀ ਮੈਂਬਰ ਸਾਰੇ ਜਾਣਾ ਚਾਹੁੰਦੇ ਹਾਂ ਤੇ ਉਹਦੀ ਵੀ ਸਾਰੀ ਇਨਕੁਆਇਰੀ ਕਰਨਾ ਚਾਹੁੰਦੇ ਹਾਂ ਵੀ ਇਹ ਪੂਰਾ ਗੁਰੂ ਘਰ ਜਿਹੜਾ ਹੈ ਪੂਰੀ ਰਹਿਤ ਮਰਿਆਦਾ ਦੇ ਅਨੁਸਾਰ ਚੱਲੇ ਤੇ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਹੈ ਉਹਦੀ ਵੀ ਸਰਪ੍ਰਸਤੀ ਥੱਲੇ ਚੱਲੇ। ਸੋ ਇਹਦੀ ਜਿਹੜੀ ਹੈ ਪਹਿਲੇ ਸੀ ਇਹ ਪ੍ਰੋਬਲਮ ਥੋੜੀ ਬਹੁਤ, ਪਰ ਹੁਣ ਜਿੱਥੋਂ ਤੱਕ ਮੈਨੂੰ ਪਤਾ ਲੱਗਿਆ ਵੀ ਉਹ ਨਵੇਂ ਗ੍ਰੰਥੀ ਆਏ ਨੇ ਤੇ ਹੁਣ ਉਹਨਾਂ ਨੇ ਸਾਰਾ ਉਹ ਸੁਧਾਰ ਕੀਤਾ ਹੈ ਜੀ। ਪਹਿਲਾਂ ਇਹ ਕੰਪਲੇਂਟ ਆਈ ਸੀ ਜੀ ਸਾਨੂੰ। ਔਰ ਜਿਹੜਾ ਇਹਨਾਂ ਨੇ ਦਸਤਾਰ ਦਿਵਸ ਜਿਹੜਾ ਉਹ ਦੁਨੀਆ ਭਰ ਦੇ ਵਿੱਚ ਮਨਾਇਆ ਜਾਂਦਾ, ਔਰ ਨੌਜਵਾਨ ਬੱਚੇ ਜਿਹੜੇ ਨੇ ਉਹ ਇਸ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਨੇ। ਖਾਸ ਤੌਰ ਦੇ ਉੱਤੇ ਵਿਦੇਸ਼ਾਂ ਦੇ ਵਿੱਚ ਤਾਂ ਇਸ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰਚਲਿਤ ਕੀਤਾ ਗਿਆ ਤਾਂ ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਉਸਾਰੂ ਸਿਹਤ ਜਿਹੜੀ ਆ ਉਹ ਅੱਗੇ ਵੱਧ ਸਕੇ। ਔਰ ਜਿਹੜਾ ਇਹਨਾਂ ਨੇ ਐਫੀਡੇਵਿਟ ਦਿੱਤਾ ਕਿ ਦਸਤਾਰ ਦਿਵਸ ਇੱਕ ਅਖੌਤੀ ਦਿਵਸ ਹੈ, ਮਤਲਬ ਅਖੌਤੀ ਦਿਹਾੜਾ ਹੈ, ਇਹਦੇ ਬਾਰੇ ਕੀ ਤੁਹਾਡਾ ਪ੍ਰਤੀਕਰਮ ਹੈ? ਹਾਂਜੀ, ਇਹ ਵੀ ਦੇਖੋ ਜੀ, ਇਹਨਾਂ ਨੇ ਬੜੀ ਡੈਮੇਜਿੰਗ ਸਟੇਟਮੈਂਟਾਂ ਦਿੱਤੀਆਂ ਨੇ। ਹੁਣ ਜਿੱਥੇ ਤੇ ਅਸੀਂ ਦਸਤਾਰ ਲੋਕਾਂ ਨੂੰ ਕਹਿੰਦੇ ਆ ਵੀ ਚਲੋ ਜੇ ਤੁਸੀਂ ਪੂਰੀ ਤਰ੍ਹਾਂ ਹਰ ਵਕਤ ਦਸਤਾਰ ਨਹੀਂ ਬੰਦੇ, ਆਪਣਾ ਐਤਵਾਰ ਜਾਂ ਜਦੋਂ ਵੀ ਗੁਰਦੁਆਰਾ ਦੀ ਜਿੱਥੇ ਗੁਰਦੁਆਰਾ ਦੇ ਕੋਈ ਸਮਾਗਮ ਹੁੰਦਾ, ਪ੍ਰੋਗਰਾਮ ਹੁੰਦਾ, ਉੱਥੇ ਤੇ ਬਣ ਕੇ ਆਓ। ਤੇ ਅਸੀਂ ਤੇ ਸਾਡਾ ਤੇ ਇਹ ਹਮੇਸ਼ਾ ਅਸੀਂ ਇਹੀ ਕਹਿੰਦੇ ਆ ਵੀ ਦਸਤਾਰ ਨੂੰ ਜਿੰਨੀ ਜ਼ਿਆਦਾ ਅਸੀਂ ਪ੍ਰਮੋਟ ਕਰ ਸਕੀਏ ਕਰੀਏ। ਤੇ ਉੱਥੇ ਖਾਲੀ ਇਹਨਾਂ ਨੇ ਵੀ ਐਫੀਡੇਵਿਟ 'ਚ ਕਹਿ ਦਿੱਤਾ ਜੀ ਦਸਤਾਰ ਇਜ਼ ਜਸਟ ਨਾਰਮਲ ਡੇ, ਦੇ ਮਤਲਬ ਕੋਈ ਇਹਦੀ ਕੋਈ ਅਹਿਮੀਅਤ ਨਹੀਂ ਹੈ। ਇਹ ਸਾਰੀਆਂ ਹੀ ਸਟੇਟਮੈਂਟਾਂ ਐਫੀਡੇਵਿਟ ਜਿਹੜੀ ਇਹਨਾਂ ਦੀ ਕਮੇਟੀ ਮੈਂਬਰ ਨੇ ਦਿੱਤੇ ਨੇ, ਇਹ ਸਾਰੇ ਇਹਨਾਂ ਨੇ ਬੜੇ ਝੂਠੇ ਤੇ ਬੜੇ ਗਲਤ ਤੇ ਸਿੱਖੀ ਦੇ ਖਿਲਾਫ, ਇਹ ਸਾਰਾ ਹੀ ਕੰਮ ਜਿਹੜਾ ਇਹਨਾਂ ਨੇ ਸਿੱਖੀ ਦੇ ਖਿਲਾਫ ਕੀਤਾ ਹੈ। ਤੇ ਇਹਦਾ ਸਾਰਾ ਜਿਹੜਾ ਇਹ ਹੁਣ ਸਾਡੇ ਅਕਾਲ ਤਖਤ ਸਾਹਿਬ ਦੀ ਕਮੇਟੀ ਜਿਹੜੀ ਹੈ, ਅਸੀਂ ਇਸੇ ਉਸ ਦੇ ਉੱਤੇ ਆ ਕਿ ਇਹ ਸਾਨੂੰ ਉੱਥੇ ਕਿਸੇ ਤਰ੍ਹਾਂ ਅਸੀਂ ਮੀਟਿੰਗ ਕਰੀਏ, ਜਾਈਏ, ਦੇਖੀਏ ਕੀ ਹੋ ਰਿਹਾ ਹੈ ਤੇ ਅੱਗੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਇਹਨਾਂ ਨੂੰ ਨੋਟਿਸ 'ਚ ਲਿਆਈਏ, ਉਹਨਾਂ ਨੂੰ ਵੀ ਇਹ ਕੀ ਕਰ ਰਹੇ ਨੇ ਉੱਥੇ। ਭਾਈ ਸਾਹਿਬ, ਮੇਰਾ ਆਖਰੀ ਇੱਕ ਸਵਾਲ ਹੈ ਜਿਸ ਨੂੰ ਮੇਰਾ ਖਿਆਲ ਹੈ ਕਿ ਉਸ ਦਾ ਤੁਸੀਂ
ਬਕਾਇਦਾ ਤੌਰ ਦੇ ਉੱਤੇ ਵਿਸ਼ਲੇਸ਼ਣ ਕਰਕੇ ਸਾਰੀ ਸਾਧ ਸੰਗਤ ਨੂੰ ਸਪਸ਼ਟ ਕਰੋਗੇ ਜ਼ਰੂਰ ਕਿ ਹੋ ਸਕਦਾ ਕਿ ਜੋ ਸੰਤੋਖ ਸਿੰਘ ਵਿਦੇਸ਼ਾ ਨੇ ਉਹ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋ ਜਾਂਦੇ ਨੇ ਔਰ ਜੋ ਬਣਦੀ ਤਨਖਾਹ ਹੈ ਪਿਛਲੇ ਗੁਨਾਹਾਂ ਦੀ ਲਵਾ ਕੇ ਆਰਟੀਕਲ 9 ਦੇ ਤਹਿਤ ਫਿਰ ਪੰਚਾਂ ਦਾ ਕਿਹਾ ਸਿਰ ਮੱਥੇ ਪਰਨਾਲਾ ਉੱਥੇ ਦਾ ਉੱਥੇ। ਜੇਕਰ ਇਸ ਤਰ੍ਹਾਂ ਦੀ ਨੌਬਤ ਆਉਂਦੀ ਹੈ ਤੇ ਕੀ ਅਕਾਲ ਤਖਤ ਸਾਹਿਬ ਇਸ ਦੇ ਉੱਤੇ ਕੋਈ ਐਕਸ਼ਨ ਲੈਂਦਾ ਜਾਂ ਇਹਨਾਂ ਦੇ ਉੱਤੇ ਕੋਈ ਨਾ ਕੋਈ ਲਿਮਿਟੇਸ਼ਨਸ ਜਿਹੜੀਆਂ ਨੇ ਉਹ ਸਾਧ ਸੰਗਤ ਦੇ ਸੁਪੁਰਦ ਕਰਨ ਦੀਆਂ ਗੁਰਦੁਆਰਾ ਜਿਹੜਾ ਉਹ ਲਾਉਂਦਾ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਇਹਦੇ ਹੁਣ ਦੇਖੋ ਜੀ, ਜਿਹੜੇ 5 ਸਿੱਖ ਸਾਹਿਬਾਨ ਨੇ, ਜਥੇਦਾਰ ਸਾਹਿਬ ਨੇ ਪੰਜਾਂ ਸੱਤਾਂ ਦੇ, ਇਹ ਤੇ ਉਹਨਾਂ ਦੀ ਮੀਟਿੰਗ 'ਚ ਜਿਹੜੀ ਹਰ ਮਹੀਨੇ ਇੱਕ ਵਾਰੀ ਹੁੰਦੀ ਮੀਟਿੰਗ, ਇਹ ਅਸੀਂ ਸਾਡਾ ਜਿਹੜਾ ਮੈਨੂੰ ਹੁਕਮ ਜੋ ਅਕਾਲ ਤਖਤ ਸਾਹਿਬ ਤੋਂ ਆਇਆ ਉਹ ਇਹ ਹੈ ਕਿ ਇਹਦੇ ਜਿੰਨੇ ਵੀ ਸਾਰੀ ਜਾਂਚ ਪੜਤਾਲ ਕੀਤੀ ਜਾਏ ਤੇ ਉਹਨਾਂ ਨੂੰ ਰਿਪੋਰਟ ਕਰੀਏ। ਅੱਗੋਂ ਜਿਹੜੀ ਅਕਾਲ ਤਖਤ ਸਾਹਿਬ ਤੇ 5 ਜਥੇਦਾਰ ਸਾਹਿਬ ਜੋ ਵੀ ਇਹਨਾਂ ਨੂੰ ਸਜ਼ਾ ਜਾਂ ਜੋ ਵੀ ਨਵੇਂ ਜਿਹੜੇ ਕੋਈ ਰੂਲਸ ਰੈਗੂਲੇਸ਼ਨ ਇਸ ਗੁਰੂ ਘਰ 'ਚ ਲਾਗੂ ਕਰਨਾ ਚਾਹੁੰਦੇ ਨੇ, ਉਹਦੀ ਫਿਰ ਜੋ ਵੀ ਸਾਨੂੰ ਅਕਾਲ ਤਖਤ ਸਾਹਿਬ ਵੀ ਅੱਗੇ ਉਹਨਾਂ ਦੀ ਇੰਸਟਰਕਸ਼ਨ ਦੇਣਗੇ। ਤੇ ਮੈਂ ਉਮੀਦ ਕਰਨਾ ਕਿ ਵਿਦੇਸ਼ਾ ਤੇ ਆਪਣੇ ਇਹਨਾਂ ਦੇ ਜਿਹੜੇ ਸਾਥੀ ਨੇ ਸਾਰੇ BOT ਵਾਲੇ, ਇਹ ਅਕਾਲ ਤਖਤ ਸਾਹਿਬ ਦੀ ਜਿਹੜੇ ਇਸ ਫੈਸਲੇ ਦੀ ਇਹ ਬੜਾ ਇੱਕ ਇੰਪੋਰਟੈਂਟ ਨੋਟ ਲੈਣ, ਬਈ ਇਹਨੂੰ ਤੁਸੀਂ ਆਪਣੀ ਪਰਸਨਲ ਜਿਹੜੀ ਹੈ ਜਾਇਦਾਦ ਨਹੀਂ ਸਮਝ ਸਕਦੇ। ਇਹ ਗੁਰਦੁਆਰਾ ਘਰ ਜਿਹੜਾ ਗੁਰੂ ਘਰ ਹੈ ਇਹ ਸਾਰੇ ਸਿੱਖ ਸੰਗਤ ਦਾ ਹੈ ਜੀ। ਇਹ ਕਿੰਨੇ ਸਾਲਾਂ ਤੋਂ, ਪਿਛਲੇ 35 ਸਾਲਾਂ ਤੋਂ ਚੱਲ ਰਿਹਾ ਉੱਥੇ, ਤੇ ਇਹਨੂੰ ਇਹ ਆਪਣੀ ਜਿਹੜੀ ਪਰਸਨਲ ਪ੍ਰਾਪਰਟੀ ਬਣਾ ਕੇ ਵੀ ਜਿਹੜਾ ਮਰਜ਼ੀ ਕਾਨੂੰਨ ਕਾਇਦਾ ਜੋ ਮਰਜ਼ੀ ਉੱਥੇ ਲਾਗੂ ਕਰ ਦੇਣ। ਤੋ ਇਹ ਹੀ ਸਾਡਾ ਜਿਹੜਾ ਸਾਡੀ ਕਮੇਟੀ ਦਾ ਹੀ ਜਿਹੜਾ ਮੇਨ ਮੁੱਦਾ ਹੈ ਕਿ ਇਹਨੂੰ ਅਸੀਂ ਅਕਾਲ ਤਖਤ ਸਾਹਿਬ ਦੀ ਨੋਟਿਸ 'ਚ ਲਿਆਈਏ ਤੇ ਅੱਗੇ ਅਕਾਲ ਤਖਤ ਸਾਹਿਬ ਜਿਵੇਂ ਠੀਕ ਸਮਝਣ ਸਾਨੂੰ ਉਹਨਾਂ ਦਾ ਫੈਸਲਾ ਮਨਜ਼ੂਰ ਹੈ। ਭਾਈ ਸਾਹਿਬ ਜੀ, ਮੈਂ ਤੁਹਾਡਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਮੇਰਾ ਮੈਂ ਸਮਝਾਂਗਾ ਕਿ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਤੁਹਾਡਾ ਧੰਨਵਾਦ ਕਿ ਤੁਸੀਂ ਇੰਨਾ ਵਕਤ ਕੱਢ ਕੇ ਸਭ ਤੋਂ ਪਹਿਲਾਂ ਇੱਕ ਰਿਪੋਰਟ ਤਿਆਰ ਕੀਤੀ, ਜਿਹੜੀ ਰਿਪੋਰਟ ਕਮੇਟੀ ਦੇ ਮਸ਼ਵਰੇ ਦੇ ਨਾਲ ਅਕਾਲ ਤਖਤ ਸਾਹਿਬ ਵਿਖੇ ਪੇਸ਼ ਕੀਤੀ ਔਰ ਇਸ ਗੱਲ ਦੇ ਰਿਜ਼ਲਟ ਜਿਹੜੇ ਨੇ ਉਹ ਭਾਵੇਂ ਦੇਰ ਆਏ ਦਰੁਸਤ ਆਏ ਨਿਕਲਣੇ ਸ਼ੁਰੂ ਹੋਏ। ਔਰ ਦੂਸਰਾ ਮੈਂ ਸਮਝਾਂਗਾ ਕਿ ਤੁਸੀਂ ਆਪਣੇ ਕੀਮਤੀ ਵਕਤ ਵਿੱਚੋਂ ਸਮਾਂ ਕੱਢ ਕੇ ਅੱਜ ਅਦਾਰਾ ਜਸ ਪੰਜਾਬੀ ਦੇ ਦਰਸ਼ਕਾਂ ਦੇ ਰੂਬਰੂ ਹੋ ਕੇ ਇੱਕ ਸਾਡਾ ਮਾਣ ਵਧਾਇਆ। ਸੋ ਮੈਂ ਭਾਈ ਸਾਹਿਬ ਸਤਪਾਲ ਸਿੰਘ ਜੀ ਖਾਲਸਾ ਜਿਹੜੇ ਅੰਬੈਸਡਰ ਆਫ ਸਿੱਖ ਧਰਮ ਨੇ, ਤੁਹਾਡਾ ਬਹੁਤ ਬਹੁਤ ਧੰਨਵਾਦ ਔਰ ਸ਼ੁਕਰੀਆ ਅਦਾ ਕਰਦਾ ਜੀ। ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ। ਆਪ ਦੇ ਸਾਰੇ ਦਰਸ਼ਕਾਂ ਦਾ ਧੰਨਵਾਦ ਕਿ ਉਹਨਾਂ ਨੇ ਸਾਰਾ ਜਿਹੜਾ ਮੁੱਦਾ ਸਾਡਾ ਆਪ ਜੀ ਦਾ ਸੁਣਿਆ, ਤੇ ਬਹੁਤ ਬਹੁਤ ਧੰਨਵਾਦ ਆਪ ਜੀ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ। ਦੋਸਤੋ, ਤੁਸੀਂ ਕਾਲ ਕਰ ਸਕਦੇ ਹੋ ਸਾਡੇ ਸਕਰੀਨ ਦੇ ਉੱਤੇ ਆ ਰਹੇ ਨੰਬਰਾਂ 7187865222 718 ਪੰਜਾਬ 2 ਦੇ ਉੱਤੇ ਅੱਜ ਦੇ ਇਸ ਵਿਸ਼ੇ ਦੇ ਉੱਤੇ ਔਰ ਅੱਜ ਦੇ ਸਮੇਂ ਦੇ ਵਿੱਚ ਵਾਪਰ ਰਹੀਆਂ ਇਹਨਾਂ ਕਲਯੁਗੀ ਘਟਨਾਵਾਂ ਵਾਲੇ ਰਵੱਈਏ ਦੇ ਉੱਤੇ ਕਿ ਗੁਰੂ ਘਰ ਦੀ ਸ਼ਰਧਾ, ਗੁਰੂ ਘਰ ਦੇ ਅੰਦਰ ਜੇ ਕੋਈ ਬੰਦਾ ਜਾਂਦਾ ਸਿਰ ਨਵਾ ਕੇ ਜਾਂਦਾ ਤੇ ਅੱਜ ਕਿਹੜੀਆਂ ਹਕੀਕਤਾਂ ਦੇ ਰੂਬਰੂ ਨੇ ਔਰ ਕਿੱਡੇ ਕਿੱਡੇ ਸਰਕਾਰੀ ਅਦਾਰਿਆਂ ਦੇ ਵਿੱਚ ਜਾਂ ਅਦਾਲਤਾਂ ਦੇ ਵਿੱਚ ਝੂਠੇ ਐਫੀਡੇਵਿਟ ਦੇ ਕੇ ਅੱਜ ਮੇਰੇ ਵਰਗਾ ਕੋਈ ਬੰਦਾ ਕਹਿ ਦੇ ਜੀ ਮੈਂ ਅੰਮ੍ਰਿਤਧਾਰੀ ਹਾਂ ਜੀ, ਮੈਂ ਆਹ ਗੱਲ ਹੈ ਜੀ, ਮੈਂ ਆਹ ਗੱਲ ਹੈ। ਐਜੂਕੇਸ਼ਨਲ ਲਿਆਕਤ ਜਿਹੜੀ ਹੈ ਉਸ ਨੂੰ ਤੁਸੀਂ ਸ਼ੋਅ ਕਰ ਸਕਦੇ ਹੋ, ਪਰ ਧਾਰਮਿਕ ਰਹੁ ਰੀਤਾਂ ਔਰ ਧਾਰਮਿਕ ਸੰਪਰਦਾਵਾਂ ਦੇ ਨਾਲ ਜਿਹੜਾ ਹੈ ਉਹ ਖਿਲਵਾੜ ਨਹੀਂ ਕਰ ਸਕਦੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਕੀ ਵਿਚਾਰ ਨੇ ਤੁਹਾਡੇ, ਬੜੇ ਸੰਜੀਦਗੀ ਦੇ ਨਾਲ ਅਸੀਂ ਕੋਸ਼ਿਸ਼ ਕੀਤੀ ਸੀ। ਸਾਧ ਸੰਤੋਖ ਸਿੰਘ ਵਿਦੇਸ਼ਾ ਵੀ ਆਪਣਾ ਵਰਸ਼ਨ ਦਿੰਦੇ, ਆਪਣਾ ਪੱਖ ਪੇਸ਼ ਕਰਦੇ, ਪਰ ਉਹਨਾਂ ਦੇ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਘਰੋਂ ਉਹਨਾਂ ਦੇ ਸੀ ਸੈੱਲ ਫੋਨ ਨੰਬਰ ਵੀ ਉਹਨਾਂ ਦਾ ਘਰਦਿਆਂ ਨੇ ਦਿੱਤਾ, ਪਰ ਸੈੱਲ ਫੋਨ ਨੰਬਰ ਵੀ ਉਹਨਾਂ ਨੇ ਨਹੀਂ ਚੱਕਿਆ ਔਰ ਮੇਰਾ ਖਿਆਲ ਕਿਤੇ ਆਊਟ ਆਫ ਸਟੇਟ ਕਹਿੰਦੇ ਗਏ ਹੋਏ ਨੇ। ਸੋ ਪਰ ਮੈਂ ਇਹ ਗੱਲ ਕਹਾਂਗਾ ਕਿ ਜਦੋਂ ਵੀ ਚਾਹਣ ਸਾਡੇ ਨਾਲ ਸੰਪਰਕ ਕਰਕੇ ਆਪਣਾ ਵਰਸ਼ਨ ਜਿਹੜਾ ਉਹ ਦੇ ਸਕਦੇ ਨੇ। ਪਰ ਅਕਾਲ ਤਖਤ ਸਾਹਿਬ ਦੇ ਹਰ ਫੈਸਲੇ ਦੇ ਅੱਗੇ ਸਮੁੱਚੀ ਸਿੱਖ ਕੌਮ ਦਾ ਸਿਰ ਜਿਹੜਾ ਉਹ ਝੁਕਦਾ। ਤੁਹਾਡੇ ਕੀ ਵਿਚਾਰ ਨੇ? ਕਾਲ ਕਰ ਸਕਦੇ ਹੋ 7187865222 718 ਪੰਜਾਬ 2 ਦੇ ਉੱਤੇ। ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਦੋਸਤੋ ਮੁੜ ਹਾਜ਼ਰ ਹੋਏ ਹਾਂ ਤੁਹਾਡੀ ਖਿਦਮਤ ਦੇ ਵਿੱਚ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਉੱਤੇ। ਤੁਹਾਡੇ ਵਿਚਾਰਾਂ ਨੂੰ ਜਾਣਨ ਵਾਸਤੇ ਕਾਲ ਕਰ ਸਕਦੇ ਹੋ। ਸਾਡੇ ਸਕਰੀਨ ਦੇ ਉੱਤੇ ਆ ਰਹੇ ਨੰਬਰ 7187865222 718 ਪੰਜਾਬ 2 ਦੇ ਉੱਤੇ। ਸੋ ਲੈਂਦੇ ਹਾਂ ਤੁਹਾਡੀਆਂ ਕਾਲਸ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ, ਕੌਣ ਬੋਲ ਰਹੇ ਜੀ ਭੈਣ ਜੀ? ਮੈਂ ਜਸਵੀਰ ਬੋਲਦੀ। ਹਾਂਜੀ ਜਸਵੀਰ ਕੌਰ ਭੈਣ ਜੀ, ਕੀ ਕਹਿਣਾ ਚਾਹੋਗੇ ਜੀ? ਅਸੀਂ ਇਹਨਾਂ ਦਾ ਰਿਆੜ ਸਾਹਿਬ ਨਾਲ ਗੱਲ ਕਰਨੀ। ਮੈਂ ਹਰਵਿੰਦਰ ਰਿਆੜ ਅਰਜ਼ ਕਰ ਰਿਹਾ ਭੈਣ ਮੇਰੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਬਹੁਤ ਸੋਹਣਾ ਮੁੱਦਾ ਆਉਂਦਾ, ਹਰ ਇੱਕ ਜਿਹੜਾ ਵੀ ਆਉਂਦਾ ਜੀ। ਜਿਹੜੀ ਏਦਾਂ ਗੱਲ ਸੁਣੀ, ਜਦੋਂ ਮਹਾਰਾਜ ਬਾਰੇ ਸੁਣੀ ਦੀ, ਬਹੁਤ ਮਨ ਨੂੰ ਦੁੱਖ ਹੁੰਦਾ ਜੀ। ਜੀ ਦੂਜੀ ਗੱਲ ਇਹ, ਜਿਹੜੇ ਵਿਦੇਸ਼ੀ ਆ ਨਾ ਜੀ, ਇਹਨਾਂ ਦਾ ਵਾਧਾ ਹੈ ਨਹੀਂਗਾ ਜੀ। ਇਹਨਾਂ ਗੱਲਾਂ ਤੋਂ ਹੀ ਹੈ ਨਹੀਂ, ਕਿਉਂ ਇਹ ਮਹਾਰਾਜ ਤੋਂ ਸਾਰੇ ਹੀ ਪਾਤੇ ਆ। ਮੈਂ ਨਾ 25 ਘਰ ਆ ਇੱਕ ਵਿਦੇਸ਼ੀਆਂ ਦੇ ਗੋਤ ਦੇ ਜੀ। ਬਾਅਦ ਵਿੱਚ 1-2 ਇਹ ਆ। ਕੋਈ ਮੈਂ ਅੱਜ ਤਾਈਂ ਮੈਂ 3 ਵਾਰੀ ਇੰਡੀਆ ਫਿਰੀ ਆਈ, ਮੈਂ ਕੋਈ ਨਹੀਂ ਅੰਬਰਧਾਰੀ ਇਹਨਾਂ ਵਿੱਚੋਂ ਦੇਖਿਆ, ਤੇ ਨਾ ਇਹਨਾਂ ਨੂੰ ਪਤਾ ਵੀ ਮਹਾਰਾਜ ਦੀ ਬਾਣੀ ਕੀ ਹੈ ਤੇ ਕੀ ਨਹੀਂ। ਜੀ ਜੀ। ਤੇ ਇਸੇ ਕਰਕੇ ਇਹਨਾਂ ਦਾ ਵਾਧਾ ਵੀ ਹੈ ਨਹੀਂਗਾ, ਮਹਾਰਾਜ ਵੀ ਇਹਨਾਂ ਤੇ ਕਰੋ ਪਿਆ। ਹਾਂ ਚਲੋ ਆਪਾਂ ਕਿਸੇ ਨੂੰ ਵਾਧਾ ਨਾ ਦਈਏ। ਸਾਡੇ ਇੱਥੇ ਹੋਰ ਵੀ ਬੜੇ ਅੱਛੇ ਵਿਦੇਸ਼ੀ ਨੇ, ਅੰਮ੍ਰਿਤਧਾਰੀ ਨੇ, ਗੁਰੂ ਨੂੰ ਮੰਨਣ ਵਾਲੇ ਹੈ ਨੇ। 5 ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਮੈਂ ਸਮਝਾਂਗਾ ਕਿ ਮਤਲਬ ਇੱਕ ਇਨਸਾਨੀਅਤ ਕਦਰਾਂ ਕੀਮਤਾਂ 'ਤੇ ਭੈਣ ਮੇਰੀ ਜਾਈਏ ਤਾਂ ਮੇਰਾ ਖਿਆਲ ਹੈ ਕਿ ਇਸ ਤਰ੍ਹਾਂ ਦੇ ਐਫੀਡੇਵਿਟ ਦੇਣੇ, ਜਦੋਂ ਤੁਸੀਂ ਇੱਕ ਧਰਮ ਨੂੰ ਢਾਹ ਲਾਉਣ ਵਾਲੀ ਗੱਲ ਹੈ, ਅਤੇ ਉਹ ਬੜੇ ਮਾੜੇ ਹੋ ਨਿਬੜਦੇ ਨੇ। ਕੋਈ ਚੰਗੀਆਂ ਗੱਲਾਂ ਜਿਹੜੀਆਂ ਨੇ ਉਹ ਨਹੀਂ ਹੁੰਦੀਆਂ ਇਹਨਾਂ ਮਸਲਿਆਂ ਦੇ ਸੰਦਰਭ ਦੇ ਵਿੱਚ। ਮੈਂ ਇਹਨਾਂ ਨੂੰ ਸਰਾਫ ਨਹੀਂ ਦੇਣਾ ਮੰਗਦੀ, ਪਰ ਮੇਰੇ ਮਨ ਨੂੰ ਦੁੱਖ ਬਹੁਤ ਹੋਇਆ। ਮੈਂ ਵੀ ਇਹਨਾਂ ਇਸੇ ਗੋਤ ਦੀ ਬੇਟੀ ਹਾਂ। ਓ ਮਾਈ ਗॉड, ਅੱਛਾ। ਹਾਂ ਵਾਹ ਜੀ ਵਾਹ। ਧੀਆਂ ਤੇ ਬੜਾ ਦੁੱਖ ਆਇਆ ਵੀ ਇਹਨਾਂ ਨੇ ਸਾਡਾ ਜਿਹੜਾ ਮਾਪਿਆਂ ਦਾ ਗੋਤ ਆ ਨਾ, ਇਹ ਬਦਨਾਮ ਹੋਇਆ ਆ। ਜੀ ਜੀ, ਥੈਂਕ ਯੂ ਭੈਣ ਮੇਰੀ। ਹੈਲੋ। ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਣ ਸਾਹਿਬ ਬੋਲ ਰਹੇ ਜੀ? ਬਲਵਿੰਦਰ ਸਿੰਘ ਅਰਜ਼ ਕਰ ਰਿਹਾ ਜੀ। ਸਰ ਬਲਵਿੰਦਰ ਸਿੰਘ ਜੀ, ਕੀ ਕਹਿਣਾ ਚਾਹੋਗੇ ਇਸ ਵਿਸ਼ੇ ਦੇ ਉੱਤੇ? ਦੀਦੀ ਬਹੁਤ ਦੁੱਖ ਹੁੰਦਾ। ਦੇਖੋ, ਮੈਂ ਤੁਹਾਨੂੰ ਪਿਛਲੀ ਵਾਰੀ ਵੀ ਦੱਸਿਆ ਸੀ ਜੀ ਕਿ ਮੈਂ ਕੋਰਟ ਦੇ ਵਿੱਚ ਜਾਣਾ ਸੀ ਤੇ ਜੱਜ ਸਾਹਿਬ ਨੂੰ ਰਿਕੁਐਸਟ ਕੀਤੀ ਕਿ ਮੈਂ ਸ੍ਰੀ ਸਾਹਿਬ ਤੋਂ ਬਿਨਾਂ ਅੰਦਰ ਨਹੀਂ ਕੋਰਟ 'ਚ ਆ ਸਕਦਾ, ਮੈਨੂੰ ਅਲਾਓ ਕੀਤਾ ਜਾਵੇ ਜੀ। ਤੇ ਜੱਜ ਨੇ ਮੈਨੂੰ ਕੋਆਪਰੇਟ ਕੀਤਾ। ਮਤਲਬ ਯੂ ਵਿਲ ਸਰਪ੍ਰਾਈਜ਼ ਕਿ ਇੱਥੇ ਲਾਸ ਐਂਜਲਸ ਵਿੱਚ ਵੈਨਿਟੀ ਕੋਰਟ ਵਿੱਚ ਹੀ ਅਲਾਓ ਮੀ ਟੂ ਬ੍ਰਿੰਗ ਦਾ ਸ੍ਰੀ ਸਾਹਿਬ। ਔਰ ਮਤਲਬ ਕਿ ਇਹ ਸਾਡਾ ਇੱਕ ਜਿਹੜੇ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਆ, ਆਈ ਥਿੰਕ ਦੇ ਅਖਵਾਉਂਦੇ ਆ ਹੈਗੇ ਨਹੀਂ, ਕਿਉਂਕਿ ਜਿਹੜਾ ਸਿੱਖ ਹੈ ਨਾ, ਉਹ ਅਸੀਂ 5 ਕਕਾਰਾਂ ਪਿੱਛੇ ਤਾਂ ਅਸੀਂ ਲੜੀ ਜਾਂਦੇ ਆ ਜੀ। ਸਾਡੇ ਫਰਾਂਸ ਵਿੱਚ ਦਸਤਾਰ ਦਾ ਮੁੱਦਾ ਹੈ। ਮਾਨ ਸਾਹਿਬ ਸ੍ਰੀ ਸਾਹਿਬ ਤੋਂ ਬਿਨਾਂ ਪਾਰਲੀਮੈਂਟ 'ਚ ਨਹੀਂ ਸੀ ਗਏ, ਵੀ ਸਾਡੀ ਇਹ ਮਤਲਬ ਵੀ ਗੈਰਤ ਦੀ ਨਿਸ਼ਾਨੀ ਹੈ। ਤੇ ਅਸੀਂ ਆਪਦੇ ਹੱਥ ਵੱਢ ਕੇ ਉਹਨੂੰ ਦੇ ਦਈਏ, ਨਹੀਂ ਜੀ ਸ੍ਰੀ ਸਾਹਿਬ ਤੇ ਨਥਿੰਗ, ਇਟਸ ਅ ਵੈਪਨ। ਇੱਥੇ ਜੱਜ ਨੇ ਇੱਕ ਫੈਸਲਾ ਦਿੱਤਾ ਸੀ। ਸਾਡਾ ਇੱਕ ਬੱਚਾ ਮੈਕਡੋਨਲਡ ਦੇ ਵਿੱਚ ਸ੍ਰੀ ਸਾਹਿਬ ਤੋਂ ਹੀ ਪਾਈ ਸੀ ਤੇ ਉਹਨੂੰ ਕਿਸੇ ਨੇ ਕਾਲ ਕਰ ਦਿੱਤੀ, ਔਰ ਇਵੈਂਚੁਅਲੀ ਜੱਜ ਨੂੰ ਇਹ ਫੈਸਲਾ ਦੇਣਾ ਪਿਆ ਕਿ ਇਟਸ ਨੋਟ ਅ ਵੈਪਨ, ਇਟਸ ਦ ਲਾਸਟ ਜਸਟਿਸ। ਇਹ ਆਖਰੀ ਹਥਿਆਰ ਹੈ, ਮਤਲਬ ਜਦੋਂ ਕੋਈ ਚੀਜ਼ ਨਾ ਬਚੇ, ਬਟ ਇਟਸ ਨੋਟ ਅ ਵੈਪਨ। ਕਿ ਜਿਵੇਂ ਹੁਣ ਤੁਸੀਂ ਵੈਪਨ ਇੱਕ ਹੁੰਦਾ ਵੀ ਜਦੋਂ ਮਰਜ਼ੀ ਜਿਹਨੂੰ ਮਰਜ਼ੀ ਚਲਾ ਦੇ, ਪਰ ਜਦੋਂ ਕੁਛ ਨਾ ਬਚੇ ਤੇ ਜਦੋਂ ਤੁਹਾਡੇ ਕੋਈ ਹੈ ਹੀ ਨਹੀਂ, ਮਤਲਬ ਕੋਈ ਤੁਹਾਡੇ ਕੋਲ ਨਹੀਂ ਬਚਿਆ, ਤੇ ਉਦੋਂ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ। ਉਹ ਵੀ ਇਸ ਕਰਕੇ ਕਿ ਆਪਦੀ ਆਉਣ ਵਾਸਤੇ, ਨਾ ਕਿ ਜਸਟ ਲਾਈਕ ਲੜਨ ਵਾਸਤੇ, ਇੱਕ ਅਣਖ ਵਾਸਤੇ ਤੁਸੀਂ ਮਤਲਬ ਕਿ ਤੁਹਾਡੀ ਬਹੁਤ ਹੀ ਕਿਸੇ ਮਿਹਰਬਾਨੀ ਤੁਹਾਡੀ, ਬਹੁਤ ਬਹੁਤ ਸ਼ੁਕਰੀਆ। ਹੈਲੋ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੌਣ ਸਾਹਿਬ ਬੋਲ ਰਹੇ ਜੀ? ਹਰਬੰਸ ਸਿੰਘ ਢਿੱਲੋਂ ਬੋਲਦਾ ਜੀ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ ਜੀ? ਬਸ ਠੀਕ ਹੈ, ਤੁਸੀਂ ਸੁਣਾਓ? ਬਸ ਠੀਕ ਠਾਕ। ਢਿੱਲੋਂ ਸਾਹਿਬ ਕੀ ਕਹਿਣਾ ਚਾਹੋਗੇ ਜੀ? ਅੱਛਾ, ਮੈਂ ਇਹ 7 ਮੈਂਬਰੀ ਕਮੇਟੀ ਦਾ ਮੈਂਬਰ ਹਾਂ ਜੀ ਜੀ। ਤੇ ਅਸੀਂ ਜਦੋਂ ਹੈ ਨਾ, ਸਭ ਤੋਂ ਪਹਿਲੋਂ ਇਹਨਾਂ ਨੂੰ ਮਤਲਬ ਵਿਦੇਸ਼ੀ ਉਹਨਾਂ ਨੂੰ ਕੰਟੈਕਟ ਕੀਤਾ ਜੀ। ਇਹ ਕਹਿੰਦੇ ਵੀ ਇਹਨਾਂ ਨੇ ਗੱਲਾਂ ਤਾਂ ਬਹੁਤ ਗਲਤ ਕੀਤੀਆਂ, ਜਿੰਨੇ ਵੀ ਐਫੀਡੇਵਿਟ ਦਿੱਤੇ ਆ, ਜੋ ਵੀ ਕੀਤਾ ਸਭ ਕੁਝ ਗਲਤ ਕੀਤਾ ਜੀ। ਪਰ ਇਸ ਕਮੇਟੀ ਬਣਨ ਤੋਂ ਪਹਿਲੋਂ ਅਸੀਂ ਉੱਥੇ ਗਏ ਸੀ ਇਹਨਾਂ ਦੇ ਕੋਲ ਜੀ। ਗੱਲ ਸੁਣਨ ਵਾਲੀ ਹੈ, ਟੈਲੀਫੋਨਾਂ ਕੱਟਿਓ। ਅਸੀਂ ਇਹਨਾਂ ਕੋਲ ਗਏ ਤੇ ਇਹ ਕਹਿੰਦੇ ਵੀ ਤੁਸੀਂ ਏਦਾਂ ਇਹਨਾਂ ਨੂੰ ਪੁੱਛਿਆ ਵੀ ਤੁਸੀਂ ਏਦਾਂ ਐਫੀਡੇਵਿਟ ਦਿੱਤਾ, ਤੁਸੀਂ ਬਹੁਤ ਗਲਤ ਕੰਮ ਕੀਤਾ, ਵੀ ਤੁਸੀਂ ਅੰਮ੍ਰਿਤਧਾਰੀ ਨੂੰ ਗੁਰਦੁਆਰੇ ਬੰਦ ਨਹੀਂ ਕਰ ਸਕਦੇ। ਜੀ ਜੀ। ਇਹਨਾਂ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਜਿਹੜਾ ਗ੍ਰੰਥੀ ਆ ਉਸ ਨੂੰ ਰੱਖੋ ਜ਼ਰੂਰ। ਜੀ। ਜੇ ਤੁਹਾਡੇ ਕੋਲ
ਮਤਲਬ ਪੈਸੇ ਗੁਰਦੁਆਰੇ ਹੈ ਨਹੀਂ ਤੇ ਤੁਸੀਂ ਜਿੰਨੇ ਬੰਦੇ ਇਸ ਗੁਰਦੁਆਰੇ ਦੇ ਵਿੱਚ ਆਉਨੇ ਆ $100 ਪਾਓ ਜਾਂ $50 ਪਾਓ ਤੇ ਇਹਨਾਂ ਨੂੰ ਪੇਰੋਲ ਤੇ ਰੱਖੋ ਗ੍ਰੰਥੀ ਜੀ। ਇਹਨਾਂ ਨੇ ਥੋੜੀ ਦੇਰ ਬਾਅਦ ਉਹ ਜਿਹੜਾ ਗ੍ਰੰਥੀ ਸੀ ਉਹ ਰੱਖ ਲਿਆ। ਉਸ ਤੋਂ ਬਾਅਦ ਸਾਡੀ ਮੀਟਿੰਗ ਹੋਈ ਸਿੱਖ ਕਲਚਰ ਸੁਸਾਇਟੀ ਗੁਰਦੁਆਰੇ ਵਿੱਚ। ਜੀ ਜੀ। ਮੈਂ ਤੇ ਆਪਣਾ ਵਿਰਕ ਤੇ ਇੱਕ ਆਪਣਾ ਲੌਂਗਾ ਲੈਣਾ ਕੀ ਉਹਨੂੰ ਕਹਿੰਦੇ ਆ ਜਿਹੜਾ ਮੈਨੂੰ ਉਹਦਾ ਨਾਮ ਭੁੱਲ ਗਿਆ, ਇੱਕ ਉਹ ਤੇ ਮਤਲਬ ਸਾਰੇ ਬੰਦੇ ਅਸੀਂ ਤਕਰੀਬਨ ਟੋਟਲ ਸਾਰੇ ਮੈਂਬਰ ਉੱਥੇ ਇਕੱਠੇ ਹੋਏ 7 ਦੇ 7। ਜੀ ਜੀ। ਉੱਥੇ ਗੱਲਬਾਤ ਚੱਲੀ ਤੇ ਬੜੀ ਵਾਰ ਇਹ ਗੱਲਬਾਤ ਚੱਲੀ ਤੇ ਮੈਂ ਇਹਨਾਂ ਨਾਲ ਕੰਟੈਕਟ ਕੀਤਾ। ਮੈਨੂੰ ਤੇ ਇਹਨਾਂ ਨੇ ਮਿੰਟ ਤੋਂ ਨਾ ਨਹੀਂ ਕੀਤੀ ਕਦੀ ਵੀ ਜੀ। ਮੈਨੂੰ ਕਹਿੰਦੇ ਵੀ ਜ਼ਰੂਰ ਜਦੋਂ ਵੀ ਤੁਸੀਂ ਆਉਣਾ ਆਓ ਜ਼ਰੂਰ। ਅਸੀਂ ਮੈਂ ਇੱਕ ਵਾਰ ਪਰਸਨਲ ਪਹਿਲੋਂ ਇਹਨਾਂ ਨੂੰ ਮਿਲ ਚੁੱਕਾ ਸੀ ਜੀ। ਉਸ ਤੋਂ ਬਾਅਦ ਮੈਂ ਮੇਰੇ ਖਿਆਲ 4 ਮਹੀਨੇ ਇੰਡੀਆ ਲਈ ਚਲੇ ਗਿਆ ਤੇ ਪਰ ਉਸ ਤੋਂ ਪਹਿਲੋਂ ਮੈਂ ਇਹਨਾਂ ਨੂੰ ਕਈ ਕੰਟੈਕਟ ਕੀਤੇ ਆਪਣੇ ਸਤਪਾਲ ਸਿੰਘ ਹੁਣਾਂ ਨੂੰ ਤੇ ਆਪਣੇ ਜਿਹੜੇ ਬਾਕੀ ਇੱਥੋਂ ਦੇ ਮੈਂਬਰ ਸੀ ਵੀ ਆਪਾਂ ਉਹਨਾਂ ਨੂੰ ਬਹਿ ਕੇ ਗੱਲਬਾਤ ਕਰੀਏ। ਉਹ ਕਹਿੰਦੇ ਵੀ ਸਾਨੂੰ ਟਾਈਮ ਦਿੰਦੇ। ਮੈਂ ਕਿਹਾ ਟਾਈਮ ਮੈਂ ਆਪੇ ਲੈ ਲਵਾਂਗਾ ਜੀ ਜੀ ਵੀ ਤੁਸੀਂ ਆਪਾਂ ਮਿਲਣ ਦੀ ਕੋਸ਼ਿਸ਼ ਕਰੀਏ ਇਹਨਾਂ ਨੂੰ। ਮੈਂ ਜਿਹੜੇ ਟਾਈਮ ਤੇ ਇੰਡੀਆ ਚਲੇ ਗਿਆ ਮੈਂ ਇਸ ਤੋਂ ਪਤਾ ਨਹੀਂ ਉਸ ਤੋਂ ਬਾਅਦ ਕੀ ਹੋਇਆ ਪਰ ਮੈਂ ਕਹਿੰਦਾ ਵੀ ਇਹਨਾਂ ਬੰਦਿਆਂ ਨੂੰ ਮਤਲਬ ਜਿੱਦਾਂ ਵੀ ਆ ਇਹਨਾਂ ਨੇ ਗਲਤੀਆਂ ਤਾਂ ਬਹੁਤ ਕੀਤੀਆਂ ਜੀ। ਇਹਦੇ ਵਿੱਚ ਕੋਈ ਦੂਜਾ ਕੁਐਸਚਨ ਨਹੀਂਗਾ ਵੀ ਜਿੰਨੇ ਇਹਨਾਂ ਐਫੀਡੇਵਿਟ ਦਿੱਤੇ ਟੋਟਲੀ ਗਲਤ ਦਿੱਤੇ ਹੋਏ ਆ ਜੀ 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 ਜੀ। ਔਰ ਉਹ ਇਸ ਗੱਲ ਨੂੰ ਮੰਨਦੇ ਵੀ ਆ। ਮੇਰੇ ਖਿਆਲ ਇਹ ਜਿਹੜਾ ਮਸਲਾ ਕਾਫੀ ਦੇਰ ਦਾ ਲੰਬਾ ਚੱਲ ਰਿਹਾ ਪਰ ਇਹਨੂੰ ਆਪਾਂ ਮਤਲਬ ਥੋੜਾ ਜਿਹਾ ਜੇ ਆਪਾਂ ਸਿੱਖਾਂ ਦੇ ਅੱਗੇ ਬੜੇ ਤਗੜੇ ਮਸਲੇ ਆ, ਇੱਕ ਮਸਲਾ ਨਹੀਂ ਬਹੁਤ ਜ਼ਿਆਦਾ ਮਸਲੇ ਆ ਸਿੱਖਾਂ ਦੇ ਜੀ ਜੀ। ਢਿੱਲੋਂ ਸਾਹਿਬ ਮੈਂ ਇਹ ਗੱਲ ਕਹਾਂਗਾ ਕਿ ਤੁਸੀਂ ਸਮਰਪਿਤ ਹੋ ਅਕਾਲ ਤਖਤ ਸਾਹਿਬ ਨੂੰ, ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਪਰ ਮੇਰਾ ਖਿਆਲ ਹੈ ਕਿ ਜੇਕਰ ਅਕਾਲ ਤਖਤ ਸਾਹਿਬ ਨੇ ਸਰਦਾਰ ਵਿਦੇਸ਼ੀ ਨੂੰ ਉੱਥੇ ਸੱਦ ਲਿਆ ਤੇ ਉੱਥੇ ਸੀਸ ਨਿਭਾ ਕੇ ਮਸਲੇ ਜਿਹੜੇ ਨੇ ਹੱਲ ਹੋ ਸਕਦੇ ਨੇ। ਕਾਗਜ਼ ਦੇ ਟੁਕੜੇ ਇੱਥੇ ਵਧਾਵੇ ਪਾਟ ਗਏ ਤੇ ਕਾਗਜ਼ ਦੇ ਟੁਕੜੇ ਕਿਉਂ ਨਹੀਂ ਪਾਟ ਸਕਦੇ? ਠੀਕ ਹੈ ਕਿ ਨਹੀਂ ਜੀ? ਸੋ ਇਹਨਾਂ ਵਾਸਤੇ ਇੱਕ ਮੌਕਾ, ਸੁਨਹਿਰੀ ਮੌਕਾ ਕਿ ਉੱਥੇ ਜਾ ਕੇ ਉਹ ਇਸ ਮਸਲੇ ਨੂੰ ਹੱਲ ਕਰਨ। ਤੁਹਾਡੇ ਵਰਗੇ ਸੰਜੀਦਾ ਬੰਦਿਆਂ ਦੀ ਜਿਹੜੀ ਹੈ ਉਹ ਸਲਾਹ ਲੈਣ ਕਿਉਂਕਿ ਇਸ ਗੱਲ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਤੁਸੀਂ ਹਮੇਸ਼ਾ ਇਦਾਂ ਦੇ ਮਸਲਿਆਂ ਨੂੰ ਹੱਲ ਕਰਨ ਵਾਸਤੇ ਅਹਿਮ ਭੂਮਿਕਾ ਨਿਭਾਈ ਹੈ। ਭਾਜੀ ਇੱਕ ਮਿੰਟ ਕੱਟਿਓ ਨਾ, ਮੈਂ ਤੁਹਾਡੀ ਇਸ ਗੱਲ ਦਾ ਜਵਾਬ ਦਿੰਦਾ। ਸ਼ਾਇਦ ਇਹ ਮਸਲਾ ਅਕਾਲ ਤਖਤ ਤੋਂ ਪਹਿਲਾਂ ਇੱਥੇ ਹੱਲ ਹੋ ਜਾਵੇ ਜੀ ਜੀ। ਜਿੱਦਾਂ ਆਪਣੇ ਇਹਨਾਂ ਦੱਸਿਆ ਵੀ ਇਹਨਾਂ ਨੂੰ ਈਮੇਲ ਗਈ ਆ ਜੀ। ਉਹ ਇਸ ਜਿਹੜੀ ਉਹਨਾਂ ਨੇ ਬਹੁਤ ਵੱਡੀ ਗਲਤੀ ਕੀਤੀ ਆ ਸਿੱਖ ਕੌਮ ਦੀ ਦਸਤਾਰ ਦੀ, ਸ੍ਰੀ ਸਾਹਿਬ ਦੀ ਜਾਂ ਹੋਰ ਕਈ ਗਲਤੀਆਂ ਨੇ ਕੀਤੀਆਂ ਜੀ ਜੀ। ਮੇਰੇ ਖਿਆਲ ਇੱਥੇ ਗਲਤੀਆਂ ਮੰਨ ਕੇ ਇਹਨਾਂ ਨੂੰ ਸ਼ਾਇਦ ਅਕਾਲ ਤਖਤ ਤੇ ਮਤਲਬ ਜਾਣ ਦੀ ਜ਼ਰੂਰਤ ਨਹੀਂ ਹੈ। ਅਕਾਲ ਤਖਤ ਨੂੰ ਆਪਣਾ ਜੋ ਵੀ ਗਲਤੀਨਾਮਾ ਇੱਥੇ 7 ਮੈਂਬਰ ਕਮੇਟੀ ਨੂੰ ਦੇ ਦੇਣਗੇ ਤੇ ਉੱਥੇ ਭੇਜ ਵੀ ਦਿੱਤਾ ਜਾਊਗਾ। ਬਾਕੀ ਆਖਰੀ ਤੇ ਤੁਹਾਨੂੰ ਪਤਾ ਹੀ ਆ ਸਿੱਖ ਕਲਚਰ ਸੁਸਾਇਟੀ ਜਾਂ ਬਾਕੀ ਜਿੰਨੇ ਵੀ ਗੁਰਦੁਆਰੇ ਹੈਗੇ ਅਕਾਲ ਤਖਤ ਦਾ ਆਰਡਰ ਮੰਨਦੇ। ਜੋ ਵੀ ਅਕਾਲ ਤਖਤ ਤੋਂ ਹੁਕਮਨਾਮਾ ਆਉਂਦਾ ਉਹ ਮੰਨਣਾ ਪੈਂਦਾ, ਸਾਨੂੰ ਹਰ ਹਾਲਤ ਮੰਨਣਾ ਪੈਣਾ ਔਰ ਇਹਨਾਂ ਨੂੰ ਵੀ ਮੰਨਣਾ ਪੈਣਾ। ਇਹਨਾਂ ਨੂੰ ਉੱਥੇ ਜਾਣਾ ਪੈਣਾ। ਜੇ ਇਹਨਾਂ ਨੇ ਇੱਥੇ ਕੋਈ ਫੈਸਲਾ ਨਾ ਕੀਤਾ ਹੈ ਨਾ ਇਹਨਾਂ ਨੂੰ ਹਰ ਹਾਲਤ ਉੱਥੇ ਜਾਣਾ ਪੈਣਾ। ਮਿਹਰਬਾਨੀ ਢਿੱਲੋਂ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਜੀ? ਬਸ ਕਿਰਪਾ ਹੋ ਰਹੀ। ਕੌਣ ਸਾਹਿਬ ਬੋਲ ਰਹੇ ਜੀ? ਮੈਂ ਭੁਪਿੰਦਰ ਬੋਲ ਰਿਹਾ ਜੀ। ਮੈਂ ਇਹ ਪੁੱਛਦਾ ਜੇ ਤੁਸੀਂ ਲੈ ਕੇ ਆਏ ਸੀ ਗੈਸਟ ਆਪਣੇ ਸਰਦਾਰ ਸਤਨਾਮ ਸਿੰਘ ਹੁਣੀ ਖਾਲਸਾ ਜੀ, ਉਹਨਾਂ ਦਾ ਕੋਈ ਸੰਪਰਕ ਮਿਲ ਸਕਦਾ? ਹਾਂਜੀ ਸਰਦਾਰ ਸਤਨਾਮ ਸਿੰਘ ਖਾਲਸਾ, ਉਹਨਾਂ ਦਾ ਕੋਈ ਟੈਲੀਫੋਨ ਮਿਲ ਸਕਦਾ ਉਹਨਾਂ ਦਾ? ਨਹੀਂ ਮੈਂ ਨਹੀਂ ਦੇ ਸਕਦਾ, ਕਿਸੇ ਦਾ ਵੀ ਨਿੱਜੀ ਨੰਬਰ ਨਹੀਂ ਦੇ ਸਕਦਾ। ਵਿਸ਼ੇ ਦੇ ਉੱਤੇ ਕੋਈ ਤੁਸੀਂ ਵਿਚਾਰ ਦੇਣੇ ਨੇ? ਵਿਸ਼ੇ ਦੇ ਵਿਚਾਰ ਹੋ ਸੀ, ਕੋਈ ਕੰਸਰਨ ਸੀਗਾ ਪਰ ਉਹਨਾਂ ਨਾਲ ਗੱਲ ਕਰਨੀ ਚਾਹੁੰਦੇ ਸੀ। ਮਿਹਰਬਾਨੀ ਤੁਹਾਡੀ, ਬਹੁਤ ਬਹੁਤ ਸ਼ੁਕਰੀਆ। ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਕੌਣ ਸਾਹਿਬ ਬੋਲ ਰਹੇ ਜੀ? ਮੈਂ ਵਿਕਰਮਜੀਤ ਸਿੰਘ ਬੋਲ ਰਿਹਾ ਜੀ, ਕੈਨੇਡਾ ਤੋਂ। ਹਾਂਜੀ ਵਿਕਰਮਜੀਤ ਜੀ, ਕੀ ਕਹਿਣਾ ਚਾਹੋਗੇ ਜੀ? ਮੈਂ ਇੱਥੇ ਪ੍ਰੋਗਰਾਮ 'ਤੇ ਬੋਲਣਾ ਚਾਹੁੰਦਾ ਸੀ ਜੀ ਇਹ ਮੁੱਦੇ ਤੇ। ਬੋਲੋ ਜੀ, ਹੁਕਮ ਕਰੋ। ਨਹੀਂ ਹੁਕਮ ਮੈਂ ਕਹਿਣਾ ਚਾਹੁੰਦਾ ਜੀ ਆ ਹੁਣ ਕੀ ਜਾ ਆਪਾਂ ਬਾਹਰਲੇ ਸਿੱਖ ਆਪਾਂ ਪੰਜਾਬ ਦੇ ਸਿੱਖ ਬਾਦਲ ਨੇ ਖਰੀਦ ਲਿਆ ਵਾ, ਉੱਥੇ ਸਿੱਖੀ ਬਹੁਤ ਘਟਣ ਦੀ ਵਧਣ ਦੀ। ਬਾਦਲ ਵਾਲੇ ਘੋੜੇ ਨੂੰ ਨੱਥ ਨਾ ਪਾ ਲਿਆ ਕਰੋ। ਮਸਲਾ ਤੇ ਇੱਥੇ ਦੇ ਗੁਰੂ ਘਰ ਦਾ, ਉਸ ਮਸਲੇ ਨੂੰ ਤੁਸੀਂ ਡਿਸਕਸ ਕਰੋ ਨਾ ਕਿ ਮਤਲਬ ਉਸੇ ਮਸਲੇ ਤੇ ਆਉਣ ਲੱਗਾ ਵੀ ਬਾਹਰਲੇ ਸਿੱਖਾਂ ਨੂੰ ਯੂਨਾਈਟਿਡ ਹੋਣਾ ਪੈਣਾ। ਬਾਹਰ ਆਪਣੇ ਸਿੱਖ ਹੀ ਐਵੇਂ ਦੇ ਕੰਮ ਕਰੀ ਜਾਂਦੇ। ਦਸਤਾਰ ਤੇ ਗੱਲ ਆ ਗਈ ਆ ਤੇ ਕਿਰਪਾਨ ਸਾਹਿਬ ਸ੍ਰੀ ਸਾਹਿਬ ਤੇ ਗੱਲ ਆ ਗਈ ਆ। ਆਪਾਂ ਬਾਹਰਲੇ ਸਿੱਖਾਂ ਨੇ ਯੂਨਾਈਟਿਡ ਹੋਏ, ਆਪਾਂ ਸਿੱਖੀ ਨੂੰ ਪਿੱਛੇ ਲੈ ਜਾਂਦੇ, ਬਾਕੀ ਲੋਕਾਂ ਨੇ ਲਿਜਾਣਾ ਵਾ ਤੇ ਯੂਨਾਈਟਿਡ ਹੋ ਕੇ ਆਪਾਂ ਸੇ ਕੁਛ ਕਰੀਏ। ਪੰਜਾਬ ਨੂੰ ਬਚਾਉਣਾ, ਆਪਾਂ ਬਾਹਰ ਆਪਾਂ ਆਪ ਨਹੀਂ ਬਚਾਉਂਦੇ, ਪੰਜਾਬ ਨੂੰ ਕੀ ਬਚਾਵਾਂਗੇ ਆਪਾਂ। ਬਹੁਤ ਅੱਛੇ ਵਿਚਾਰ ਨੇ ਤੁਹਾਡੇ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਦੋਸਤੋ ਪ੍ਰੋਗਰਾਮ ਇਸੇ ਰਫਤਾਰ ਦੇ ਵਿੱਚ ਰਹੇਗਾ ਜਾਰੀ। ਤੁਸੀਂ ਕਰ ਸਕਦੇ ਹੋ ਕਾਲ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਸਾਡੇ ਸਕਰੀਨ ਦੇ ਉੱਤੇ ਆ ਰਹੇ ਨੰਬਰਾਂ 7187865222 718 ਪੰਜਾਬ 2 ਦੇ ਉੱਤੇ। ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਦੋਸਤੋ ਮੁੜ ਹਾਜ਼ਰ ਹੋਏ ਹਾਂ ਤੁਹਾਡੀ ਖਿਦਮਤ ਦੇ ਵਿੱਚ ਪ੍ਰੋਗਰਾਮ ਮੁੱਦਾ ਲੈ ਕੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਣੇ ਵਿਚਾਰਾਂ ਨੂੰ ਦਰਜ ਕਰਾਉਣ ਵਾਸਤੇ, ਵਿਚਾਰਾਂ ਨੂੰ ਇੰਦਰਾਜ ਕਰਾਉਣ ਵਾਸਤੇ ਤੁਸੀਂ ਕਾਲ ਕਰ ਸਕਦੇ ਹੋ 7187865222 718 ਪੰਜਾਬ 2 ਦੇ ਉੱਤੇ। ਹੈਲੋ, ਸਤਿ ਸ਼੍ਰੀ ਅਕਾਲ ਜੀ ਰਿਆੜ ਸਾਹਿਬ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਕੀ ਹਾਲ ਜੀ ਰਿਆੜ ਸਾਹਿਬ? ਮੁੱਦੇ ਤੁਹਾਡੇ ਬੜੇ ਸੰਵੇਦਨਸ਼ੀਲ ਹੁੰਦੇ ਆ, ਕੀ ਕਰੀਏ, ਦਿਲ ਨੂੰ ਟੁੰਬਦੇ ਆ। ਜੀ ਜੀ, ਤੁਹਾਡੀਆਂ ਦੁਆਵਾਂ ਨੇ, ਨਵਾਜ਼ਿਸ਼ ਹੈ ਤੁਹਾਡੀਆਂ ਭੈਣ ਭਰਾਵਾਂ ਦੀ ਕਿ ਅਸੀਂ ਅੱਛੇ ਵਿਸ਼ੇ ਲੈ ਕੇ ਆਉਂਦੇ ਹਾਂ। ਬੜੀ ਵੱਡੀ ਮਤਲਬ ਤੁਹਾਡੀ ਰਿਆੜ ਸਾਹਿਬ। ਬੇਨਤੀ ਮੇਰੀ ਇਹ ਆ ਵੀ ਇਹ ਨਾ ਅਸਲ ਵਿੱਚ 1920 ਵਾਲੇ ਮੋਰਚੇ ਲੱਗੇ ਸੀ ਨਾ ਗੁਰਦੁਆਰਿਆਂ ਦੇ, ਉਸ ਤੋਂ ਬਾਅਦ ਅੰਗਰੇਜ਼ ਨੇ ਜਿਹੜੀਆਂ ਏਜੰਸੀਆਂ ਪੈਦਾ ਕੀਤੀਆਂ ਸੀ ਨਾ ਜੀ, ਵੀ ਸਿੱਖਾਂ ਨੂੰ ਇਕੱਠਿਆਂ ਨਹੀਂ ਰਹਿਣ ਦੇਣਾ, ਇਹਨਾਂ ਨੂੰ ਖੱਲਲ ਪਾਉਣਾ। ਡੇਰੇ ਜਿੰਨੇ ਬਣੇ ਸੀਗੇ ਉਹ ਆਪਣਾ ਸਰਸਾ ਤੇ ਦਰਾ ਸਵਾਮੀ ਸਾਰੇ ਜਿੰਨੇ ਨਿਰੰਕਾਰੀ ਇਹ ਸਾਰੀ ਉਹਨੂੰ ਦੇਣ ਸੀਗੀ ਜੀ। ਲੇਕਿਨ ਹੁਣ ਤੇ ਹਾਲਾਤ ਇਹੋ ਜਿਹੇ ਹੋ ਗਏ ਆ ਰਿਆੜ ਸਾਹਿਬ, ਹੈਰਾਨੀ ਹੁੰਦੀ ਵੇਖ ਕੇ ਕਿਹੋ ਜਿਹੇ ਜਿਹੜੇ ਸਿੱਖ ਅਕਾਲੀ ਦਲ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਖਿਲਾਫ ਲੜਦੀ ਰਹੀ ਆ, ਅੱਜ ਉਹਦੇ ਵਿੱਚ ਇਹਨਾਂ ਭਗਵਾਪਨ ਆ ਗਿਆ ਹੈਗਾ ਵੀ ਸਾਡੇ ਘਰ ਘਰ 'ਚ ਇਹੋ ਕੁਛ ਹੋ ਰਿਹਾ ਹੈਗਾ ਜਿੱਥੇ ਬੇਅਦਬੀ ਕੀਤੀ ਜਾ ਰਹੀ ਹੈ ਗੁਰੂ ਗ੍ਰੰਥ ਸਾਹਿਬ ਦੀ, ਸਿੱਖੀ ਦੀ, ਉਹ ਕੁਛ ਕੀਤਾ ਜਾ ਰਿਹਾ ਹੈਗਾ ਜੀ। ਜਿਹੜਾ ਬੰਦਾ ਸਿੱਖ ਸੁਣ ਕੇ ਉਹਦਾ ਹਿਰਦਾ ਵਲੂਧਿਆ ਜਾਂਦਾ ਹੈਗਾ। ਹੈਰਾਨੀ ਹੁੰਦੀ ਆ ਵੀ ਕਿਉਂ ਨਹੀਂ ਇਹ ਲੋਕ, ਕਿੱਥੇ ਜਾਵਾਂਗੇ ਆਪਾਂ, ਸਿੱਖੀ ਨੂੰ ਕਿੱਦਾਂ ਬਚਾਵਾਂਗੇ ਜਿੰਨੇ ਹਮਲੇ ਸਿੱਖੀ ਤੇ ਹੋ ਰਹੇ ਹੈਗੇ ਆ। ਰਾਈਟ। ਬੜਾ ਔਖਾ ਜਾਪਦਾ ਮੈਨੂੰ, ਜਾਪਦਾ ਹੈ ਪਤਾ ਨਹੀਂ ਕਿਤੇ ਕੀ ਬਣੇਗਾ ਕੀ ਨਹੀਂ ਬਣੇਗਾ। ਬੜੀ ਦੁਖਦਾਈ ਗੱਲ ਹੈਗੀ ਜਿਹੜੀ ਇੱਥੇ ਇੱਕ ਸਿੱਖ ਕਹਿੰਦਾ ਮੈਂ ਅੰਮ੍ਰਿਤਧਾਰੀ ਵੀ ਆ ਤੇ ਫਲਾਣ ਲੋਕਾਂ ਨੂੰ ਕਹਿੰਦਾ ਕਿ ਆਪਣੇ ਘਰੇ ਬਹਿ ਕੇ ਤੁਸੀਂ ਪਾਠ ਕਰ ਲਓ। ਇਹ ਕਿੱਡੀ ਵੱਡੀ ਗੁਰਦੁਆਰੇ ਦੀ ਸੇਵਾ, ਸਿੱਖੀ ਦੀ ਸੇਵਾ ਹੁੰਦੀ ਹੈਗੀ ਆ। ਬਿਲਕੁਲ। ਚਲੋ ਧੰਨਵਾਦ ਤੁਹਾਡਾ ਜੀ। ਬਲ ਸਾਹਿਬ, ਇਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਧਰਮ ਨੂੰ ਮਜ਼ਬੂਤ ਕਰਨ ਵਾਸਤੇ ਇਹਦੀਆਂ ਨੀਹਾਂ ਦੇ ਵਿੱਚ ਨਾ ਮਤਲਬ ਕੋਈ ਇੱਟਾਂ ਤੇ ਕੰਕਰ ਨਹੀਂ ਪਾਏ, ਨਾ ਆਪਣੇ ਪੁੱਤਰ ਪਾਏ ਨੇ ਔਰ ਉਹ ਸਿੰਘ ਪਾਏ ਨੇ, ਮਾਂ ਪਾਈ। ਬਿਲਕੁਲ 9 ਸਾਲ ਦੀ ਉਮਰ ਵਿੱਚ ਬੱਚੇ ਨੂੰ ਮਾਂ ਪਿਓ ਦੀ ਲੋੜ ਹੁੰਦੀ ਆ। ਉਹਨੇ ਕਿਹਾ ਜੇ ਤੁਹਾਡਾ ਵੱਡਾ ਕਿਹੜਾ ਭਗਤ ਹੈਗਾ, ਜਦੋਂ ਉਹਨੂੰ ਪੁੱਛਿਆ ਫੌਜੀ ਬਹੁਤ ਵੱਡਾ ਭਗਤ ਚਾਹੀਦਾ, ਉਹਨੇ ਕਿਹਾ ਤੁਹਾਡਾ ਵੱਡਾ ਕਿਹੜਾ ਹੈਗਾ ਵਾ। ਇਹੀ ਗੱਲ ਹੈ ਨਾ ਬਲ ਸਾਹਿਬ, ਪਿਓ ਕਹਿੰਦੇ ਹੁੰਦੇ ਨਾ, ਦੇਬੀ ਨੇ ਇੱਕ ਬਹੁਤ ਵਧੀਆ ਸਤਰਾਂ ਲਿਖੀਆਂ ਵੀ ਦਸਮੇਸ਼ ਤੇਰੀ ਕੌਮ ਤੇ ਝੁੱਲੀਆਂ ਬਥੇਰੀਆਂ, ਪਰ ਬਚਦੇ ਰਹੇ ਹਾਂ ਫੇਰ ਵੀ ਰਹਿਮਤਾਂ ਨੇ ਤੇਰੀਆਂ। ਉਹਦੀਆਂ ਬੜੀਆਂ ਵੱਡੀਆਂ ਰਹਿਮਤਾਂ ਨੇ। ਮਿਹਰਬਾਨੀ ਬਲ ਸਾਹਿਬ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੌਣ ਸਾਹਿਬ ਬੋਲ ਰਹੇ ਜੀ? ਮੈਂ ਜੀ ਸਮੀਪ ਸਿੰਘ ਬੋਲ ਰਿਹਾ ਡੇਟਨ ਤੋਂ। ਹਾਂਜੀ ਸਮੀਤ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ ਜੀ? ਵਧੀਆ ਹੈ। ਮੈਂ ਨਾ ਐਕਚੁਅਲੀ ਤੁਹਾਡਾ ਪ੍ਰੋਗਰਾਮ ਥੋੜਾ ਲੇਟ ਜੁਆਇਨ ਕੀਤਾ। ਮੈਂ ਇੱਕ ਸਵਾਲ ਪੁੱਛਣ ਲਈ ਵੀ ਆਇਆ, ਤੁਸੀਂ ਮੈਂਸ਼ਨ ਕੀਤਾ ਹੋਵੇ ਉਹ ਕੀ ਰੀਜ਼ਨ ਸੀ ਕਿ ਜਿਹੜਾ ਇਹਨਾਂ ਨੇ ਕੋਰਟ ਵਿੱਚ ਐਫੀਡੇਵਿਟ ਦਿੱਤਾ ਹੈ, ਇਹ ਕੋਈ ਗੱਲ ਦਾ ਪਤਾ ਹੈ ਕਿ ਕਿਉਂ ਉਹਨਾਂ ਨੇ ਜਾ ਕੇ? ਬੇਸਿਕਲੀ ਸੁਮੀਤ ਜੀ, ਅਸਲ ਦੇ ਵਿੱਚ 1974 ਦੇ ਵਿੱਚ ਗੁਰੂ ਘਰ ਹੋਂਦ ਦੇ ਵਿੱਚ ਆਇਆ ਜੋ ਵੀ ਉਸ ਚੀਜ਼ ਦੀ ਹੈ, ਔਰ 21 ਜੁਲਾਈ 1983 ਨੂੰ ਕਾਰਪੋਰੇਸ਼ਨ ਦਾ ਸਰਟੀਫਿਕੇਟ ਦਾਇਰ ਕੀਤਾ ਗਿਆ। ਲੋਕਾਂ ਨੇ ਥੋੜ੍ਹੇ ਪੈਸੇ ਇਕੱਠੇ ਕਰਕੇ ਗੁਰੂ ਘਰ ਨੂੰ ਉਸਾਰਿਆ, ਔਰ ਉਸ ਇਲਾਕੇ ਦੇ ਵਿੱਚ ਅੱਗੇ ਪੰਜਾਬੀ ਘੱਟ ਰੋਚੈਸਟਰ ਦੇ ਵਿੱਚ ਹੁੰਦੇ ਸਨ, ਪਰ ਜਿਸ ਢੰਗ ਨਾਲ ਵੀ ਸੀ ਤਿਲ ਫੁੱਲ ਭੇਟਾ ਪਾ ਕੇ ਸਭ ਨੇ ਗੁਰੂ ਘਰ ਜਿਹੜਾ ਸੀ ਉਸ ਦਾ ਹਾਲ ਵੀ ਵਿਸ਼ਾਲ ਕੀਤਾ। ਪਰ ਉੱਥੇ ਕੀ ਸੀ ਕਿ ਉੱਥੇ ਜਿਹੜੇ ਯੰਗ ਜਨਰੇਸ਼ਨ ਵਾਲੇ ਬੱਚੇ ਸੀ ਉਹ ਅੱਗੇ ਆਉਣ ਲੱਗ ਗਏ ਸੀ, ਯੰਗ ਜਨਰੇਸ਼ਨ ਵਾਲੇ ਬੱਚੇ ਸੇਵਾ ਕਰਨ ਲੱਗ ਗਏ ਸੀ। ਉਹ ਪੰਜਾਬੀ ਦੀਆਂ ਕਲਾਸਾਂ, ਪੜ੍ਹੇ ਲਿਖੇ ਨੌਜਵਾਨ ਸੀ, ਪੰਜਾਬੀ ਦੀਆਂ ਕਲਾਸਾਂ ਲਗਾਉਣ ਲੱਗ ਗਏ ਸੀ, ਔਰ ਇੱਥੋਂ ਤੱਕ ਕਿ ਜਿਹੜਾ ਸਿੱਖ ਧਰਮ ਦਾ ਮਾਰਸ਼ਲ ਆਰਟ ਹੈ ਉਹ ਬੱਚਿਆਂ ਨੂੰ ਸਿਖਾਉਣ ਲੱਗ ਗਏ ਸੀ। ਜਦੋਂ ਸੰਗਤ ਜਿਹੜੀ ਸੀ ਉੱਥੇ ਵਿਸ਼ਾਲਤਾ, ਆਪਾਂ ਤਾਂ ਇਹ ਕਹਿੰਦੇ ਕਿ ਸੰਗਤ ਵੱਧ ਆਵੇ ਜੋ ਉਸ ਗੁਰੂ ਘਰ ਦੀ ਹਕੀਕਤ ਰਹੀ ਹੈ, ਅਤੇ ਫਿਰ ਸੰਗਤ ਦੇ ਹਵਾਲੇ ਦੇ ਵਿੱਚ ਜਾਂ ਸੰਗਤ ਦੇ ਅਧਿਕਾਰ ਖੇਤਰ ਦੇ ਉੱਥੇ ਪੂਰੇ ਨਾ ਹੋਣ ਕਰਕੇ ਉਹਨਾਂ ਨੇ ਇਹ ਚਾਹਿਆ, ਪ੍ਰਬੰਧਕਾਂ ਨੇ, ਟਰਸਟੀਆਂ ਨੇ, ਕਿ ਇਹ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਮੱਸਿਆ ਕ੍ਰੀਏਟ ਹੋ ਜਾਏਗੀ। ਇਸ ਕਰਕੇ ਇਸ ਨੂੰ ਅੰਡਰ ਆਰਟੀਕਲ 9 ਇਸ ਨੂੰ ਆਪਣੀ ਪਰਸਨਲ ਪ੍ਰਾਪਰਟੀ ਜਿਹੜੀ ਹੈ ਉਹ ਅਸੀਂ ਘੋਸ਼ਿਤ ਕਰਵਾ ਲਈਏ, ਔਰ ਗੈਰ ਵਸੀਲੇ ਢੰਗ ਨਾਲ ਇਹਨਾਂ ਨੇ ਉਸ ਨੂੰ ਇੱਕ ਮਤਲਬ ਸੰਗਤ ਦੇ ਗੁਰਦੁਆਰੇ ਨੂੰ ਆਪਣੇ ਜਿਹੜਾ ਸੀ ਜਿਹੜੇ ਕੁਝ ਬੰਦੇ ਸੀ 5-7 ਉਹਨਾਂ ਦੇ ਨਾਂ ਦੇ ਉੱਤੇ ਉਸ ਨੂੰ ਅੰਡਰ ਆਰਟੀਕਲ 9 ਕਰਵਾਇਆ, ਜਦ ਕਿ ਸੰਗਤ ਦੇ 1 ਰੁਪਈਏ ਨਾਲ ਉਹ ਗੁਰਦੁਆਰਾ ਬਣਿਆ ਸੀ। ਅੰਡਰ ਆਰਟੀਕਲ 9 ਕਰਵਾਉਣ ਦਾ ਰੀਜ਼ਨ ਇਹ ਸੀ ਕਿ ਜੇਕਰ ਇੱਥੇ ਕੋਈ ਵੀ ਕੁਸਕੇਗਾ ਤੇ ਪੁਲਿਸ ਨੂੰ ਇੱਕ ਕਾਲ ਕਰਾਂਗੇ, ਕਵਾਂਗੇ ਇਹ ਸਾਡੀ ਪਰਸਨਲ ਪ੍ਰਾਪਰਟੀ ਹੈ, ਗੈਟ ਆਊਟ ਫਰਾਮ ਹੀਅਰ। ਅਖੀਰ ਦੇ ਉੱਤੇ ਜਦੋਂ ਸੰਗਤ ਨੇ ਥੋੜ੍ਹੀ ਵਾਲੀ ਕੋਈ ਗੱਲ ਕੀਤੀ ਤੇ ਅਖੀਰ ਦੇ ਵਿੱਚ ਉਹੀ ਹੋਇਆ ਜੋ ਉਹਨਾਂ ਨੇ ਆਪਣੇ ਮਨ ਦੇ ਵਿੱਚ ਧਾਰਿਆ ਹੋਇਆ ਸੀ ਕਿ ਅੰਮ੍ਰਿਤਧਾਰੀ ਸਿੱਖ ਜਿਹੜਾ ਹੈ ਉਹ ਇੱਥੇ ਨਹੀਂ ਆ ਸਕਦਾ, ਕਿਉਂਕਿ ਉਹਨਾਂ ਨੂੰ ਡਰ ਸੀ ਕਿ ਗੁਰਦੁਆਰੇ ਦੇ ਉੱਤੇ ਗੁਰਦੁਆਰੇ ਦੀ ਸਾਂਭ ਸੰਭਾਲ ਜਾਂ ਗੁਰਦੁਆਰੇ ਦੀ ਦੇਖ ਰੇਖ ਜਿਹੜੀ ਆ ਉਹ ਮਰਿਆਦਾ ਅਨੁਸਾਰ ਨਾ ਹੋਵੇ। ਸੋ ਬੜਾ ਕੁਛ ਹੁੰਦਾ ਰਿਹਾ ਜਿਹੜਾ ਮੈਂ ਲਫ਼ਜ਼ਾਂ ਦੇ ਵਿੱਚ ਉੱਥੇ ਜ਼ਿਕਰ ਨਹੀਂ ਕਰ ਸਕਦਾ, ਕਿਉਂਕਿ ਮੈਂ ਇਹ ਸਮਝਦਾ ਕਿ ਰੱਬ ਦਾ, ਪਰਮਾਤਮਾ ਦਾ ਖੌਫ ਸ਼ਾਇਦ ਤੁਹਾਡੇ ਮੇਰੇ ਵਰਗੇ ਗਰੀਬਾਂ ਨੂੰ ਹੀ ਹੁੰਦਾ,
ਬਹੁਤੇ ਵੱਡੇ ਅਮੀਰਾਂ ਨੂੰ ਜਿਹੜਾ ਹੈ ਸ਼ਾਇਦ ਉਹ ਨਹੀਂ ਹੁੰਦਾ। ਸੋ ਇਸ ਤਰ੍ਹਾਂ ਦੇ ਵਕਤ ਦਰ ਵਕਤ ਤੇ ਘਟਨਾਵਾਂ ਜਿਹੜੀਆਂ ਨੇ ਉੱਥੋਂ ਚੱਲਦੀਆਂ ਰਹੀਆਂ ਔਰ ਜਿਹੜਾ ਗੁਰਦੁਆਰਾ ਰੋਚੈਸਟਰ ਸੀ ਇੱਕ ਸਮੇਂ ਦੇ ਵਿੱਚ ਆ ਕੇ ਸਿੱਖ ਕੌਮ ਵਾਸਤੇ ਇੱਕ ਬਹੁਤ ਵੱਡੀ ਪਹਿਲਾਂ ਚਿੰਜੜੀ ਬਣਿਆ ਤੇ ਫਿਰ ਇੱਕ ਚੁਣੌਤੀ ਬਣ ਗਿਆ ਔਰ ਸਮੇਂ ਦੇ ਉੱਤੇ ਸਾਡੀ ਬਦਕਿਸਮਤੀ ਸੀ। ਪਰ ਅਕਾਲ ਤਖਤ ਸਾਹਿਬ ਦੇ ਦਖਲ ਅੰਦਾਜ਼ੀ ਦੇ ਨਾਲ ਹੁਣ ਮਸਲਾ ਸੁਲਝਣ ਦੀ ਆਸ ਹੈ। ਅਰਦਾਸ ਕਰਾਂਗਾ ਵਾਹਿਗੁਰੂ ਦੇ ਅੱਗੇ ਵੀ, ਤੁਸੀਂ ਵੀ ਕਰੋ ਕਿ ਇਸ ਤਰ੍ਹਾਂ ਦੇ ਭੈਣ ਭਰਾਵਾਂ ਨੂੰ ਸਮੱਤ ਬਖਸ਼ੇ ਵਾਹਿਗੁਰੂ। ਕੀ ਕਹਿਣਾ ਚਾਹੋਗੇ ਦੱਸੋ। ਮੈਂ ਬਸ ਮੈਨੂੰ ਥੋੜਾ ਜਿਹਾ ਐਕਚੁਅਲੀ ਥੋੜੀ ਜਿਹੀ ਮੈਨੂੰ ਸਟੋਰੀ ਪਤਾ ਸੀ ਇਹਨਾਂ ਦੀ ਪਹਿਲਾਂ ਤੇ ਮੈਂ ਅਖਬਾਰ 'ਚ ਫੋਲੋ ਕੀਤਾ ਸੀ। ਐਕਚੁਅਲੀ ਮੈਂ ਕੁਛ ਇਹਨਾਂ ਦੇ ਦੂਜੇ ਪਾਸੇ ਤੁਹਾਡੀ ਦੂਜੇ ਪਾਸੇ ਨਾਲ ਗੱਲ ਹੋਈ ਹੈ ਉਹਨਾਂ ਬੰਦਿਆਂ ਨਾਲ ਕਿ ਉਹਨਾਂ ਨੇ ਕਿਉਂ ਕੀ ਮੈਂ ਸੁਮੀਤ ਜੀ ਤੁਸੀਂ ਡਾਕਟਰ ਚਰਨਜੀਤ ਗੁਮਟਾਲਾ ਦੇ ਸਪੁੱਤਰ ਤੇ ਨਹੀਂ ਹੈ ਜੀ? ਹਾਂਜੀ ਲਾਸਟ 'ਚ ਜਦੋਂ ਇਹ ਮੁੱਦਾ ਹੋਇਆ ਸੀ ਨਾ ਤੇ ਡੈਡੀ ਕੁਛ ਉਹਨਾਂ ਦੇ 2-3 ਬੰਦੇ ਜਿਹੜੇ ਜਿਨ੍ਹਾਂ ਨੂੰ ਕਿਰਪਾਨ ਤੋਂ ਰੋਕਿਆ ਸੀ ਨਾ ਤੇ ਫਾਦਰ ਸਾਹਿਬ ਨੇ ਮੇਰੇ ਅੰਮ੍ਰਿਤਸਰ ਖਾਲਸਾ ਕਾਲਜ ਦੇ ਹੈਗੇ ਨੇ ਸੋ ਉਹਨਾਂ ਦਾ ਗੱਲਬਾਤ ਵੀ ਹੋਈ ਸੀ ਕਿਸੇ ਨਾਲ ਤੇ ਮੈਨੂੰ ਥੋੜੀ ਜਾਣਕਾਰੀ ਮੇਰੀ ਉਹਨਾਂ ਨਾਲ ਉਹ ਅਕਸਰ ਗੱਲ ਕਰਕੇ ਰਾਜ਼ੀ ਨਹੀਂ ਹੈ। ਮੈਂ ਉਹਨਾਂ ਨਾਲ ਹੁਣ ਵੀ ਅੱਜ ਸਵੇਰ ਤੋਂ ਦੁਪਹਿਰ ਤੋਂ ਲੱਗਾ ਹੋਇਆ ਸਾਂ ਉਹਨਾਂ ਨੂੰ ਮੈਸੇਜ ਛੱਡਣ ਵੀ ਕਿ ਚਲੋ 5 ਮਿੰਟ ਤੁਸੀਂ ਆਪਣਾ ਵਰਸ਼ਨ ਵੀ ਦੇ ਦਿਓ। ਸ਼ਾਇਦ ਉਹਨਾਂ ਨੇ ਮੁਨਾਸਬ ਨਹੀਂ ਸਮਝਿਆ ਮਤਲਬ ਕਿ ਔਰ ਕਿਉਂਕਿ ਮੇਰੇ ਪ੍ਰੋਗਰਾਮ ਦੇ ਵਿੱਚ ਇਹ ਹੁੰਦਾ ਕਿ ਮੈਂ ਨਹੀਂ ਚਾਹੁੰਦਾ ਕਿ ਕਿਸੇ ਦੇ ਖਿਲਾਫ ਕੋਈ ਮਾੜੇ ਲਫ਼ਜ਼ ਵਰਤੇ ਜਾਣ, ਪਰ ਮੈਂ ਹਕੀਕਤ ਦੇ ਰੂਪ ਦੇ ਵਿੱਚ ਹਕੀਕੀ ਸ਼ਬਦਾਂ ਦੇ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜੇਕਰ ਕਿਸੇ ਦੀ ਵਿਰੋਧਤਾ ਵੀ ਕਰਨੀ ਹੈ ਤੇ ਸ਼ਬਦਾਂ ਨੂੰ ਸੁੱਚੇ ਬਸਤਰ ਪਵਾ ਲਓ, ਉਹ ਵਿਰੋਧਤਾ ਕਰੋ। ਪਰ ਮੈਂ ਉਹਨਾਂ ਨੂੰ ਨਿਰਪੱਖ ਤੌਰ ਦੇ ਉੱਤੇ ਕਿਹਾ ਤੁਹਾਡਾ ਵੀ ਪੱਖ ਲੈਣਾ ਚਾਹਾਂਗਾ। ਪਤਾ ਨਹੀਂ ਕੁਝ ਤੋਂ ਮਜਬੂਰੀਆਂ ਰਹੀ ਹੋਣਗੀ, ਯੂੰ ਕੋਈ ਬੇਵਫਾ ਨਹੀਂ ਹੋਤਾ ਜਾਂ ਉਹਨਾਂ ਦੀ ਆਦਤ ਨਹੀਂ ਹੈ ਅੱਗੇ ਆਉਣ ਦੀ। ਸੋ ਥੈਂਕ ਯੂ ਸੁਮੀਤ ਜੀ, ਬਹੁਤ ਬਹੁਤ ਸ਼ੁਕਰੀਆ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਿਆੜ ਸਾਹਿਬ ਜੀ, ਮੈਂ ਮਨਿੰਦਰ ਸਿੰਘ ਬੋਲ ਰਿਹਾ ਜੀ ਮਿਡਲ ਟਾਊਨ ਤੋਂ। ਸਰ ਮਨਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ, ਕੀ ਕਹਿਣਾ ਚਾਹੋਗੇ ਸਰਦਾਰ ਸਾਹਿਬ? ਅੱਜ ਦਾ ਮੁੱਦਾ ਤਾਂ ਬੜਾ ਗੰਭੀਰ ਮੁੱਦਾ ਹੈਗਾ ਏ ਜਿਹੜਾ ਕਿ ਸਾਡੇ ਮਤਲਬ ਗੁਰੂ ਘਰਾਂ ਵਿੱਚ ਇਹ ਕੰਮ ਹੋ ਰਿਹਾ ਹੈ ਜਿਹੜਾ ਕਿ ਤੁਸੀਂ ਦੱਸਿਆ ਹੈ ਜੀ। ਮੇਰਾ ਤਾਂ ਇਹ ਕਹਿਣ ਦਾ ਹੈਗਾ ਕਿ ਜਦੋਂ ਅਸੀਂ ਗੁਰੂ ਘਰ ਚਲਾਉਣ ਵਾਸਤੇ ਕਮੇਟੀ ਬਣਾਉਂਦੇ ਆ ਜੀ, ਸਟਾਰਟਿੰਗ 'ਚ ਤੇ ਸੰਗਤ ਦੀ ਆਪਣੀ ਉਹਨਾਂ ਦੇ ਸਹਿਮਤੀ ਨਾਲ ਹੀ ਕਮੇਟੀ ਬਣਦੀ ਹੈ ਜੀ। ਤੇ ਕਮੇਟੀ ਨੂੰ ਬਣਾਉਣ ਵਾਸਤੇ ਜਦੋਂ ਫਿਰ ਕਮੇਟੀ ਮੈਂਬਰ ਅਸੀਂ ਚੁਣਦੇ ਆ ਨਾ, ਉਹ ਪਹਿਲੀ ਗੱਲ ਤਾਂ ਅੰਮ੍ਰਿਤਧਾਰੀ ਸਿੰਘ ਹੋਣ। ਜੇ ਅੰਮ੍ਰਿਤਧਾਰੀ ਨਹੀਂ ਇੱਥੇ ਮਿਲ ਸਕਦੇ ਪੂਰੇ ਅਮਰੀਕਾ 'ਚ ਸਾਡੀਆਂ ਇਹ ਕੁਛ ਕੰਡੀਸ਼ਨਾਂ ਵੀ ਹੈਗੀਆਂ ਨੇ ਜਾਂ ਪ੍ਰੋਬਲਮਸ ਵੀ ਹੈਗੀਆਂ ਨੇ, ਤੇ ਕਮ ਸੇ ਕਮ ਬੰਦਾ ਦਸਤਾਰ ਵਾਲਾ ਤਾਂ ਹੋਵੇ। ਜੇ ਦਸਤਾਰ ਵਾਲਾ ਹੋਏਗਾ ਤੇ ਉਹ ਇਹੋ ਜਿਹਾ ਐਫੀਡੇਵਿਟ ਨਹੀਂ ਦੇਗਾ ਅੱਗੇ ਜਾ ਕੇ ਜਿਹੜਾ ਕਿ ਉਹਨਾਂ ਨੇ ਕੀਤਾ। ਬਾਕੀ ਇਹਦੇ ਬੜੇ ਗੁਰੂ ਘਰਾਂ ਵਿੱਚ ਇਹ ਮਸਲੇ ਚੱਲ ਰਹੇ ਨੇ, ਜਿੱਥੇ ਵੀ ਥੋੜੀ ਬਹੁਤ ਪ੍ਰੋਬਲਮ ਹੁੰਦੀ ਹੈ। ਕਈਆਂ ਗੁਰੂ ਘਰਾਂ ਵਿੱਚ ਸੁਣਨ ਵਿੱਚ ਵੀ ਆਇਆ ਕਿ ਉਹ ਉੱਥੋਂ ਥ੍ਰੈਟਨ ਕਰ ਦਿੰਦੀ ਫਿਰ ਕਮੇਟੀ ਤੇ ਜੀ ਇਹ ਸਾਡੀ ਆਪਣੀ ਹੈ, ਇਹ ਹੈ, ਉਹ ਹੈ। ਤੇ ਮੇਰੇ ਖਿਆਲ 'ਚ ਇਹਨਾਂ ਦੇ ਨਾਂ ਦੇ ਹਿਸਾਬ ਨਾਲ ਇੱਥੇ ਅਮਰੀਕਾ ਦੇ ਜਿਹੜੀ ਚਰਚ ਤੁਸੀਂ ਆਪਣੀ ਪਰਸਨਲ ਚਰਚ ਬਣਾ ਸਕਦੇ ਹੋ ਔਰ ਉਹਨੂੰ ਕਾਰਪੋਰੇਸ਼ਨ ਸ਼ੋਅ ਕਰਕੇ ਤੁਸੀਂ ਪਰਸਨਲ ਪ੍ਰਾਪਰਟੀ, ਇਹਨਾਂ ਦਾ ਸਿਸਟਮ ਹੈਗਾ, ਯੂਰਪ ਵਿੱਚ ਹੈਗਾ। ਲੇਕਿਨ ਗੁਰੂ ਘਰਾਂ ਵਿੱਚ ਇਹ ਸਿਸਟਮ ਨਹੀਂ ਹੈਗਾ। ਉਸਨੇ ਹੋ ਸਕਦਾ ਉਸ ਆਰਟੀਕਲ ਵਿੱਚ ਲਿਆ ਕੇ ਉਸ ਸਿਸਟਮ ਵਿੱਚ ਲਿਆ ਕੇ ਤੇ ਮਤਲਬ ਇਹ ਕੀਤਾ ਕਲੇਮ ਕਿ ਸਾਡੀ ਪਰਸਨਲ ਪ੍ਰਾਪਰਟੀ। ਮਨਿੰਦਰ ਜੀ, ਜਿਹੜੀ ਮਰਿਆਦਾ ਉਹਦੇ ਵਿੱਚ ਸਪਸ਼ਟ ਤੌਰ ਦੇ ਉੱਤੇ ਲਿਖਿਆ ਹੋਇਆ ਕਿ ਜਿਹੜਾ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਸਥਾ ਰੱਖਦਾ ਉਸ ਨੂੰ ਗੁਰਦੁਆਰੇ ਦੇ ਅੰਦਰ ਆਉਣ ਤੋਂ ਕੋਈ ਵੀ ਨਹੀਂ ਰੋਕ ਸਕਦਾ। ਇਹ ਸਪਸ਼ਟ ਰੂਪ ਦੇ ਵਿੱਚ ਹੈ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਸੋਚ ਅਰਜ਼ ਕਰ ਰਿਹਾ ਜੀ। ਹਾਂਜੀ ਸੋਚ ਸਾਹਿਬ ਸਤਿ ਸ਼੍ਰੀ ਅਕਾਲ, ਕੀ ਕਹਿਣਾ ਚਾਹੋਗੇ ਜੀ? ਵੀਰ ਇਸ ਤਰ੍ਹਾਂ ਹੈ ਕਿ ਮੈਂ ਤੁਹਾਡੀ ਸਾਰੀ ਗੱਲ ਸੁਣੀ ਹੈ। ਪਹਿਲੀ ਗੱਲ ਤੇ ਹੈ ਕਿ ਤੁਹਾਨੂੰ ਜਸ ਪੰਜਾਬੀ ਟੀਵੀ ਚੈਨਲ ਦੇ ਸਾਰੇ ਸਟਾਫ ਤੇ ਤੁਹਾਡੇ ਸਾਰੇ ਸਨਮਾਨਿਤ ਸਰੋਤਿਆਂ ਨੂੰ ਇਸ ਨਿਮਾਣੇ ਵੱਲੋਂ ਪੂਰੇ ਅਦਬ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਰਿਆੜ ਸਾਹਿਬ, ਜਿਵੇਂ ਆਪਣਾ ਢਿੱਲੋਂ ਸਾਹਿਬ ਨੇ ਗੱਲ ਕਹੀ ਹੈ ਤੇ ਉਹਨਾਂ ਨੇ ਇਸ ਗੱਲ ਨੂੰ ਤਸਲੀਮ ਵੀ ਕੀਤਾ ਹੈ ਕਿ ਉਹਨਾਂ ਨੇ ਬੜੀਆਂ ਗਲਤੀਆਂ ਕੀਤੀਆਂ ਤੇ ਹਾਲੇ ਤੱਕ ਕਰੀ ਜਾ ਰਹੇ ਨੇ ਜੀ। ਤੇ ਜਿਵੇਂ ਉਹਨਾਂ ਨੇ ਆਸ ਵੀ ਪ੍ਰਗਟ ਕੀਤੀ ਹੈ ਕਿ ਡੁੱਲੇ ਬੇਰਾਂ ਦਾ ਕੋਈ ਨਹੀਂ ਵਿਗੜਿਆ ਜੀ। ਤੇ ਮੈਂ ਉਹਨਾਂ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਜੇ ਉਹ ਆਪਣਾ ਰਸੂਖ ਵਰਤ ਕੇ ਜੀ ਇਸ ਕਮੇਟੀ ਵਾਲਿਆਂ ਦੇ ਕੋਲੋਂ ਆਪਣੇ ਜਿਹੜੇ ਹਲਫੀਆ ਬਿਆਨ ਸਿੱਖਾਂ ਨੂੰ ਅਪਮਾਨਿਤ ਕਰਨ ਵਾਲੇ ਜਿਹੜੇ ਕੀਤੇ ਨੇ, ਕਲੰਕਿਤ ਕਰਨ ਵਾਲੇ ਕੀਤੇ ਨੇ, ਉਹਨਾਂ ਨੂੰ ਵਿਦਡਰਾ ਕੀਤਾ ਜਾਣਾ ਚਾਹੀਦਾ ਜੀ। ਜੀ ਬਸ ਇੰਨੀ ਗੁਜ਼ਾਰਿਸ਼ ਹੈ ਜੀ। ਮਿਹਰਬਾਨੀ ਤੁਹਾਡੀ, ਬਹੁਤ ਬਹੁਤ ਸ਼ੁਕਰੀਆ ਦੋਸਤੋ। ਪ੍ਰੋਗਰਾਮ ਇਸੇ ਰਫਤਾਰ ਇਸੇ ਬਹਾ ਦੇ ਵਿੱਚ ਜਾਰੀ ਰਹੇਗਾ। ਤੁਹਾਡੀਆਂ ਕਾਲਸ, ਤੁਹਾਡੇ ਵਿਚਾਰ ਇਸ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਹੀ ਲਏ ਜਾਂਦੇ ਰਹਿਣਗੇ ਔਰ ਜਦ ਤੱਕ ਸਾਨੂੰ ਸਿਰਫ ਕੁਝ 1-2 ਮਿੰਟਾਂ ਦੀ ਬ੍ਰੇਕ ਦੇ ਉੱਤੇ ਜਾਣ ਵਾਸਤੇ ਦਿਓ ਇਜਾਜ਼ਤ। ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਦੋਸਤੋ ਮੁੜ ਹਾਜ਼ਰ ਹੋਏ ਤੁਹਾਡੀ ਖਿਦਮਤ ਦੇ ਵਿੱਚ ਤੁਹਾਡੇ ਵਿਚਾਰ ਲੈਣ ਵਾਸਤੇ। ਸਮਾਂ ਘੱਟ ਹੈ, ਵੱਧ ਤੋਂ ਵੱਧ ਦੋਸਤਾਂ ਦੇ ਵਿਚਾਰ ਲਏ ਜਾਣ। ਹੈਲੋ ਹਾਂ ਜੀ, ਸਤਿ ਸ਼੍ਰੀ ਅਕਾਲ ਜੀ। ਜਸ ਪੰਜਾਬੀ ਜੀ। ਜਸ ਪੰਜਾਬੀ ਤੋਂ ਬੋਲ ਰਹੇ ਹਾਂ ਜੀ। ਮੈਂ ਜੀ ਲਾਈਵ ਸ਼ੋਅ ਨਾਲ ਗੱਲ ਕਰ ਰਿਹਾ ਜੀ। ਬਿਲਕੁਲ ਗੱਲ ਕਰ ਰਹੇ। ਕੌਣ ਸਾਹਿਬ ਬੋਲ ਰਹੇ ਜੀ? ਮੈਂ ਜੀ ਬੌਬੀ ਬੋਲ ਰਿਹਾ ਜੀ, ਟੋਰਾਂਟੋ ਤੋਂ। ਹਾਂ ਜੀ ਬੌਬੀ ਜੀ, ਕੀ ਕਹਿਣਾ ਚਾਹੋਗੇ ਜਨਾਬ? ਸਰ ਜੀ ਮੈਂ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀਗਾ ਜੀ, ਬੜਾ ਪਸੰਦ ਆ ਰਿਹਾ ਜੀ। ਤੁਸੀਂ ਰੋਚੈਸਟਰ ਦੇ ਗੁਰਦੁਆਰੇ ਬਾਰੇ ਗੱਲ ਕਰ ਰਹੇ ਹੋ ਜੀ ਜੀ। ਤੇ ਮੈਂ ਜੀ ਸਰ ਇਹੀ ਕਹਿਣਾ ਚਾਹੁੰਦਾ ਸੀਗਾ, ਜਿਸ ਬੰਦੇ ਨੇ ਗੁਰਦੁਆਰੇ ਵਾਸਤੇ ਮੁੱਦਾ ਉਠਾਇਆ ਸੀਗਾ ਜੀ, ਠੀਕ ਹੈ ਜੀ, ਜੋ ਮੇਰੇ ਉਹ ਸੁਣਨ ਚ ਆਇਆ, ਜੋ ਮੈਂ ਉੱਥੇ ਦੇਖਿਆ, ਉਸ ਬੰਦੇ ਨੂੰ ਵੀ ਕੁਝ ਚਾਰਜਸ ਲੱਗੇ ਸਨ ਜੀ। ਉਹ ਇਲੀਗਲ ਬੰਦੇ ਨੂੰ ਮੈਂ ਨਾ ਜੀ ਨਿੱਜੀ ਤੌਰ ਦੇ ਉੱਤੇ ਬੌਬੀ ਜੀ ਕਿਸੇ ਬੰਦੇ ਦੇ ਉੱਤੇ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੁੰਦਾ। ਉੱਥੇ 150 ਬੰਦੇ ਨੇ ਸੰਗਤ ਦੇ ਨੇ ਮੁੱਦਾ ਜਿਹੜਾ ਸੀ ਗੁਰਦੁਆਰੇ ਦਾ ਉਠਾਇਆ, ਔਰ ਤੁਸੀਂ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਮੇਰੇ ਪ੍ਰੋਗਰਾਮ ਦੇ ਵਿੱਚ ਘੱਟੋ ਘੱਟ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ। ਨਾ ਕਿ ਕਿਸੇ ਦੇ ਉੱਤੇ ਨਿੱਜੀ ਤੌਰ ਦੇ ਉੱਤੇ ਚਿੱਕੜ ਸੁੱਟਣ ਵਾਲੀ ਗੱਲ ਹੈਗੀ ਹੈ। ਅਤੇ ਜਿੰਨੇ ਕੁ ਦੁਨੀਆ ਦੇ ਵਿੱਚ ਬੰਦੇ ਦੁੱਧ ਧੋਤੇ ਹੈਗੇ ਨੇ, ਹਰ ਇੱਕ ਬੰਦੇ ਨੂੰ ਇਸ ਹਮਾਮ ਦੇ ਵਿੱਚ ਹਰ ਇੱਕ ਵਿਅਕਤੀ ਜਿਹੜਾ ਨੰਗਾ ਹੈ, ਔਰ ਕਿਸੇ ਦੇ ਉੱਤੇ ਨਿੱਜੀ ਤੌਰ ਦੇ ਉੱਤੇ ਦੂਸ਼ਣਬਾਜ਼ੀ ਦੀ ਬਜਾਏ ਇਸ ਮਸਲੇ ਦੇ ਉੱਤੇ ਗੱਲ ਕਰੋ। ਹੈਲੋ 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 ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂ ਵੀਰ ਜੀ, ਸ਼ਮਸ਼ੇਰ ਰੰਧਾਵਾ ਬੋਲਦਾ ਮਲਵਾਕੀ ਤੋਂ। ਹਾਂ ਜੀ ਰੰਧਾਵਾ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਕੀ ਕਹਿਣਾ ਚਾਹੋਗੇ? ਮਾੜੀ ਖਬਰ ਸੁਣਨ ਨੂੰ ਮਿਲੀ ਹੈ ਜੀ ਅੱਜ ਦਾ ਮੁੱਦਾ ਜਿਹੜਾ ਜੀ। ਮੈਂ ਤਾਂ ਇਹ ਕਹਿਣਾ, ਜਿਹੜੇ ਇਸ ਤਰ੍ਹਾਂ ਗੁਰਦੁਆਰਾ ਸਟਾਰਟ ਕਰਦੇ ਆ ਔਰ ਬਾਅਦ ਚ ਆਪਣੀ ਪ੍ਰਾਪਰਟੀ ਬਣਾਉਣਾ ਚਾਹੁੰਦੇ ਆ ਜੀ, ਇਹਨਾਂ ਨੂੰ ਇੱਕੋ ਸਰਟੀਫਿਕੇਟ ਦੇਣਾ ਚਾਹੀਦਾ, ਭੁੱਖ ਤੇ ਲਾਲਚ ਦਾ। ਜੀ ਜੀਵ ਦੀ ਭੁੱਖ, ਮਨ ਦਾ ਲਾਲਚ। ਜੀ ਜੀ ਜੀ, ਥੈਂਕ ਯੂ ਜੀ। ਸੇਵਾ ਸ਼ਰਧਾ ਦੀ ਕੋਈ ਭਾਵਨਾ ਨਹੀਂ, ਸਿਰਫ ਇੱਕ ਇਹਨਾਂ ਨੇ ਕਲੀਅਰ ਕਰ ਦਿੱਤਾ ਵੀ ਗੁਰਦੁਆਰਾ ਵਾਕਈ ਇੱਕ ਬਿਜ਼ਨਸ ਦਾ ਆਧਾਰਾ ਬਣਾ ਕੇ ਰੱਖਤਾ। ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਹੈਲੋ ਰਿਆੜ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੌਣ ਸਾਹਿਬ ਬੋਲ ਰਹੇ ਜੀ? ਰਿਆੜ ਸਾਹਿਬ, ਮੈਂ ਗਿੱਲ ਬੋਲਦਾ ਸੀ ਬਫਲੋ ਤੋਂ ਜੀ। ਹਾਂ ਜੀ ਗਿੱਲ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਮਹਾਰਾਜ ਮਤਲਬ ਇਹ ਮੁੱਦਾ ਵਧੀਆ ਤਾਂ ਨਹੀਂ ਹੈ, ਇਹਨੂੰ ਆਪਾਂ ਕਹਿ ਸਕਦੇ, ਕਿਉਂਕਿ ਨਾ ਹੀ ਮੁੱਦਾ ਆਉਂਦਾ ਤੇ ਵਧੀਆ ਗੱਲ ਸੀ, ਪਰ ਆਇਆ ਵਾ, ਦੈਟਸ ਫਾਈਨ। ਸੋ ਮੈਂ ਇੰਨਾ ਹੀ ਕਹਿਣਾ ਚਾਹੂੰਗਾ ਜੀ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਬਿਲਕੁਲ ਨਹੀਂ ਹੋਣਾ ਚਾਹੀਦਾ। ਔਰ ਮੈਂ ਰਿਕੁਐਸਟ ਕਰੂੰਗਾ, ਉਹ ਪਰਿਵਾਰ ਸੁਣਦੇ ਹੋਣੇ ਆ ਰੋਚੈਸਟਰ ਦੇ, ਕਮੇਟੀ ਦੇ ਜਿਹੜੇ ਪਰਿਵਾਰ ਆ, ਉਹ ਸਾਡੀਆਂ ਭੈਣਾਂ, ਉਹ ਸਾਡੇ ਬੱਚੇ ਸੁਣਦੇ ਹੋਣਗੇ, ਉਹ ਆਪਣੇ ਪੇਰੈਂਟਸ ਨਾਲ ਗੱਲ ਕਰਨਗੇ ਇਹ ਕਿਉਂ ਹੋਇਆ ਵਾ, ਵਾਏ ਜੀ। ਕਿਉਂਕਿ ਇਹਦੇ ਵਿੱਚ ਜਿਹੜੀ ਸਾਡੀ ਨਿੱਜ ਹੈ ਨਾ, ਜਿਹੜਾ ਸਾਡਾ ਹਉਮੈ ਤੇ ਸਾਡੇ ਜਿਹੜੇ ਲਾਲਚ ਆ, ਇਹਦੇ ਵਿੱਚ ਦੋਨੇ ਇਨਕਲੂਡ ਹੈਗੇ ਆ, ਇੱਕ ਚੀਜ਼ ਇਨਕਲੂਡ ਨਹੀਂ ਹੈਗੀ ਮੇਰੇ ਹਿਸਾਬ ਨਾਲ। ਔਰ ਸਾਡੇ ਨੇਬਰ ਆ, ਔਰ ਸਾਨੂੰ ਬਹੁਤ ਦੁੱਖ ਹੋਇਆ ਸੁਣ ਕੇ। ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ। ਮੈਂ ਵੀ ਗੁਰੂ ਘਰ ਦੀ ਕਮੇਟੀ ਵਿੱਚ ਰਿਹਾ ਵਾਂ, ਪਰ ਕਦੇ ਇਸ ਤਰ੍ਹਾਂ ਦੀ ਗੱਲ ਸੋਚ ਵੀ ਨਹੀਂ ਸਕਦੇ। ਗਿੱਲ ਸਾਹਿਬ, ਜ਼ਮਾਨਾ ਬਦਲ ਚੁੱਕਾ। ਆਪਾਂ ਇਸ ਗੱਲ ਦੇ ਨਾਲ ਸਾਡਾ ਸਾਥ ਦਿਆ ਕਰੋ ਕਿ ਇਦਾਂ ਦੇ ਪ੍ਰੋਗਰਾਮ ਜਿਹੜੇ ਨੇ ਜਨਤਕ ਤੌਰ ਦੇ ਉੱਤੇ ਲੋਕ ਕਚਹਿਰੀ ਦੇ ਵਿੱਚ ਆਉਣੇ ਚਾਹੀਦੇ ਨੇ। ਬੁਰਾਈਆਂ ਦਾ ਜਦੋਂ ਜ਼ਿਕਰ ਹੋਏਗਾ ਉਦੋਂ ਹੀ ਬੁਰਾਈਆਂ ਖਤਮ ਹੋਣਗੀਆਂ। ਜੇਕਰ ਬੁਰਾਈਆਂ ਨੂੰ ਕੱਪੜਿਆਂ ਦੇ ਵਿੱਚ ਲਪੇਟ ਕੇ ਰੱਖਾਂਗੇ ਤਾਂ ਇਹ ਮੇਰਾ ਖਿਆਲ ਹੈ ਖੁੰਬਾਂ ਵਾਂਗੂ ਤੁਸੀਂ ਮੇਰੀ ਗੱਲ ਨੂੰ ਅੰਡਰਸਟੈਂਡ ਕਰਿਓ। ਮੇਰੇ ਕਹਿਣ ਦਾ ਮਤਲਬ ਵੀ ਸਾਨੂੰ ਜ਼ਰੂਰਤ ਨਾ ਪਵੇ ਇਦਾਂ ਦੀ ਆਉਣ ਵਾਲੇ ਸਮੇਂ 'ਚ। ਥੈਂਕ ਯੂ ਗਿੱਲ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਹੈਲੋ ਹਾਂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਜੀ, ਕੌਣ ਬੋਲ ਰਿਹਾ ਜੀ? ਮੈਂ ਕੋਈ ਵੀ ਬੋਲ ਰਿਹਾ। ਮੈਂ ਮੇਰਾ ਖਿਆਲ ਹੈ ਕਿ ਤੁਹਾਨੂੰ ਦੱਸ ਦੇਣਾ ਚਾਹੀਦਾ ਜੀ, ਕੋਈ ਵੀ ਬੋਲ ਰਹੇ ਹੋ ਤੇ ਤਾਂ ਕਿਹੜੀ ਗੱਲ ਹੈ ਜੀ। ਕੋਈ ਵੀ ਦਾ ਮਤਲਬ ਹੁੰਦਾ ਜੀ ਮੈਂ ਬੋਲ ਰਿਹਾ। ਹੈਲੋ ਹਾਂਜੀ ਹਾਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਜੀ, ਕੌਣ ਬੋਲ ਰਹੇ ਜੀ? ਮੈਂ ਜੀ ਇੱਥੋਂ ਵਿਸਕੌਨਸਨ ਤੋਂ ਬੋਲ ਰਿਹਾ, ਮੈਡੀਸਨ ਵਿਸਕੌਨਸਨ ਤੋਂ। ਜੀ ਜੀ, ਕੀ ਕਹਿਣਾ ਚਾਹੋਗੇ ਜੀ? ਹਾਂਜੀ, ਮੈਂ ਡਾਕਟਰ ਗੌਤਮ ਸਿੰਘ ਬੋਲ ਰਿਹਾ ਜੀ। ਇਹ ਤੁਹਾਡਾ ਮੁੱਦਾ ਅੱਜ ਦਾ ਇੱਕ ਤਰਫਾ ਹੈ ਜੀ, ਔਰ ਮੈਂ ਸੋਚਦਾ ਕਿ ਇਸ ਮੁੱਦੇ ਦੇ ਵਿੱਚ ਜਿਹੜੀ ਦੂਸਰੀ ਪਾਰਟੀ ਉਹਨੂੰ ਵੀ ਆਉਣਾ ਚਾਹੀਦਾ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜੀ, ਮੈਂ 5 ਵਾਰੀ ਤੁਸੀਂ ਪ੍ਰੋਗਰਾਮ ਹੁਣੇ ਸ਼ੁਰੂ ਕੀਤਾ ਸੁਣਨਾ, ਜਾਂ ਮੇਰਾ ਖਿਆਲ ਪਹਿਲਾਂ ਤੋਂ ਕੀਤਾ, ਮੈਂ ਤੁਹਾਨੂੰ 5 ਵਾਰੀ ਇਹ ਗੱਲ ਦੱਸ ਚੁੱਕਾ ਕਿ ਮੈਂ ਦੁਪਹਿਰ, ਮੇਰੀ ਗੱਲ ਸੁਣੋ, ਮੈਂ 5 ਵਾਰੀ ਦੱਸ ਚੁੱਕਾ ਸਾਰ ਸਾਹਿਬ, ਮੈਂ 5 ਵਾਰੀ ਦੱਸ ਚੁੱਕਾ ਇਸ ਗੱਲ ਨੂੰ ਕਿ ਮੈਂ ਉਹਨਾਂ ਨੂੰ 10-10 ਕਾਲਾਂ ਕਰ ਚੁੱਕਾ ਕਿ ਇਸ ਪ੍ਰੋਗਰਾਮ ਦੇ ਵਿੱਚ ਆਓ। ਔਰ ਜੇ 10 ਵਾਰੀ ਕਾਲਾਂ ਕਰਨ ਦੇ ਬਾਵਜੂਦ ਵੀ ਕੋਈ ਫੋਨ ਨਹੀਂ ਚੱਕ ਰਿਹਾ, ਰਿਸਪੌਂਡ ਨਹੀਂ ਕਰ ਰਿਹਾ, ਤੇ ਫਿਰ ਤੁਸੀਂ ਸਾਨੂੰ ਇਹ ਗੱਲ ਕਹਿ ਰਹੇ ਹੋ ਕਿ ਇੱਕ ਤਰਫਾ ਮੁੱਦਾ ਹੈ। ਔਰ ਮੈਂ ਨਹੀਂ ਸਮਝਾਂਗਾ ਕੱਲ੍ਹ ਨੂੰ ਤੁਸੀਂ ਅਕਾਲ ਤਖਤ ਦੇ ਫੈਸਲੇ ਨੂੰ ਵੀ ਇੱਕ ਤਰਫਾ ਕਹਿ ਦਿਓਗੇ। ਮੈਂ ਤੁਹਾਡੀ ਇਸ ਗੱਲ ਨਾਲ ਬਿਲਕੁਲ ਐਗਰੀ ਨਹੀਂ। ਹੈਲੋ 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 ਹਾਂ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਰਿਆੜ ਸਾਹਿਬ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਕਹਿਣਾ ਚਾਹੋਗੇ ਸਰਦਾਰ ਸਾਹਿਬ?
ਮੈਂ ਮਨਜਿੰਦਰ ਸਿੰਘ ਬੋਲ ਰਿਹਾ, ਰਿਆੜ ਸਾਹਿਬ ਬੋਲ ਰਿਹਾ। ਹਾਂ ਜੀ, ਮੈਂ ਬੋਲ ਰਿਹਾ ਜੀ। ਅੱਛਾ ਜੀ, ਆ ਜਿਹੜੀ ਗੱਲ ਹੋਈ ਆ ਇਹਦਾ ਮਤਲਬ ਗੁਰੂ ਘਰ ਦਾ ਗ੍ਰੰਥੀ ਵੀ ਅੰਮ੍ਰਿਤਧਾਰੀ ਹੁੰਦਾ ਜੀ, ਜਿਹੜਾ ਡੇਲੀ ਰੂਟੀਨ ਵਰਕਸ਼ਾਪ ਕਰਦਾ, ਤੇ ਉਹਨੂੰ ਵੀ ਕੱਢ ਦੇਣਗੇ ਘਰੋਂ? ਉੱਥੇ ਹੈ ਹੀ ਨਹੀਂ ਸੀ ਜੀ, ਪਹਿਲਾਂ ਉੱਥੇ ਹੈ ਹੀ ਨਹੀਂ ਸੀ। ਇਹ ਬੜੀ ਰੌਚਕ ਗੱਲ ਹੈ। ਉੱਥੇ ਜਿਹੜਾ ਹੱਥ ਆਉਂਦਾ ਸੀ ਉਹਨੂੰ ਕਹਿੰਦੇ ਸੀ ਕਿ ਤੂੰ ਹੀ ਏਦਾਂ ਕਰ, ਵੀ ਮਤਲਬ ਅਰਦਾਸ ਕਰਦੇ ਹੁਣ। ਗੁਰੂ ਘਰ ਦਾ ਕੋਈ ਗ੍ਰੰਥੀ ਨਹੀਂ ਸੀ ਉੱਥੇ। ਉੱਥੇ ਹੈ ਨਹੀਂ ਸੀ ਜੀ। ਇਸ ਤਰ੍ਹਾਂ ਦੇ ਹਾਲਾਤ ਵੀ ਰਹੇ ਨੇ। ਉੱਥੇ ਰਹਿਤ ਮਰਿਆਦਾ ਦੀਆਂ ਧੱਜੀਆਂ ਵੀ ਉੱਡਦੀਆਂ ਰਹੀਆਂ, ਇਸ ਗੱਲ ਦੇ ਵਿੱਚ ਵੀ ਕੋਈ ਦੋ ਰਾਮਾ ਨਹੀਂ। ਦੈਟਸ ਵੈਰੀ ਰੋਂਗ ਜੀ। ਹਕੀਕਤ ਹੈ, ਇਹ ਹਕੀਕਤ ਦੇ ਆਰ ਪਾਰ ਦੀ ਗੱਲ ਹੈ। ਥੈਂਕ ਯੂ ਦੋਸਤੋ। ਬਹੁਤ ਕਾਲਸ ਨੇ ਜਿਹੜੀਆਂ ਮੈਂ ਲੈ ਨਹੀਂ ਸਕਦਾ ਹੁਣ ਕਿਉਂਕਿ ਮੇਰਾ ਸਮਾਂ ਹੋ ਗਿਆ, ਪਰ ਮੈਂ ਤੁਹਾਨੂੰ ਗੁਜ਼ਾਰਿਸ਼ ਕਰਾਂਗਾ ਉਹਨਾਂ ਸੱਜਣਾ ਨੂੰ ਵੀ ਜਿਹੜੇ ਜਿਨ੍ਹਾਂ ਦੇ ਮਨ ਮੰਦਰਾਂ ਦੇ ਵਿੱਚ ਇੱਕ ਗੱਲ ਹੈ ਕਿ ਜੀ ਇਹ ਮੁੱਦਾ ਇੱਕ ਤਰਫਾ, ਪਰ ਮੈਂ ਇੱਕ ਗੱਲ ਜਾਂਦੇ ਜਾਂਦੇ ਸਪਸ਼ਟ ਕਰ ਦੇਣੀ ਚਾਹੁੰਦਾ ਕਿ ਦੁਪਹਿਰ ਤੋਂ ਲੱਗਾ ਹੋਇਆ ਆਫਿਸ ਤੋਂ ਉਹਨਾਂ ਸੱਜਣਾ ਨਾਲ ਸੰਪਰਕ ਕਰਨ ਦੇ ਉੱਤੇ ਔਰ ਉਹਨਾਂ ਨੂੰ ਕਿਹਾ ਕਿ ਤੁਸੀਂ ਇਸ ਦੇ ਵਿੱਚ ਆਪਣਾ ਸਪਸ਼ਟੀਕਰਨ, ਆਪਣਾ ਬਿਆਨ, ਆਪਣੀ ਗੱਲ ਜਿਹੜੀ ਆ ਉਹ ਕਰੋ। ਇੱਥੇ ਤੱਕ ਕਿ ਕਮੇਟੀ ਦੇ ਕਨਵੀਨਰ ਭਾਈ ਸਤਪਾਲ ਸਿੰਘ ਖਾਲਸਾ ਨੇ ਵੀ ਇਸ ਗੱਲ ਦਾ ਜ਼ਿਕਰ ਕਰ ਦਿੱਤਾ ਕਿ ਉਹਨਾਂ ਨੇ ਰਿਸਪੌਂਡ ਹੀ ਨਹੀਂ ਕੀਤਾ ਅੱਜ ਤੱਕ। ਉਹਨਾਂ ਦੀ ਕਿਸੇ ਚਿੱਠੀ ਪੱਤਰ ਦਾ ਜਾਂ ਕਿਸੇ ਟੈਲੀਫੋਨ ਦਾ ਉਹਨਾਂ ਨੇ ਮਿਲਣਾ ਹੀ ਪਸੰਦ ਨਹੀਂ ਕੀਤਾ। ਔਰ ਅੱਜ ਵੀ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਰਹੇ ਹਾਂ ਔਰ ਮੈਂ 5 ਵਾਰੀ ਦੱਸ ਚੁੱਕਾ ਕਿ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਇਹਦੇ ਵਿੱਚ ਆ ਕੇ ਸਪਸ਼ਟੀਕਰਨ ਦਿਓ, ਪਰ ਜੇਕਰ ਕੋਈ ਨਹੀਂ ਆਉਂਦਾ ਤੇ ਫਿਰ ਮੇਰਾ ਖਿਆਲ ਹੈ ਕਿ ਉਸ ਨੂੰ ਇੱਕ ਤਰਫਾ ਗਰਦਾਨਣਾ ਜਿਹੜਾ ਉਹ ਬਹੁਤ ਹੀ ਮਾੜੀ ਗੱਲ ਹੋਏਗੀ। ਸੋ ਇਹ ਮੁੱਦਾ ਸਾਡੇ ਆਪਣੇ ਵਿਚਾਰ ਨਹੀਂ ਸਨ। ਇਹ ਮੁੱਦਾ ਜਿਹੜੀ 7 ਮੈਂਬਰੀ ਕਮੇਟੀ ਬਣਾਈ ਗਈ ਹੈ ਉਸ ਦੇ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਦੇ ਆਧਾਰ ਦੇ ਉੱਤੇ ਸਿੱਖਾਂ ਦੀ ਸਰਬ ਉੱਚ ਸੰਸਥਾ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕੀਤੀ ਗਈ ਕਾਰਵਾਈ ਦੇ ਪ੍ਰਤੀਕਰਮ ਦੇ ਵਿੱਚ ਤੁਹਾਡੇ ਵਿਚਾਰਾਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਨ ਦਾ ਇੱਕ ਉਪਰਾਲਾ ਸੀ ਔਰ ਤੁਹਾਡੀ ਖਿਦਮਤ ਦੇ ਵਿੱਚ ਇਹ ਸਾਰੀ ਹਕੀਕਤ ਸੱਚਾਈ ਲੈ ਕੇ ਆਉਣ ਦਾ ਜਿਹੜਾ ਸੀ ਇੱਕ ਉਪਰਾਲਾ ਸੀ। ਸੋ ਮੈਨੂੰ ਈਮੇਲ ਕਰ ਸਕਦੇ ਹੋ riyad@justbroadcasting.com। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਕੱਲ ਮਿਲਾਂਗੇ ਨਵਾਂ ਨਕੋਰ ਮੁੱਦਾ ਲੈ ਕੇ। ਇਜਾਜ਼ਤ ਦਿਓ। ਤੁਹਾਡਾ ਆਪਣਾ ਨਾਚੀਜ਼ ਹਰਵਿੰਦਰ ਰਿਆੜ।